कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रकां दा होर भी सामान आसानी नाल मिलेगा। हुणे कॉल करो 360 652 6066 यानी 3606526066। ये 2 लोकेशनां तो सेवावां प्रदान करदे ने। सेकंड लोकेशन लॉस्ट हिल ट्रैवल सेंटर 14814 एलोम स्ट्रीट, लॉस्ट हिल्स। फोन नंबर 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिज़ोना दे सिद्धे रन। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। बठिंडा दी ग्रीन सिटी दी अपार सफलता तो बाद हुण पेश है कन्हैयाज़ ग्रीन सिटी, जिथे सिक्योरिटी दे पुख्ता प्रबंध, खुलियां सड़कां, हरा भरा वातावरण, बिजली दियां अंडरग्राउंड तारां अते खूबसूरत फुल पौधे। लैंडस्केपिंग ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल या ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 या quicktrucklube.com। QTL, because we care। ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਰੋਤਿਓ, ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ, ਸਾਡੇ ਸੀਨੀਅਰ ਜਰਨਲਿਸਟ ਜਸਬੀਰ ਸਿੰਘ ਪੱਟੀ ਹੋਣਾ ਵੱਲੋਂ ਤੇ ਸੀਨੀਅਰ ਜਰਨਲਿਸਟ ਬਖਤੌਰ ਸਿੰਘ ਜੀ ਢਿੱਲੋਂ ਹੋਣਾ ਵੱਲੋਂ ਅਤੇ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਫਰਵਰੀ ਮਹੀਨੇ ਦੀ 23 ਤਰੀਕ ਹੈ ਜੀ, ਅਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੈ ਜੀ ਸ਼ਾਮ ਦੇ 6:31 ਦਾ। ਅਤੇ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਮੇਰੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸਰੋਤਿਓ ਸੋਮਵਾਰ ਤੋਂ ਸ਼ੁੱਕਰਵਾਰ ਹਫ਼ਤੇ ਦੇ 5 ਦਿਨ ਸ਼ਾਮੀ 6:30 ਵਜੇ ਪੇਸ਼ ਕੀਤਾ ਜਾਂਦਾ। ਹੁਣ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੀ ਖਬਰ ਆ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਕਿਹੜੀ ਖਬਰ ਆ ਜਿਹੜੀ ਕਿ ਸਿਆਸਤ ਦੇ ਨਾਲ ਜੁੜੀ ਹੋਈ ਹੈ। ਅਤੇ ਪੰਜਾਬ ਦੇ ਵਿੱਚ ਵੋਟਾਂ ਦਾ ਦੌਰ ਜਿਹੜਾ ਉਹ ਭਾਵੇਂ ਵੋਟਾਂ ਪੈ ਚੁੱਕੀਆਂ ਨੇ, ਪਰ ਆਉਣ ਵਾਲਾ ਸਮਾਂ ਕਿਸ ਨੂੰ ਸਰਕਾਰ ਬਣਾਉਣ ਲਈ ਕਿਹੜੀ ਪਾਰਟੀ ਅੱਗੇ ਆਏਗੀ ਔਰ ਕਿਹੜੀਆਂ ਵੱਖ-ਵੱਖ ਸਿਆਸੀ ਮਾਹਰਾਂ ਦੀਆਂ ਟਿੱਪਣੀਆਂ ਨੇ, ਇਹਨਾਂ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਉਚੇਚੇ ਤੌਰ 'ਤੇ ਜੁੜੇ ਨੇ ਸੀਨੀਅਰ ਪੱਤਰਕਾਰ ਪੱਟੀ ਤੋਂ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸਿਆਸਤ ਜਿਹੜੀ ਹੈ ਉਹ ਦਿਨੋਂ ਦਿਨ ਗਰਮਾਉਂਦੀ ਰਹੇਗੀ, ਲੁਭਾਉਂਦੀ ਰਹੇਗੀ, ਅਤੇ ਆਪਣੇ ਆਪ ਨੂੰ ਕਿਸ ਆਉਣ ਵਾਲੇ ਸਮੇਂ ਲਈ ਕਿਹੜੀ ਸਰਕਾਰ ਬਣੇਗੀ, ਕਿਸ ਪਾਰਟੀ ਸਰਕਾਰ ਬਣੇਗੀ, ਇਹ ਕਿਆਸ ਰਾਈਆਂ ਦਾ ਦੌਰ ਜਿਹੜਾ ਹੈ ਉਹ ਚੱਲ ਰਿਹਾ। ਪਰ ਨਤੀਜਿਆਂ ਤੋਂ ਪਹਿਲਾਂ ਜਿਹੜੇ ਨਤੀਜੇ ਤੁਹਾਨੂੰ ਨਜ਼ਰ ਆ ਰਹੇ ਆ, ਮੇਰੇ ਕਹਿਣ ਤੋਂ ਭਾਵ ਆ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਿੱਧੂ ਦੀ ਖੁੱਸ ਸਕਦੀ ਹੈ ਪ੍ਰਧਾਨਗੀ। ਦੇਖੀਏ, ਜਿਹੜੀ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਲਗਭਗ ਸਾਰੇ ਕਾਂਗਰਸੀ ਔਖੇ ਆ। ਪਹਿਲਾਂ ਤੇ ਜਿਸ ਦਿਨ ਇੱਥੇ ਪ੍ਰਿੰਕਾ ਗਾਂਧੀ ਏਅਰਪੋਰਟ ਤੇ ਆਉਂਦੇ ਨੇ, ਰਾਜਾ ਸਾਂਸੀ ਏਅਰਪੋਰਟ ਤੇ ਆਉਂਦੇ ਨੇ, ਤੇ ਬਕਾਇਦਾ ਤੌਰ ਤੇ ਇੱਕ ਪ੍ਰੋਟੋਕਾਲ ਦੇ ਅਨੁਸਾਰ ਉਹਨਾਂ ਦੀ ਗੱਡੀ ਦੇ ਡਰਾਈਵਰ ਹੋਣੇ ਸੀ ਇੱਥੋਂ ਦੇ MP ਗੁਰਜੀਤ ਸਿੰਘ ਔਜਲਾ, ਤੇ ਸਿੱਧੂ ਸਾਹਿਬ ਨੇ ਪਿੱਛੇ ਬੈਠਣਾ ਸੀਗਾ। ਲੇਕਿਨ ਹੋਇਆ ਤੇ ਬਿਲਕੁਲ ਉਲਟ। ਜਦੋਂ ਉਹ ਗੱਡੀ ਦੀ ਡਰਾਈਵਰ ਸੀਟ ਤੇ ਬੈਠਣ ਲੱਗੇ ਤੇ ਸਿੱਧੂ ਕਹਿੰਦਾ MP ਦੀ ਕੀ ਜ਼ਰੂਰਤ, ਬਹਿ ਜਾ ਇੱਥੇ।
ਇਹਨਾਂ ਦਾ ਉੱਥੇ ਤਤਕਾਰ ਵੀ ਮਾੜਾ ਮੋਟਾ ਹੋਇਆ। ਤਤਕਾਰ ਤੋਂ ਬਾਅਦ ਫਿਰ ਜਦੋਂ ਇਹ ਗੱਲ ਦਿੱਲੀ ਪੁੱਜੀ ਤੇ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਨੇ ਉਸ MP ਨੂੰ ਕਿਹਾ, ਭਾਈ ਆ ਸਮਾਂ ਕੱਢੋ ਇਲੈਕਸ਼ਨ ਤੱਕ, ਉਦੋਂ ਬਾਅਦ ਸੋਚਦੇ ਆ ਕੀ ਕਰਨਾ। ਸਿੱਧੂ ਸਾਹਿਬ ਨੇ ਬਕਾਇਦਾ ਤੌਰ ਤੇ ਚੰਨੀ ਸਾਹਿਬ ਨੂੰ ਅਜੇ 1 ਕਿ 2 ਦਿਨ ਮੁੱਖ ਮੰਤਰੀ ਬਣਿਆ ਨੂੰ ਹੋਏ ਸੀ, ਉਹ ਅੰਮ੍ਰਿਤਸਰ ਆਏ ਸੀ ਤੇ ਅੰਮ੍ਰਿਤਸਰ ਆਉਣ ਤੋਂ ਬਾਅਦ ਬਕਾਇਦਾ ਤੌਰ ਤੇ ਉਹਨਾਂ ਕੋਲੋਂ ਸੜਕ ਤੇ ਖਲੋ ਕੇ ਇੰਪਰੂਵਮੈਂਟ ਚੇਅਰਮੈਨ ਸਨ ਦਿਨੇਸ਼ ਬੱਸੀ, ਕਾਂਗਰਸੀ ਆਗੂ ਸੀ, ਪੁਰਾਣਾ ਆਗੂ ਸੀ, ਜਿਹਦਾ ਇਹਨਾਂ ਦੇ ਹਲਕੇ 'ਚ ਕਾਫੀ ਹੋਂਦ ਸੀ ਜੀ। ਉਹਨਾਂ ਨੂੰ ਹਟਵਾ ਕੇ ਤੇ ਆਪਣਾ ਬੰਦਾ ਦਮਨ ਕੌਂਸਲ ਲਗਾਇਆ ਉੱਥੇ ਜੀ। ਜਦੋਂ ਇਹ ਲਗਵਾਇਆ ਤੇ ਮੁੜ ਕੇ ਚੱਲਦੀ ਚੋਣ ਦੇ ਵਿੱਚ ਬੱਸੀ ਨੂੰ ਡਾਕੂ ਕਿਹਾ ਜੀ। ਬੱਸੀ ਉਸ ਹਲਕੇ ਤੋਂ ਉਮੀਦਵਾਰ ਰਿਹਾ ਵਾ ਈਸਟ ਤੋਂ, ਤੇ ਮੈਂ ਸਿਲੈਕਸ਼ਨ ਲੜੀ, ਉਹਦੀ ਕੋਈ ਵੋਟਾਂ ਹੈਗੀਆਂ ਸੀ ਉੱਥੇ ਜੀ। ਲੇਕਿਨ ਜਦੋਂ ਉਹਨੂੰ ਪੱਤਰਕਾਰ ਜਾ ਕੇ ਪੁੱਛਿਆ, ਉਹਨੇ ਕੋਈ ਗੱਲ ਨਹੀਂ ਕੀਤੀ। ਉਹਨੇ ਕਿਹਾ ਜੀ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ, ਪਾਰਟੀ ਮੈਨੂੰ ਜੋ ਵੀ ਹੁਕਮ ਕਰੂ ਮੈਂ ਕਰੂੰ। ਲੇਕਿਨ ਬਕਾਇਦਾ ਤੌਰ ਤੇ ਦਿਨੇਸ਼ ਬੱਸੀ ਜਿਹੜਾ ਸਿੱਧੂ ਸਾਹਿਬ ਦੇ ਪ੍ਰਚਾਰ ਵਾਸਤੇ ਨਹੀਂ ਆਇਆ, ਨਾ ਉਹ ਆਇਆ ਤੇ ਨਾ ਸਾਬਕਾ MLA ਜੁਗਲ ਕਿਸ਼ੋਰ ਸ਼ਰਮਾ ਆਇਆ ਜੀ। ਹੁਣ ਬੱਸੀ ਨੂੰ ਮਨਾਉਣ ਵਾਸਤੇ ਤੇ ਪਤਾ ਲੱਗਾ ਵੀ ਸੀਟ ਹਰਦੀ ਹੈ। ਤੁਹਾਨੂੰ ਪਤਾ ਰਵਨੀਤ ਸਿੰਘ ਬਿੱਟੂ ਸਭ ਤੋਂ ਵੱਡਾ ਵਿਰੋਧੀ ਸੀ ਵੀ ਸਿੱਧੂ ਪ੍ਰਧਾਨ ਨਹੀਂ ਬਣ ਸਕਦਾ, ਜੋ ਮਰਜ਼ੀ ਹੋ ਜਾਏ ਆਪਾਂ ਪ੍ਰਧਾਨ ਬਣਾਂਗੇ ਜੀ। ਉਹਦਾ ਹੱਕ ਹੀ ਬਣਦਾ ਸੀਗਾ। ਜਦੋਂ ਉਹਦੇ ਬਾਰੇ ਗੱਲ ਚੱਲੀ, ਉਹ ਫਿਰ ਰਵਨੀਤ ਬਿੱਟੂ ਆਇਆ ਤੇ ਆਪਣੀ ਜਿਹੜੀ ਸਿਆਸਤ ਤੋਂ ਉੱਪਰ ਰੱਖਣ ਨੇ ਆ ਕੇ ਜਿਹੜੇ ਬੰਦੇ ਨਾਰਾਜ਼ ਸੀ ਉਹ ਤੋਰੇ, ਭਾਈ ਤੁਸੀਂ ਇਲੈਕਸ਼ਨ ਕੰਪੇਨ ਕਰੋ, ਕੋਈ ਗੱਲ ਨਹੀਂ, ਬਾਕੀ ਜਿਹੜੇ ਆਪਾਂ ਵਾ ਉਹ ਬਾਅਦ ਚ ਵੇਖ ਲਾਂਗੇ। ਸਿੱਧੂ ਹਰਨਾ ਨਹੀਂ ਚਾਹੀਦਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹ ਤੇ ਆ ਗਏ, ਉਹਨੂੰ ਤਾਂ ਕਹਿ ਦਿੱਤਾ, ਲੇਕਿਨ ਸਿੱਧੂ ਨੇ ਫੇਰ ਵੀ ਜਾ ਕੇ ਉਹਨਾਂ ਬੰਦਿਆਂ ਨੂੰ ਅਪਰੋਚ ਨਹੀਂ ਕੀਤੀ, ਭਾਈ ਤੁਸੀਂ ਮੇਰੀ ਕੰਪੇਨ ਕਰੋ ਜੀ। ਬਿਲਕੁਲ ਜੀ, ਕੈਂਪੇਨ ਬਿਲਕੁਲ ਹੋਵੇਗੀ ਤੇ ਕੈਂਪੇਨ ਦੇ ਨਾਲ ਨਾਲ ਅਸੀਂ ਇਹ ਵੀ ਪੁੱਛਣਾ ਚਾਹਾਂਗੇ ਤੁਹਾਨੂੰ ਕਿ ਕਈ ਵਾਰ ਜਿਹੜਾ ਆਪਣੇ ਆਪ ਦੇ ਵਿੱਚ ਪੱਟੀ ਸਾਹਿਬ ਬੰਦਾ ਖਾਂਦਾ ਤਾਂ ਖੱਟੀ ਆ ਆਪਣੀ ਜ਼ੁਬਾਨ ਦੀ, ਤੇ ਜ਼ੁਬਾਨ ਦੀ ਖੱਟੀ ਖਾਂਦਾ ਦੀ ਖੱਟੀ ਜਿਹੜੀ ਆ ਉਹ ਸਾਨੂੰ ਅੱਗੇ ਵੀ ਲੈ ਜਾਂਦੀ ਹੈ। ਜ਼ੁਬਾਨ ਦੀ ਖੱਟੀ ਜਿਹੜੀ ਹੈ ਉਹ ਸਾਨੂੰ ਬਹੁਤੀ ਵਾਰੀ ਕਾਮਯਾਬ ਵੀ ਕਰਦੀ ਹੈ। ਅਤੇ ਜਦੋਂ ਅਸੀਂ ਪੱਟੀ ਸਾਹਿਬ ਇਹੀ ਗੱਲਾਂ ਸੋਚਦੇ ਹਾਂ, ਸੁਣਦੇ ਵਿਚਾਰਦੇ ਹਾਂ, ਤਾਂ ਸਾਨੂੰ ਨਜ਼ਰ ਆਉਂਦਾ ਕਿ ਅਸੀਂ ਕੀ ਜੀ। ਜ਼ੁਬਾਨ ਦੀ ਖੱਟੀ ਦੀ ਗੱਲ ਚੱਲ ਰਹੀ ਸੀ, ਜ਼ੁਬਾਨ ਦੀ ਖੱਟੀ ਖਾਂਦੇ ਹਾਂ ਤੇ ਸਿੱਧੂ ਸਾਹਿਬ ਦੀ ਪ੍ਰਧਾਨਗੀ ਦੇ ਨਾਲ ਜਿਹੜੀ ਹੈ ਗੱਲ ਜੁੜ ਰਹੀ ਹੈ, ਜ਼ੁਬਾਨ ਦੀ ਖੱਟੀ ਕਿੱਧਰ ਨੂੰ ਲੈ ਜਾਂਦੀ ਹੈ? ਜੀ। ਜ਼ੁਬਾਨ ਦੀ ਖੱਟੀ ਤੇ ਮੈਂ ਤੁਹਾਨੂੰ ਇੱਥੋਂ ਤੱਕ ਦੱਸ ਦਿਆਂ ਵੀ ਜ਼ੁਬਾਨ ਇੰਨੀ ਮਾੜੀ ਸੀ ਕਿ ਕਿਸੇ ਨੂੰ ਨਾਲ ਕੋਲ ਬੱਧਾ ਹੀ ਨਹੀਂ ਜੀ। ਲੋਕ ਆਪਣੀ ਕੰਪੇਨ ਕਰਦੇ ਸੀ ਤੇ 11 ਵਜੇ ਤੱਕ ਘਰ ਬੈਠੇ ਹੁੰਦੇ ਸੀ ਜੀ। ਲੇਕਿਨ ਦੇਖੋ, ਇੱਕ ਕੋਈ ਬੰਦਾ ਗਿਆ ਸੀਗਾ ਮੰਗਤਾ, ਉਹ ਕਿਸੇ ਆਪਣੀ ਘਰ ਗਿਆ ਤੇ ਉਹ ਆਪਣੀ ਮਾਤਾ ਬੈਠੀ ਸੀ ਬੂਹੇ ਅੱਗੇ, ਪੁਰਾਣੇ ਜ਼ਮਾਨੇ 'ਚ ਬੂਹੇ ਅੱਗੇ ਬਹਿੰਦੇ ਸੀ ਜੀ। ਉਹਨੂੰ ਕਹਿੰਦੇ ਮਾਤਾ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਏ। ਉਹ ਕਹਿੰਦੀ ਪੁੱਤ ਬੈਠਾ, ਕਿਹੜੀ ਗੱਲ, ਬੈਠ ਮੈਂ ਪ੍ਰਸ਼ਾਦਾ ਹੁਣੇ ਬਣਾ ਦਿੰਦੀ ਹੈ ਜੀ। ਉਹਨੇ ਆਟੇ 'ਚ ਪਾਣੀ ਪਾਇਆ, ਆਟਾ ਗੁੰਨਣ ਲੱਗੀ ਸੀਗੀ। ਉਹ ਐਡਾ ਵੈਦਵਚਨ ਸੀ ਮਾਤਾ ਦਾ, ਸਿੱਧੂ ਸਾਹਿਬ ਵਰਗਾ ਜੀ। ਉਹ ਕਹਿੰਦਾ ਮਾਤਾ ਤੇਰਾ ਬੂਹਾ ਬੜਾ ਛੋਟਾ ਵਾ ਤੇ ਮੱਝ ਤੂੰ ਬੜੀ ਸੋਹਣੀ ਤੇ ਤਕੜੀ ਬੱਦੀ ਕਰ, ਜੇ ਮੱਝ ਮਰ ਜੇ ਤੇ ਬਾਹਰ ਕਿੱਧਰ ਨਹੀਂ ਕੱਢੇਗੀ ਜੀ। ਉਹ ਕਹਿੰਦੀ ਤੇਰੇ ਰੱਖੇ ਜਾਣ ਸੀ, ਤੂੰ ਮੇਰਾ ਬੁਰਾ ਸੋਚਣ ਵਾਸਤੇ ਆਇਆ ਜੀ। ਉਹਨੇ ਕਿਹਾ ਕਰ ਝੋਲੀ। ਉਹਨੇ ਝੋਲੀ ਕੀਤੀ ਤੇ ਬਕਾਇਦਾ ਤੌਰ ਤੇ ਭਿੱਜਾ ਆਟਾ ਉਹਨੇ ਝੋਲੀ 'ਚ ਪਾ ਦਿੱਤਾ ਜੀ। ਤੇ ਗਲੀ 'ਚ ਤੁਰਿਆ ਜਾਵੇ, ਕਿਸੇ ਨੇ ਪੁੱਛਿਆ ਵੀ ਇਹ ਕੀ, ਇਹ ਕਹਿੰਦਾ ਜ਼ਬਾਨ ਦਾ ਰਸ ਚੋਰਿਆ ਵਿੱਚੋਂ। ਬਿਲਕੁਲ ਸਹੀ ਗੱਲ ਹੈ ਜੀ। ਉਹ ਸਿੱਧੂ ਸਾਹਿਬ ਦੀ ਹਾਲਤ ਬਣ ਗਈ ਸੀ, ਕਿਸੇ ਨੂੰ ਬਖਸ਼ਣਾ ਨਹੀਂ, ਹਰ ਤੇ ਟਿੱਪਣੀ ਕਰਨੀ, ਆਪਣੇ ਆਪ ਨੂੰ ਫਿਰਤਰੇ ਕਹਿਣਾ, ਭਾਈ ਕੋਈ ਕੀ ਕਰਦਾ ਵੱਜੋ, ਤੁਸੀਂ ਵਿਰੋਧੀਆਂ ਤੇ ਆਪਣੇ ਕੰਮ ਤੋਪਾਂ ਚਲਾਉਣੀਆਂ ਚਾਹੁੰਦੇ, ਤੁਸੀਂ ਆਪਣੇ ਤੇ ਤੁਰ ਜਾਂਦੇ ਹੋ। ਸਹੀ ਗੱਲ ਹੈ ਜੀ। ਹੁਣ ਜਿਹੜੀ ਬਕਾਇਦਾ ਤੌਰ ਤੇ ਅੱਜ ਮੀਟਿੰਗ ਹੋਈ, ਉਸ ਮੀਟਿੰਗ ਸਿੱਧੂ ਸਾਹਿਬ ਗੈਰ ਹਾਜ਼ਰ ਰਹੇ ਨੇ।
ਇੰਜ ਲੱਗਦਾ ਵੀ ਇਹੋ ਜਿਹੇ ਹਾਲਾਤ ਪੈਦਾ ਕਰਦੇ ਨੇ ਸਿੱਧੂ ਸਾਹਿਬ ਮਿੰਟ ਅਸਤੀਫਾ ਦੇ ਦੇਣ, ਚੁੱਕ ਮੇਰਾ ਅਸਤੀਫਾ। ਤੇ ਜਿੱਦਣ ਐਤਕੀ ਅਸਤੀਫਾ ਦਿੱਤਾ ਤੇ ਐਤਕੀ ਅਸਤੀਫੇ ਤੋਂ ਬਾਅਦ ਸਿੱਧੂ ਸਾਹਿਬ ਨੂੰ ਮਨਾਉਣ ਕੋਈ ਨਹੀਂ ਆਏਗਾ। ਉਹ ਫਿਰ ਅਸਤੀਫਾ ਪ੍ਰਵਾਨ ਕਰਕੇ ਬਕਾਇਦਾ ਤੌਰ ਤੇ ਜਿਹੜੇ ਸਾਰੇ ਸੁਨੀਲ ਜਾਖੜੀ ਤਿਆਰ ਖੜੇ ਨੇ ਪ੍ਰਧਾਨਗੀ ਦਾ ਜਿਹੜਾ ਅਸੀਂ ਫੇਰਾ ਪਾਉਣ ਵਾਸਤੇ ਗੱਲ ਦੇ ਵਿੱਚ। ਬਿਲਕੁਲ ਜੀ, ਬਿੱਟੂ ਖੜਾ ਪਿਆ, ਮੈਨੂੰ ਪ੍ਰਧਾਨ ਬਣਾਓ ਤੁਸੀਂ ਜੀ, ਮੇਰਾ ਹੱਕ ਬਣਦਾ। ਹੁਣ ਸਿੱਧੂ ਸਾਹਿਬ ਦਾ ਪਿਛੋਕੜੇ ਤੁਸੀਂ ਜਾਣਦੇ ਹੋ ਜੀ ਕਿ ਕਿਹੜੀ ਪਾਰਟੀ 'ਚ ਰਿਹਾ, ਕਿਹੜੇ ਲੀਡਰ ਨਾਲ ਬਣਾ ਕੇ ਰੱਖੀ, ਜਦੋਂ 2009 ਦੇ ਵਿੱਚ ਚੋਣ ਜਿੱਤਦੇ ਨੇ ਬਕਾਇਦਾ ਤੌਰ ਤੇ ਜੀ, ਪਾਰਲੀਮੈਂਟ ਦੀ ਚੋਣ ਜਿੱਤਦੇ ਆ ਤੇ ਸਿਰਫ 7000 ਤੇ ਜਿੱਤ ਹੁੰਦੀ ਇਹਨਾਂ ਦੀ। ਉਹ ਵੀ ਜਿੱਤ ਕੀ ਮਜੀਠੇ ਹਲਕੇ ਦੇ ਵਿੱਚ 5000 ਦੀ ਲੀਡ ਮਿਲਦੀ ਹੈ ਤੇ ਫਿਰ ਜਿੱਤ ਹੁੰਦੀ ਹੈ। ਜੇ ਕਿਤੇ ਲੀਡ ਨਾ ਮਿਲਦੀ ਸ਼ਾਇਦ ਇਹ ਚੋਣ ਹਾਰ ਜਾਂਦੇ। ਬਿਲਕੁਲ ਬਿਲਕੁਲ ਜੀ। ਉਸੇ ਮਜੀਠੀਏ ਨੂੰ ਗਲੋਂ ਫੜ ਕੇ ਘਸੀਟਦੇ ਨੇ, ਉਸੇ ਮਜੀਠੀ ਦੀਆਂ ਸੰਗਾਂ ਲਾਉਂਦੇ ਨੇ, ਉਸੇ ਮਜੀਠੇ ਨੂੰ ਛੋਟਾ ਭਰਾ ਕਹਿੰਦੇ ਸੀਗੇ ਜੀ, ਉਸੇ ਮਜੀਠੇ ਨੂੰ ਕਹਿੰਦੇ ਸੀ ਵੇਖੋ ਜੀ ਮਜੀਠਾ ਸਾਹਿਬ ਤੇ ਬਾਦਲ ਸਾਹਿਬ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ। ਬਿਲਕੁਲ, ਇਹ ਵੀਡੀਓ ਵਾਇਰਲ ਹੋਈ ਸੀ 2014 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਹੈ ਤੇ ਇਹਨਾਂ ਨੂੰ ਟਿਕਟ ਨਹੀਂ ਲੈਣ ਦਿੱਤੀ ਬਾਦਲਾਂ ਨੇ ਜਾਂ ਮਜੀਠੀਆ ਨੇ ਜੀ। ਤੇ ਇਹਨਾਂ ਨੇ ਕਿਹਾ ਸੀ ਭਾਈ ਤੁਸੀਂ ਜੇਤਲੀ ਸਾਹਿਬ ਨੇ ਕਿਹਾ ਜੇਤਲੀ ਸਾਹਿਬ ਤੁਸੀਂ ਕਾਬਜ਼ ਭਾਰੋ, ਤੁਹਾਡੇ ਘਰ ਜਿੱਤ ਸਾਡੀ ਕੋਲ ਪਹੁੰਚਾ ਦੇਂਗੇ ਅਸੀਂ ਜੀ। ਇਹ ਗੱਲ ਸਹੀ ਸੀ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਸੀ, ਕਰ ਸਕਦੇ ਸੀ। ਲੇਕਿਨ ਜਦੋਂ ਅਗਲੇ ਪਾਸੇ ਇੱਕ ਬੱਬਰ ਸ਼ੇਰ ਆ ਗਿਆ, ਕੈਪਟਨ ਅਮਰਿੰਦਰ ਸਿੰਘ ਦਾ ਜਦੋਂ ਨਾਂ ਅਨਾਊਂਸ ਹੋਇਆ ਤੇ ਬਕਾਇਦਾ ਤੌਰ ਤੇ ਏਜੰਸੀਆਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਜਾਓ ਜਾ ਕੇ ਕੈਪਟਨ ਨੂੰ ਕਹਿ ਦਿਓ ਉਹ ਲੱਖ ਤੋਂ ਉੱਪਰ ਬੈਠਾ ਕਰੇ ਜਿੱਤਿਆ ਵਾ ਜੀ। 1,04,000 ਦਿੱਤੇ ਸੀ ਕੈਪਟਨ ਸਾਹਿਬ। ਬਿਲਕੁਲ ਉਸ ਟਾਈਮ ਵੀ ਇੱਕ ਪਾਸੇ ਤੁਸੀਂ ਜੇਤਲੀ ਨੂੰ ਆਪਣਾ ਗੁਰੂ ਮੰਨਦੇ ਹੋ, ਜਿਹੜਾ ਤੁਹਾਡੇ ਕਤਲ ਦਾ ਕੇਸ ਪਿਆ ਸੀ ਉਹ ਜੇਤਲੀ ਤੁਹਾਡਾ ਵਕੀਲ ਸੀ, ਉਹਦੇ ਤੁਹਾਨੂੰ ਜ਼ਮਾਨਤ ਦਵਾਈ ਸੀ, ਉਹਦੇ ਖਾਰਜ ਕਰਾਇਆ ਸੀ, 1 ਰੁਪਏ ਦੇ ਹੱਥ ਜੁਰਮਾਨਾ ਪਿਆ ਸੀ ਜੀ। ਤੁਹਾਨੂੰ ਕੋਈ ਟਿਕਟ ਖੋਲੀ ਫਿਰ ਕੀ ਹੋਇਆ? ਤੁਸੀਂ ਘੱਟੋ ਘੱਟ ਕਿਉਂਕਿ ਕੰਪੇਨ ਕਰਦੇ ਹੋ, ਤੁਸੀਂ ਉਹਦੀ ਕੰਪੇਨ 'ਚ ਵੜੇ ਨਹੀਂ, ਇਲੈਕਸ਼ਨ 'ਚ ਵੜੇ ਨੂੰ ਹਰ ਗਿਆ ਵਿਚਾਰਾ। ਮੁੜ ਕੇ ਤੁਸੀਂ ਆਉਂਦੇ ਹੋ ਬਕਾਇਦਾ ਤੌਰ ਤੇ ਕੇਜਰੀਵਾਲ ਨਾਲ ਗੱਲ ਤੁਹਾਡੀ ਚੱਲਦੀ। ਕੇਜਰੀਵਾਲ ਬੜਾ ਚੁਸਤ ਬੰਦਾ ਵਾ, ਉਹਨੂੰ ਇਸ ਗੱਲ ਦਾ ਪਤਾ ਸੀ ਇਸ ਨੂੰ ਖਰਾਬ ਕਰੇਗਾ ਜੀ। ਪਹਿਲਾਂ ਕੈਪਟਨ ਨਾਲ ਗੱਲ ਚੱਲੀ ਤੇ ਕੈਪਟਨ ਬਾਰੇ ਕਿਸੇ ਦੇ ਕੇਜਰੀਵਾਲ ਨੂੰ ਕਹਿਤਾ ਵੀ ਇਹ ਸਿਆਸੀ ਔਗਰੀ, ਪੋਲੀਟੀਕਲ ਔਗਰੀ ਹੈ, ਸਿਆਸੀ ਦਇਆ ਦੀ ਤੈਨੂੰ ਵੀ ਖਾ ਜੂਗਾ ਜੀ। ਤੇ ਮੁੜ ਕੇ ਕੇਜਰੀਵਾਲ ਸਾਹਿਬ ਨੇ ਤੇ ਉਹ ਵਕੇ ਪਾੜਤਾ, ਗੱਲ ਹੀ ਨਹੀਂ ਕੀਤੀ ਜੀ। ਫਿਰ ਸਿੱਧੂ ਨਾਲ ਗੱਲ ਚੱਲੀ, ਉਹਨਾਂ ਨੂੰ ਪਤਾ ਸੀ ਸੇ ਵੀ ਘੱਟ ਨਹੀਂ ਹੈਗਾ। ਜਦੋਂ ਗੱਲਬਾਤ ਚੱਲੀ ਉਹ ਸਿੱਧੂ ਸਾਹਿਬ ਆਪ ਕਹਿੰਦੇ ਆ, ਮੈਂ ਨਹੀਂ ਕਹਿ ਰਿਹਾ, ਸਿੱਧੂ ਸਾਹਿਬ ਕਹਿੰਦੇ ਆ ਭਾਈ ਮੇਰੀ ਕੇਜਰੀਵਾਲ ਨਾਲ ਗੱਲਬਾਤ ਹੋਈ ਤੇ ਮੈਨੂੰ ਕੇਜਰੀਵਾਲ ਕਹਿੰਦੇ ਆਪਾਂ ਸਰਕਾਰ ਬਣਾਉਣੀ ਆ, ਤੁਸੀਂ ਸਾਡੇ ਸਟਾਰ ਕੰਪੇਨਰ ਹੋ ਗਏ। ਕਹਿੰਦੇ ਹੋਰ, ਕਹਿੰਦੇ ਤੁਹਾਡੀ ਘਰ ਦੀ ਡਾਕਟਰ ਆ ਉਹਨੂੰ ਅਸੀਂ MLA ਬਣਾ ਕੇ ਤੇ ਸਿਹਤ ਮੰਤਰੀ ਬਣਾਉਂ ਸਰਕਾਰ ਦੇ ਵਿੱਚ। ਕਹਿੰਦੇ ਜੀ ਮੇਰਾ ਕੀ ਬਣੂਗਾ? ਕਹਿੰਦੇ ਤੁਸੀਂ ਸਟਾਰ ਪ੍ਰਚਾਰ। ਉਹ ਕਹਿੰਦਾ ਚੰਗਾ ਜੀ ਸਤਿ ਸ੍ਰੀ ਅਕਾਲ ਆਪਾਂ ਚੱਲਦੇ ਜੀ। ਉਹ ਉੱਥੋਂ ਉੱਠਿਆ, ਉਹ ਸਿੱਧਾ ਪ੍ਰਿੰਕਾ ਕੋਲ ਤੇ ਰਾਹੁਲ ਕੋਲ ਲੱਗੀ, ਕਹਿੰਦੇ ਤੁਹਾਨੂੰ ਡੀਕਣ ਦੇ ਸੀ। ਜਦ ਕਿ ਉਹਨਾਂ ਬੜਾ ਮਾਣ ਕੀਤਾ, ਸਤਿਕਾਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਕਿਹਾ ਵੀ ਤੁਸੀਂ ਜਿਸ ਬੰਦੇ ਨੂੰ ਲੈ ਕੇ ਆ ਰਹੇ ਇਹ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦਾ ਜੀ। 2019 ਦੇ ਵਿੱਚ ਇਹਨੂੰ ਬਕਾਇਦਾ ਤੌਰ ਤੇ ਹੈਲੀਕਾਪਟਰ ਦਿੱਤਾ ਗਿਆ ਵੀ ਤੁਸੀਂ ਪੂਰੇ ਹੈਲੀਕਾਪਟਰ ਲਓ, ਤੁਸੀਂ ਹਿੰਦੁਸਤਾਨ 'ਚ ਪ੍ਰਚਾਰ ਕਰਨਾ ਜਾ ਕੇ, ਤੁਸੀਂ ਸਟਾਰ ਪ੍ਰਚਾਰਕ ਜੇ ਜੀ, ਕਰਾਊਡ ਪੁੱਲਰ ਜੇ, ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਸਿੱਧੂ ਸਾਹਿਬ ਇਹ ਦਾਅਵਾ ਕਰਨ ਲੱਗੇ ਵੀ ਜਿਹੜੀਆਂ 52 ਸੀਟਾਂ ਆਈਆਂ ਉੱਥੇ ਜਾ ਕੇ ਮੈਂ ਪ੍ਰਚਾਰ ਕੀਤਾ ਜੀ, ਤਦ ਕਾਂਗਰਸ 52 ਜਿੱਤੀ ਹੈ ਜੀ। ਉਹਨਾਂ ਨੇ ਕਿਹਾ ਵੀ ਠੀਕ ਹੈ ਸਿੱਧੂ ਸਾਹਿਬ ਤੁਹਾਡੇ ਬਾਰੇ ਸੋਚ ਰਹੇ ਕੁਛ ਨਾ ਕੁਛ। ਉਹਨਾਂ ਨੇ ਚੁੱਕ ਕੇ ਇਹਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਤਾ, ਜਦੋਂ ਕਿ ਬਕਾਇਦਾ ਤੌਰ ਤੇ ਦਾ ਸਿਸਟਮ ਇੱਕ ਬਕਾਇਦਾ ਤੋਂ ਥੱਲੇ ਉਤਾਰ ਕੇ ਜੋ ਉੱਪਰ ਤੱਕ ਜੇ ਡੈਲੀਗੇਟ ਵਗੈਰਾ ਚੁਣਦੇ ਸਾਰੇ ਉਹ ਡੈਲੀਗੇਟ ਮੁੜ ਕੇ ਜਾ ਕੇ ਉੱਪਰ ਜਾ ਕੇ ਚੁਣਦੇ ਜੀ। ਉਹ ਸਿਸਟਮ ਖਤਮ ਕਰਦਾ, ਸਿੱਧਾ ਠੋਕ ਦਿੱਤਾ। ਹੁਣ ਸਿੱਧੂ ਸਾਹਿਬ ਦੀਆਂ ਲਾਲਸਾਂ ਵੱਧਦੀਆਂ ਗਈਆਂ, ਉਹ ਕਹਿੰਦੇ ਜੀ ਮੈਨੂੰ ਮੁੱਖ ਮੰਤਰੀ ਬਣਾਓ ਜੀ। ਤੁਹਾਡੇ ਸਾਹਮਣੇ ਹੈ ਚੱਲਦੀ ਕੰਪੇਨ ਦੇ ਵਿੱਚ ਕਿੰਨੀ ਵਾਰੀ ਮੁੱਖ ਮੰਤਰੀ ਤੇ ਇਹਨਾਂ ਨੇ ਹਮਲੇ ਕੀਤੇ ਨੇ। ਬਿਲਕੁਲ ਜੀ। ਲੇਕਿਨ ਚੰਨੀ ਸਾਹਿਬ ਕਹਿੰਦੇ ਨੇ ਜੀ ਇਹ ਪ੍ਰਧਾਨ ਨੇ, ਸਾਡੇ ਸੀਨੀਅਰ ਨੇ, ਸਾਡੇ ਬੌਸ ਨੇ, ਮੈਂ ਇਹਨਾਂ ਦਾ ਦਿਲੋਂ ਸਤਿਕਾਰ ਕਰਦਾ, ਇਹ ਜੋ ਕਹਿਣਗੇ ਅਸੀਂ ਕਰਾਂਗੇ ਜੀ। ਉਹਨਾਂ ਨੇ ਮੌਕਾ ਸੰਭਾਲਿਆ। ਜਦੋਂ ਸਿੱਧੂ ਸਾਹਿਬ ਨੇ ਵੇਖਿਆ ਵੀ ਮੇਰੀ ਦਾਲ ਨਹੀਂ ਗਲ ਰਹੀ ਜੀ,
ਤੇ ਚੰਨੀ ਸਾਹਿਬ ਬਕਾਇਦਾ ਤੌਰ ਤੇ ਇਹਨਾਂ ਦੇ ਜਿਹੜਾ ਹਲਕਾ ਸੀ ਉਹਦੇ ਘੇਰੇ ਘੁੰਮ ਗਏ, ਬਾਕੀ ਹਲਕੇ ਤੇ ਇਸ ਦੇ ਵਿੱਚ ਨਹੀਂ ਆਏ ਜੀ। ਲੋਕਾਂ ਤੇ ਪ੍ਰਭਾਵ ਪਿਆ। ਮੁੜ ਕੇ ਬਕਾਇਦਾ ਤੌਰ ਤੇ ਚੰਨੀ ਸਾਹਿਬ ਨੂੰ 2 ਦਿਨ ਪਹਿਲਾਂ ਜਿਹੜੀ ਬਦਲਾ ਸੀ ਆਪਣਾ 18 ਤੋਂ ਪਹਿਲਾਂ ਜੀ, ਜਦੋਂ ਚੋਣ ਪ੍ਰਚਾਰ ਬੰਦ ਹੋਣਾ ਸੀ, ਬਕਾਇਦਾ ਤੌਰ ਤੇ ਬੁਲਾਇਆ ਗਿਆ, ਬੁਲਾ ਕੇ ਉਹਨਾਂ ਕੋਲ ਰੋਡ ਸ਼ੋਅ ਕਰਾਇਆ ਗਿਆ ਜੀ, ਕਿ ਤੁਹਾਡੇ ਬਿਨਾਂ ਮੇਰੀ ਨਈਆ ਜਿਹੜੀ ਉਹ ਪਾਰ ਨਹੀਂ ਲੰਘਣੀ। ਬਿਲਕੁਲ। ਇਸ ਕਰਕੇ ਹੁਣ ਸਿੱਧੂ ਸਾਹਿਬ ਦੀ ਜਿਹੜੀ ਨਈਆ ਉਹ ਲੱਗਦੀ ਡੁੱਬਦੀ ਲੱਗਦੀ ਆ, ਉਹਨਾਂ ਦੀ ਬੋਲਬਾਣੀ ਕਰਕੇ, ਉਹਨਾਂ ਦੇ ਜ਼ਬਾਨ ਦੇ ਰਸ ਕਰਕੇ। ਜੀ, ਜੇ ਕਿਸੇ ਤੁਰੇ ਜਾਂਦੇ ਨੂੰ ਕਹੋ ਨਾ ਭਾਈ ਉਹ ਤੇਰੇ ਫਾਦਰ ਜਾਂਦੇ ਆ, ਉਹ ਕਹਿੰਦਾ ਬਿਲਕੁਲ ਠੀਕ ਜਾਂਦੇ ਆ ਜੀ, ਉਹ ਖੁਸ਼ ਹੋਊਗਾ। ਤੇ ਜੇ ਕਹੋ ਤੇਰੀ ਮਾਂ ਦਾ ਖਸਮ ਜਾਂਦਾ ਵਾ ਤੇ ਫਿਰ ਅਗਲੇ ਗਾਲੀ ਪੈਣਾ। ਸਿੱਧੂ ਸਾਹਿਬ ਦੀ ਬੋਲਬਾਣੀ ਚ ਇੰਨਾ ਫਰਕ ਜ਼ਰੂਰ ਹੈਗਾ ਵਾ, ਜਿਹੜੀ ਆਉਣ ਵਾਲੇ ਦਿਨਾਂ ਚ ਜਿੱਦਣ ਕਿਤੇ ਨਾ ਅਸਤੀਫਾ ਹੋਣ ਦੇ ਤੱਕ ਪ੍ਰਧਾਨਗੀ ਤੋਂ ਉਹ ਅਸਤੀਫਾ ਉਸ ਵੇਲੇ ਮਨਜ਼ੂਰ ਰਹੇਗਾ, ਨਵਾਂ ਪ੍ਰਧਾਨ ਪੁਆਇੰਟ ਹੋਏਗਾ। ਮੈਂ ਕਿਹਾ ਤੁਸੀਂ ਜਿੱਥੇ ਨਾਲ ਚੱਲ ਜਾਓ, ਤੁਹਾਡੀ ਇਸ ਨੂੰ ਲੋੜ ਨਹੀਂ ਜੀ। ਪੱਟੀ ਸਾਹਿਬ, ਮੇਰਾ ਇੱਕ ਸਵਾਲ ਮਨ ਦੇ ਵਿੱਚ ਉੱਠ ਰਿਹਾ ਸੀ, ਮੈਂ ਕਿਹਾ ਤੁਹਾਨੂੰ ਪੁੱਛ ਲਈਏ, ਸੀਨੀਅਰ ਪੱਤਰਕਾਰ ਹੋ, ਤੁਹਾਨੂੰ ਬੜਾ ਤਜਰਬਾ, ਨੇੜਲਾ ਤਜਰਬਾ। ਸਿੱਧੂ ਸਾਹਿਬ ਦਾ ਫੈਕਟਰ ਕਾਂਗਰਸ ਨੂੰ ਡੁਬਾਉਣ ਦੇ ਵਿੱਚ ਕਿੰਨਾ ਕੁ ਤੁਸੀਂ ਵੇਖਦੇ ਹੋ? ਦੇਖੋ, ਸਿੱਧੂ ਸਾਹਿਬ ਇੱਕ ਸੈਲੀਬ੍ਰਿਟੀ ਹੈ ਜੀ, ਨੌਜਵਾਨ ਤਬਕਾ ਅੱਜ ਵੀ ਉਹਨਾਂ ਦਾ ਸਤਿਕਾਰ ਕਰਦਾ, ਉਹਨਾਂ ਨੂੰ ਪਿਆਰ ਕਰਦਾ ਵਾ ਜੀ। ਲੇਕਿਨ ਜਿਹੜੇ ਕਈ ਲੀਡਰ ਨਾਰਾਜ਼ ਹੋ ਕੇ ਘਰਾਂ 'ਚ ਬਹਿ ਕੇ ਉਹ ਸਿੱਧੂ ਸਾਹਿਬ ਦੇ ਕਰਕੇ ਬੈਠੇ, ਜਿਹਨਾਂ ਕੋਈ 4 ਵੋਟਾਂ ਫੜੀਆਂ ਬੜੀਆਂ ਹੈਗੀਆਂ ਸੀ। ਜੀ, ਮੇਰਾ ਖਿਆਲ ਹੈ ਵੀ ਆਹ ਜਿਹੜਾ ਬਾਸੀ ਮੁੰਡਾ ਵਾ ਦਦੇਸ਼ ਬਾਸੀ ਤੇ ਜੁਗਲ ਕੁਝ ਸ਼ਰਮਾ, ਇਹਨਾਂ 2 ਬੰਦਿਆਂ ਨੂੰ ਨਾਲ ਲੈ ਕੇ ਤੁਰ ਪੈਂਦੇ ਜੀ, ਤੇ ਇਹਨਾਂ ਨੂੰ ਸ਼ਾਇਦ ਇੰਨੀ ਤਰਦਰ ਨਾ ਕਰਨਾ ਪੈਂਦਾ। ਉਹਨਾਂ ਕੋਲ 20-25,000 ਵੋਟ ਹੈਗੀ ਹੈ, ਅੱਜ ਵੀ ਹੈਗੀ ਉਹਨਾਂ ਕੋਲ ਜੀ। ਭਾਵੇਂ ਇਹ ਆ ਵੀ ਕਾਂਗਰਸ ਦਾ ਵਰਕਰ ਬਾਹਰ ਦੇ ਵੋਟੋਂ ਨਹੀਂ ਪਾਉਂਦਾ, ਲੇਕਿਨ ਜਦੋਂ ਉਹ ਇਹ ਲੀਡਰ ਉੱਠਦੇ ਆ ਨਾ ਤੇ ਫਿਰ ਉਹਦੇ ਉਤਸ਼ਾਹ ਵੱਧਦਾ ਵਾ। ਜੇ ਉਹ ਨਹੀਂ ਉੱਠਦੇ ਤੇ ਫਿਰ ਉਤਸ਼ਾਹ ਘਟਦਾ ਵਾ ਜੀ। ਉਹਦੇ ਕਰਕੇ ਸਿੱਧੂ ਸਾਹਿਬ ਨੇ ਨੁਕਸਾਨ ਕਾਫੀ ਕਾਂਗਰਸ ਦਾ ਕੀਤਾ ਵਾ, ਗੱਲਾਂ ਵੱਧ ਕਰਕੇ। ਜਦੋਂ 19 ਮਈ 2019 ਨੂੰ ਤੁਹਾਨੂੰ ਪਤਾ ਹੋਏਗਾ ਜੀ, ਬਠਿੰਡੇ 'ਚ ਰੈਲੀ ਨੂੰ ਸੰਬੋਧਨ ਕੀਤਾ ਸੀਗਾ। ਬਿਲਕੁਲ। ਬੜੀ ਸੋਹਣੀ ਸਪੀਚ ਕੀਤੀ, ਬੱਲੇ ਬੱਲੇ ਹੋਈ, ਸਾਰੇ ਫੇਸਬੁੱਕ ਤੇ ਚੱਲਦੀ ਸੀ, ਆਨਲਾਈਨ ਚੱਲਦੀ ਸੀ, ਬੜਾ ਕੁਛ ਉੱਤੇ ਕਮੈਂਟ ਆਏ ਤੇ ਜਦੋਂ ਕਹਿਤਾ ਵੀ 75-25 ਨਹੀਂ ਰਹਿਣ ਦੇਣੇ ਤੇ 75 ਚੱਲਦੇ, ਸਾਰਾ ਬੇੜਾ ਕਰਕੇ ਵੈਸਾ ਉਹ ਤਾਂ ਕੀ ਕਹਿਣ ਦੀ ਲੋੜ ਸੀ। ਬਿਲਕੁਲ ਜੀ। ਉਹ ਜੰਗ ਜਿੱਤੀ ਹੋਈ ਹਰਾਤੀ ਜਿਹਨਾਂ ਦੇ ਇੱਕ ਬਿਆਨ ਨੇ ਛੋਟੇ ਜਿਹੇ। ਇਸ ਕਰਕੇ ਸਿੱਧੂ ਸਾਹਿਬ ਨੂੰ ਸੋਚ ਕੇ ਬੋਲਣਾ ਚਾਹੀਦਾ ਵਾ, ਔਰ ਕਾਂਗਰਸ ਤੋਂ ਬਾਅਦ ਇਹਨਾਂ ਨੂੰ ਕਿਸੇ ਪਾਰਟੀ ਨੇ ਨਹੀਂ ਲੈਣਾ, ਕਿਉਂਕਿ ਵੀ ਸਭ ਕੁਝ ਵੇਖ ਲਿਆ ਉਹਨਾਂ ਨੇ। ਬੀਜੇਪੀ ਦਾ ਸਵਾਲ ਨਹੀਂ ਪੈਦਾ ਹੁੰਦਾ, ਅਕਾਲੀ ਦਲ ਜਾਣਾ ਨਹੀਂ ਗਾ, ਕਾਂਗਰਸ ਚਲੇਗੀ ਤੇ ਫਿਰ ਜਾਂ ਤੇ ਆਪਣੀ ਪਾਰਟੀ ਬਣਾਉਣਗੇ। ਹੁਣ ਉਹਨਾਂ ਦੇ ਬੰਦੇ ਕਹਿੰਦੇ ਅਗਲੀ ਵਾਰੀ ਸਿੱਧੂ ਸਾਹਿਬ ਆਜ਼ਾਦ ਲੜਨਗੇ, ਉਹਨਾਂ ਪਹਿਲਾਂ ਹੀ ਫੈਸਲਾ ਕਰ ਲਿਆ ਜੀ। ਚਲੋ ਠੀਕ ਆ ਭਾਈ, ਲੜੋ ਆਜ਼ਾਦ, ਲੱਗ ਜੂਗਾ ਪਤਾ। ਕਹਿੰਦੇ ਹੁੰਦੇ ਲੱਗ ਜੂਗਾ ਪਤਾ ਤੇਰੀ ਖਾਨਦਾਨੀ ਦਾ, ਦੁੱਧ ਪੀਤਾ ਜੋ ਬੱਕਰੀ ਬਗਾਨੀ ਦਾ। ਇਸ ਕਰਕੇ ਸਿੱਧੂ ਸਾਹਿਬ ਨੂੰ ਥੋੜਾ ਜਿਹਾ ਆਪਣੀ ਬੋਲਬਾਣੀ ਦੇ ਵਿੱਚ, ਆਪਣੇ ਤੌਰ ਤਰੀਕੇ ਜਿਹੜਾ ਵਾ ਉਹ ਸੁਧਾਰ ਕਰਨਾ ਚਾਹੀਦਾ। ਪ੍ਰੋਜੈਕਟ ਤੁਸੀਂ ਲੈ ਰਹੇ ਹੋ, ਮੈਂ ਤੁਹਾਡੀ ਘਰਵਾਲੀ ਦੀ ਗੱਲ ਨਹੀਂ ਕਰਦਾ, ਤੁਹਾਡੇ ਤੇ ਅਜੇ ਤੱਕ ਕਰਪਸ਼ਨ ਦਾ ਇੱਕ ਵੀ ਦਾਗ ਨਹੀਂ ਹੈਗਾ ਜੀ। ਤੁਸੀਂ ਜੇ ਕੰਮ ਕਿਸੇ ਦਾ ਕੀਤਾ ਹੋਊਗਾ ਤੇ ਕੋਲੋਂ 4 ਪੈਸੇ ਖਰਚ ਕੇ ਕੀਤਾ ਹੋਊਗਾ ਜੀ। ਅੱਜ ਤੱਕ ਅਸੀਂ ਕੋਈ ਪੋਲੀਟੀਸ਼ੀਅਨ ਨਹੀਂ ਵੇਖਿਆ ਜਿਹੜੇ ਹਲਕੇ ਦੇ ਉੱਤੇ ਕੋਈ ਪੀੜਤ ਆ ਗਏ ਲੋਕ ਤੇ ਉਹਨਾਂ ਦੀ ਆਪਣੀ ਜੇਬ ਚੋਂ ਮਦਦ ਕੀਤੀ ਆ ਜੀ। ਇੱਕ ਦਿਨ ਨਹੀਂ, ਕਈਆਂ ਦੀ ਕੀਤੀ ਹੈ। ਉਹ ਸਿੱਧੂ ਸਾਹਿਬ, ਉਹ ਜੋ ਸਿੱਧੂ ਹੈ, ਹੋਰ ਕੋਈ ਨਹੀਂ ਹੈਗਾ। ਲੇਕਿਨ ਫਿਰ ਵੀ ਪਾਰਟੀ ਦੇ ਕੋਈ ਕਾਇਦਾ ਕਾਨੂੰਨ ਹੁੰਦੇ ਆ, ਉਹਦੇ ਕੋਈ ਸਿਧਾਂਤ ਹੁੰਦੇ ਆ, ਉਹਦੇ ਕੋਈ ਨਿਯਮ ਹੁੰਦੇ ਆ, ਉਹਦੇ ਕੋਈ ਰੂਲ ਹੁੰਦੇ, ਉਹਨਾਂ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਰਿੰਗ ਵਿੰਗ ਹੁੰਦੇ ਹੋ ਤੇ ਫਿਰ ਪਾਰਟੀ ਨੂੰ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਇਹਦਾ ਕੀ ਕਰਨਾ ਹੁਣ ਆਪਾਂ ਜੀ। ਬਿਲਕੁਲ। ਪੱਟੀ ਸਾਹਿਬ, ਇੱਕ ਬਿਆਨ ਜਿਹੜਾ ਹੈ ਮੁਸਲਿਮ ਲੜਕੀ ਦਾ ਸਿਸਟਮ ਨੂੰ ਚੁਣੌਤੀ ਦੇਣ ਵਾਲਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਕਿ ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਓ, ਇਸ ਬਿਆਨ ਨੂੰ ਕਿਸ ਸੰਦਰਭ 'ਚ ਦੇਖਦੇ ਹੋ? ਵੇਖੋ, ਜਿੱਥੋਂ ਤੱਕ ਉਸ ਲੜਕੀ ਦੀ ਗੱਲ ਆ ਜੀ, ਮੈਂ ਉਹ ਲੜਕੀ ਬੀਬੀ ਨੂੰ ਸਪਸ਼ਟ ਕਰ ਦੇਵਾਂ, ਜਿਹੜੀ ਦਸਤਾਰ ਆ ਉਹ ਸਾਡੇ ਕਕਾਰਾਂ ਦੇ ਸ਼ਾਮਲ ਨਹੀਂ ਜੀ। 5 ਕਕਾਰਾਂ 'ਚ ਦਸਤਾਰ ਸ਼ਾਮਲ ਨਹੀਂ ਜੀ। ਲੇਕਿਨ ਦਸਤਾਰ ਹਰ ਵਿਅਕਤੀ ਦੀ ਆਮ ਤੇ ਸ਼ਾਨ ਦਾ ਪ੍ਰਤੀਕ। ਹਰ ਧਰਮ ਦੇ ਲੋਕ ਜਦੋਂ ਵੀ ਕੋਈ ਸ਼ਾਦੀ ਵਿਆਹ ਕਰਦੇ, ਹਰ ਧਰਮ ਦੇ ਤੋਂ ਕਿਰਪਾਨ ਵੀ ਫੜਦੇ ਤੇ ਬਕਾਇਦਾ ਤੌਰ ਤੇ ਦਸਤਾਰ ਵੀ ਸੀਂਦੇ ਜੀ।
ਪੁਰਾਣੇ ਰਾਜੇ ਮਹਾਰਾਜ ਜਦੋਂ ਬੈਠਦੇ ਸੀ ਆਪਣੇ ਤਖਤ ਤੇ ਬੈਠਦੇ ਸੀ, ਬਕਾਇਦਾ ਤੌਰ ਤੇ ਦਸਤਾਰ ਸਜਾ ਕੇ ਬੈਠਦੇ ਸੀ ਜੀ। ਵੱਡੇ ਵੱਡੇ ਜਰਨੈਲ ਜਿਹੜੇ ਸੀ ਉਹ ਦਸਤਾਰਾਂ ਸਜਾਉਂਦੇ ਸੀ। ਦਸਤਾਰ ਇੱਕ ਆਨ ਤੇ ਸ਼ਾਨ ਦਾ ਪ੍ਰਤੀਕ ਹੈ ਜਿਹਨੂੰ ਅਸੀਂ ਮੰਨਫੀ ਨਹੀਂ ਕਰ ਸਕਦੇ। ਇਹ ਸ਼ੁਰੂ ਤੋਂ ਹੀ ਜਦੋਂ ਤੋਂ ਸਾਡੀ ਸ੍ਰਿਸ਼ਟੀ ਸਿਰਜੀ ਗਈ, ਜਦੋਂ ਮਨੁੱਖ ਇਸ ਹਾਲਤ ਦੇ ਵਿੱਚ ਆਇਆ, ਉਦੋਂ ਤੋਂ ਅਸੀਂ ਇੱਥੇ ਢੱਕਣਾ ਸ਼ੁਰੂ ਕੀਤਾ ਜੀ। ਤੁਸੀਂ ਸ਼ਾਇਦ ਤੁਹਾਡੀ ਮੈਨੂੰ ਉਮਰ ਦਾ ਨਹੀਂ ਪਤਾ ਕਿੰਨੀ ਆ, ਅੱਜ ਤੋਂ 50 ਸਾਲ ਪਿੱਛੇ ਚੱਲ ਜਾਓ, 45 ਸਾਲ ਪਿੱਛੇ, ਜਦੋਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਦੁਕਾਨਾਂ ਕੱਚੀਆਂ ਹੁੰਦੀਆਂ ਸੀ ਲਾਲਿਆਂ ਦੀਆਂ ਜੀ, ਪੰਡਤਾਂ ਦੀਆਂ ਜੀ। ਉਹ ਕਰਿਆਨੇ ਦੀ ਦੁਕਾਨ ਹੁੰਦੀ ਸੀ ਤੇ ਉੱਥੇ ਜਿਹੜਾ ਬੰਦਾ ਬੈਠਾ ਹੁੰਦਾ ਸੀ ਦੁਕਾਨਦਾਰ, ਉਹ ਬਕਾਇਦਾ ਤੌਰ ਤੇ ਸਿਰ ਤੇ ਚਿੱਟੀ ਪੱਗ ਬੰਨ੍ਹ ਕੇ ਵੀ ਹੁੰਦਾ। ਬਿਲਕੁਲ ਜੀ। ਕਈਆਂ ਨੇ ਬਕਾਇਆ ਤੌਰ ਤੇ ਇੱਕ ਥੱਲੇ ਨੂੰ ਤੇ ਉੱਪਰ ਨੂੰ ਮਾਇਆ ਵਾਲੀ ਪੱਗ ਬੰਨ੍ਹ ਕੇ ਥੱਲੇ ਵੀ ਛੱਡੇ ਹੁੰਦੇ ਸੀ ਜੀ। ਤੇ ਲਾਲਾ ਸਾਰਿਆਂ ਨੂੰ ਸ਼ਾਹ ਜੀ ਕਹਿੰਦੇ, ਸ਼ਾਹ ਜੀ ਫਲਾਣੀ ਚੀਜ਼ ਦੇ ਦਿਓ, ਸ਼ਾਹੀ ਢੇੜ ਜੀ ਦੇ ਦਿਓ, ਇੰਨਾ ਮਾਨ ਸਤਿਕਾਰ ਸ਼ੁਰੂ ਹੁੰਦਾ ਜੀ। ਉਹ ਕੇ ਮੰਨਦੇ ਸੀ ਇਸੇ ਕਰਕੇ ਕਿ ਜਿਹੜੀ ਪੱਗ ਆ ਉਹ ਇੱਕ ਸ਼ਾਨ ਆ, ਆਨ ਆ, ਮਾਣ ਆ, ਸਭ ਕੁਝ ਪੱਗ ਆ। ਇਸ ਕਰਕੇ ਅਸੀਂ ਜਿਹੜੀ ਪੱਗ ਬੰਨ੍ਹਦੇ ਆ, ਅਸੀਂ ਪੱਗ ਬੰਨ੍ਹਦੇ ਆਪਣੇ ਇੱਕ ਧਾਰਮਿਕ ਚਿੰਨ੍ਹ ਨੂੰ ਢੱਕਣ ਵਾਸਤੇ ਜੀ। ਜਦੋਂ ਸਾਡੀ ਦਸਤਾਰ ਦੀ ਕੋਈ ਲੋਧਾ, ਉਦੋਂ ਸਾਡੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਹੁੰਦੀ ਹੈ, ਕੇਸਾਂ ਦੀ ਬੇਅਦਬੀ ਹੁੰਦੀ ਹੈ। ਇੱਕ ਵਾਰੀ ਜੀ ਅਕਾਲੀ ਦਲ ਦੀ ਰੈਲੀ ਸੀ, ਉਦੋਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਤਾਂ ਉਦੋਂ ਬਰਨਾਲਾ ਸਾਹਿਬ ਸ਼ਾਇਦ ਮੁੱਖ ਮੰਤਰੀ ਸੀ ਤੇ ਉਹਨਾਂ 'ਚ ਮਾਲ ਮੰਤਰੀ ਬਣੇ ਸੀ ਉੱਭੋ ਕੇ ਜੀ। ਉਹਨਾਂ ਦੀ ਅਨੰਦਪੁਰ ਸਾਹਿਬ ਹੈਗੀ ਸੀ ਰੈਲੀ ਸੀਗੀ, ਤੇ ਉੱਥੇ ਬਕਾਇਦਾ ਤੌਰ ਤੇ ਬੜਾ ਕਾਨਫਰੰਸ ਸੀ, ਬੜਾ ਤਕੜਾ ਇਕੱਠ ਹੋਇਆ ਤੇ ਉਹਨਾਂ ਦੇ ਇੱਕ ਮਨਜੀਤ ਸਿੰਘ ਹੁੰਦਾ ਸੀ ਜਨਰਲ ਸੈਕਟਰੀ ਜੀ। ਉਹਨੂੰ ਦੂਸਰੇ ਤਲੇ ਦੇ ਫੜ ਕੇ ਕੁੱਟ ਕੱਤਿਆ, ਉਹਦੀ ਪੱਗ ਨੂੰ ਖਿਲਾਰਤੀ, ਬਾਲ ਨੂੰ ਖਿਲਾਰਤੇ। ਉੱਥੋਂ ਪੱਗ ਜਿਹੜੀ ਸੀ ਗੱਲ 'ਚ ਪਈ, ਵਾਲ ਖਿਲਰੇ ਤੇ ਅਗਲੇ ਪਾਸੇ ਮਿਲ ਗਿਆ ਉਹਨੂੰ ਮੇਜਰ ਸਿੰਘ ਉੱਭੋ ਕੇ। ਉਹਨੂੰ ਕਹਿੰਦਾ ਵੀ ਖੁਜਹਿਦਾ ਜੀ ਮੇਰੇ ਨਾਲ ਬੜੀ ਮਾੜੀ ਕੀਤੀ ਆ, ਗੁਰੂ ਦੀ ਦਸਤਾਰ ਜਿਹੜੀ ਹੈ ਮੇਰੀ ਖਿਲਾਰਤੀ ਹੈ, ਮੇਰੇ ਦਸਤੇ ਕੇਸ ਜਿਹੜੇ ਨੇ ਬੇਅਦਬੀ ਕੀਤੀ ਜੀ। ਤੇ ਮੇਜਰ ਸਿੰਘ ਉੱਭੋ ਕੇ ਬੜਾ ਉੱਚੀ ਬੋਲਦੇ ਸਨ। ਉਹਨਾਂ ਨੇ ਉਹਨੂੰ ਕੀ ਕਿਹਾ ਸੀ, ਮੈਂ ਬਕਾਇਦਾ ਤੌਰ ਤੇ ਮੁਲਕ ਤੇ ਆਰਟੀਕਲ ਵੀ ਲਿਖਿਆ ਸੀਗਾ, ਫਿਰ ਦੱਸਿਆ ਸੀ ਕਿਹਨੇ ਉਹਦੇ ਚ ਲਿਖਿਆ ਸੀ ਵੀ ਕਿਹਨੇ ਕਿਹਦੀ ਤੇ ਕਦੋਂ ਦਸਤਾਰ ਲਾਈ, ਸਾਰੇ ਮਿਸ਼ਨ ਦਿੱਤੇ ਸੀ ਉਹਦੇ ਵਿੱਚ ਜੀ। ਤੇ ਮੇਜਰ ਸਿੰਘ ਉੱਭੋ ਨੂੰ ਕੀ ਕਹਿੰਦਾ, ਉਹ ਮਨਜੀਤ ਸਿੰਘ ਗੁੱਸਾ ਨਹੀਂ ਕਰੀਦਾ ਹੁੰਦਾ, ਸਾਡਾ ਅਕਾਲੀ ਦਲ ਦਾ ਅਸੂਲ ਆ ਕਿ ਦਸਤਾਰ ਲਵਾ ਕੇ ਤੇ ਕੇਸ ਲਾ ਕੇ ਪੱਕਾ ਤੇ ਚੱਕਾ ਜੇ ਚੰਗਾ ਅਕਾਲੀ ਦਲ ਬਣਦਾ, ਅਕਾਲੀ ਲੀਡਰ ਬਣਦਾ ਜੀ। ਅੱਜ ਤੂੰ ਪੱਕਾ ਅਕਾਲੀ ਹੋ ਗਿਆ ਵਾ, ਅੱਗੇ ਤੂੰ ਕੱਚਾ ਅਕਾਲੀ ਸਨ। ਇਹ ਨਹੀਂ ਉੱਤੇ ਦੁੱਖ ਪ੍ਰਗਟ ਕੀਤਾ ਵੀ ਮਾੜੀ ਗੱਲ ਹੈ ਜਿਹਨੇ ਲਾਈ, ਆਪਾਂ ਗੱਲ ਕਰਦੇ ਜਾ ਕੇ ਤਾਂ ਪੱਕਾ ਅਕਾਲੀ ਬਣ ਗਿਆ ਵਾ। ਦਸਤਾਰ ਲਵਾਉਣ ਤੇ ਛਿੱਤਰ ਪੌਦੇ ਤੋਂ ਬਾਅਦ ਦਸਤਾਰ ਲਾਉਣ ਤੇ ਛਿੱਤਰ ਪੌਦੇ ਤੋਂ ਬਾਅਦ ਹੀ ਪੱਕਾ ਅਕਾਲੀ ਬਣਦਾ ਜੀ। ਇਹ ਦਸਤਾਰ ਸਾਡੀ ਜਿਹੜੀ ਅੱਜ ਦਸਤਾਰ ਸਾਡੀ ਕੋਲੋਂ ਸੀ, ਉਸ 295 ਦੇ ਪੱਤਰ ਦੀ ਕਰਾ ਦੇ। ਲੇਕਿਨ ਇਹ ਬੀਬੀ ਨੇ ਕੀ ਕਿਹਾ, ਇਹਨੇ ਹਜ਼ਾਬ ਦੀ ਗੱਲ ਕੀਤੀ ਹੈ ਕਿ ਹਜ਼ਾਬ ਨਹੀਂ ਰਾਹ ਦਿੰਦੇ, ਕੋਈ ਗੱਲ ਨਹੀਂ, ਪਹਿਲਾਂ ਸਿੱਖਾਂ ਨੂੰ ਸਿੱਖਾਂ ਦੇ ਪਾਸੇ ਹੋ, ਉਹਨੇ ਦਸਤਾਰ ਤੇ ਲੁਆ ਕੇ ਵਿਖਾਓ, ਤੁਸੀਂ ਸਾਡੇ ਹਜ਼ਾਬ ਦੀ ਗੱਲ ਕਰਦੇ ਜੀ। ਅਸੀਂ ਬੀਬੀ ਜੀ ਨੂੰ ਕਹਾਂਗੇ, ਬੀਬੀ ਜੀ ਤੁਸੀਂ ਆਪਣੇ ਹਜ਼ਾਬ ਨੂੰ ਜਿਹੜਾ ਵਾ ਉਹ ਸਿੱਖਾਂ ਦੀ ਦਸਤਾਰ ਨਾਲ ਨਾ ਜੋੜੋ, ਆਪਣੇ ਵੱਡ ਵਡੇਰਿਆਂ ਨੂੰ ਪੁੱਛੋ, ਤੁਹਾਡੇ ਵੱਡ ਵਡੇਰੇ ਦਸਤਾਰ ਸਜਾਉਂਦੇ, ਕਦੀ ਦਸਤਾਰ ਤੇ ਕਿਸੇ ਨੇ ਕਿੰਤੂ ਕੀਤਾ? ਨਾਲੇ ਉੱਥੋਂ ਦੀ ਸਰਕਾਰ ਨੇ ਕਹਿ ਦਿੱਤਾ ਵੀ ਮਾਮਲਾ ਕੋਰਟ ਦੇ ਵਿੱਚ, ਸਾਨੂੰ ਕੋਈ ਇਤਰਾਜ਼ ਨਹੀਂ, ਤੇ ਜਾਂਦੇ ਨੇ ਹਜ਼ਾਬ ਪਾ ਕੇ ਜਾਂਦੀਆਂ ਕੁੜੀਆਂ ਚੱਲ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਕਰਨਾਟਕਾ ਸਰਕਾਰ ਨੇ ਬਕਾਇਆ ਤੌਰ ਤੇ ਕਹਿ ਦਿੱਤਾ, ਸਕੂਲ ਨੇ ਯੂਨੀਫਾਰਮ ਲਾਤੀ ਹੈ। ਉਹਨੇ ਕਿਹਾ ਜੀ, ਜਦੋਂ ਕਿਹਾ ਸੀ ਵੀ ਹਜ਼ਾਬ ਰੱਖੋ ਜਾਂ ਕਿਤਾਬ ਰੱਖੋ, ਉੱਥੇ ਬਕਾਇਦਾ ਤੌਰ ਤੇ ਜਿਹੜੇ RS ਦੇ ਬੰਦੇ ਸੰਬੰਧਤ ਸੀ, ਨੌਜਵਾਨ ਮੁੰਡੇ, ਉਹ ਗਲ ਦੇ ਵਿੱਚ ਪੀਲੇ ਪਟਕੇ ਪਾ ਕੇ ਤੇ ਬੀਬੀਆਂ ਨੂੰ ਘੇਰ ਕੇ ਖਲੋਦੇ ਸੀ, ਜਾਂ ਹਜ਼ਾਬ ਰੱਖੋ ਜਾਂ ਹੱਥ 'ਚ ਕਿਤਾਬ ਰੱਖੋ ਜੀ। ਦੋਵਾਂ 'ਚ ਇੱਕ ਚੋਲੇ ਦਾ ਬਲੀ ਚੁਣਨਾ। ਉਹਨਾਂ ਨੂੰ ਕੀ ਅਧਿਕਾਰ ਉੱਥੇ ਕਹਿਣ ਦਾ? ਸਕੂਲ ਨੇ ਯੂਨੀਫਾਰਮ ਲਾਤੀ, ਮੈਨੂੰ ਤੁਹਾਡਾ ਦਾ ਪਤਾ ਨਹੀਂ, ਸਾਡੇ ਵਾਲੇ ਸਕੂਲ ਚ ਵਾਕਿਆ ਯੂਨੀਫਾਰਮ ਹੁੰਦੀ ਸੀ ਜੀ, ਨਾਭੀ ਪੱਗ ਹੁੰਦੀ ਸੀ, ਚਿੱਟੀ ਕਮੀਜ਼ ਹੁੰਦੀ ਸੀ ਤੇ ਬਕਾਇਦਾ ਤੌਰ ਤੇ ਸਾਡੀ ਖਾਕੀ ਰੰਗ ਦੀ ਪੈਂਟ ਹੁੰਦੀ ਸੀ ਜੀ। ਸ਼ਨੀਵਾਰ ਜਿਹੜੇ ਸੀ ਨਾ ਮਰਜ਼ੀ ਕੱਪੜੇ ਪਾ ਕੇ, ਬਾਕੀ 4 ਦਿਨ ਜਾਣੇ ਸੀ, 5 ਦਿਨ ਜਾਣੇ ਸੀ, ਬਕਾਇਦਾ ਤੌਰ ਤੇ ਯੂਨੀਫਾਰਮ ਪਾ ਕੇ ਜਾਣਾ ਪੈਂਦਾ ਸੀ। ਯੂਨੀਫਾਰਮ ਦਾ ਮਤਲਬ ਯੂਨੀਫਾਰਮ, ਏਕਤਾ, ਇੱਕੋ ਜਿਹੀ ਦੱਸਣ, ਕਿਸੇ ਕੋਈ ਤੇਰ ਮੇਰ ਨਾ ਹੋਵੇ, ਕੋਈ ਅਮੀਰ ਗਰੀਬ ਨਾ ਦੱਸੇ ਕੋਈ। ਬਿਲਕੁਲ ਜੀ। ਜੇ ਸਕੂਲ ਨੇ ਯੂਨੀਫਾਰਮ ਲਾਤੀ ਤਾਂ ਤੁਹਾਨੂੰ ਉਹਦੀ ਜਿਹੜੀ ਪਾਲਣਾ ਕਰਨੀ ਚਾਹੀਦੀ ਆ। ਅੱਜ ਵੀ ਕਰੀਬ 30 ਕੰਟਰੀ ਦੇ ਮੁਸਲਮਾਨਾਂ ਦੇ ਜਿਨ੍ਹਾਂ ਦੇ ਉੱਤੇ ਹਜ਼ਾਬ ਦਾ ਬੁਰਕਾ ਨਹੀਂ ਪਾਇਆ ਜਾਂਦਾ ਜੀ। ਜੀ। ਇੱਕ ਹੋਰ ਮਾਮਲਾ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਜੀ ਕਿ ਰਾਮ ਰਹੀਮ ਹਾਰਡਕੋਰ ਅਪਰਾਧੀ ਹੈ ਜਾਂ ਨਹੀਂ,
ਇਸ ਤੇ ਵੀ ਫੈਸਲਾ ਜਿਹੜਾ 25 ਫਰਵਰੀ ਨੂੰ ਹੋਵੇਗਾ, ਇਹਦੇ ਬਾਰੇ ਕੀ ਜਾਣਕਾਰੀ ਹੈ? ਜਿਹੜੀ ਸੱਚਾ ਸੌਦਾ ਨੇ ਬਾਬਾ ਗੁਰਮੀਤ ਰਾਮ ਰਹੀਮ ਆ, ਉਹਨੂੰ ਪੈਰੋਲ ਨੂੰ ਮਿਲਣ ਦੇ ਉੱਤੇ ਜਿਹੜਾ ਮਾਮਲਾ ਉਹ ਪੈਂਡਿੰਗ ਪਿਆ ਹੈ ਜੀ। ਉਹਦੇ ਵਿੱਚ ਨਾਲ ਸੁਣਵਾਈ ਹੋ ਰਹੀ ਆ ਤੇ ਨਾਲ ਉਹਦੇ ਵਿੱਚ ਬਕਾਇਦਾ ਤੌਰ ਤੇ ਪਟੀਸ਼ਨ ਪਾਉਣ ਵਾਲੇ ਕਿਹਾ ਕਿ ਉਹ ਹਾਰਡ ਕੋਡ ਅਪਰਾਧੀ ਆ, ਉਹਨੂੰ ਪੈਰੋਲ ਕਿਵੇਂ ਜੀ, ਜਿਹਦੇ ਅਜੇ ਕਈ ਕੇਸ ਜਿਹੜੇ ਕਿ ਸਜ਼ਾ ਹੋ ਗਈ ਵੱਖਰੀ ਗੱਲ ਆ, ਕਈ ਕੇਸ ਅਜੇ ਵੀ ਵਿਚਾਰ ਦੀ ਸੁਣਵਾਈ ਚ ਨੇ ਜੀ। ਉਹ ਬੰਦੇ ਨੂੰ ਤੁਸੀਂ ਪੈਰੋਲ ਕਿਵੇਂ ਦੇ ਦਿੱਤੀ ਹੈ? ਹਾਰਡ ਕੋਰ ਹੈ ਜਾਂ ਨਹੀਂ? ਅੱਜ ਉੱਤੇ ਬਕਾਇਦਾ ਤੌਰ ਤੇ ਹਾਈ ਕੋਰਟ ਸੁਣਵਾਈ ਹੋਈ ਤੇ ਹਾਈ ਕੋਰਟ ਨੇ ਕਿਹਾ ਕਿ ਜਿਹੜੀ ਤੁਸੀਂ ਇਹਨੂੰ ਦਿੱਤੀ ਹੈ ਨਾ, ਪੈਰੋਲ ਦਿੱਤੀ ਹੈ, ਉਹ ਸਾਰਾ ਰਿਕਾਰਡ ਲੈ ਕੇ ਆਓ, ਉਹ ਲੈਟਰ ਲੈ ਕੇ ਆਓ, ਇਹਦਾ ਹਾਰਡ ਕੋਰ ਲਿਖਿਆ ਕਿ ਨਹੀਂ ਲਿਖਿਆ, ਉਹ 'ਚ ਕੀ ਲਿਖਿਆ ਤੁਸੀਂ ਉਹਦੇ ਵਿੱਚ। ਉਹਦੇ ਬਾਰੇ ਹੁਣ 27 ਤੱਕ ਪੈਰੋਲ ਆ ਜੀ, 28 ਨੂੰ ਵਾਪਸੀ ਹੈ ਬਾਬੇ ਦੀ ਜੇਲ੍ਹ ਦੇ ਵਿੱਚ, 25 ਤਰੀਕ ਨੂੰ ਇੱਥੇ ਡਿਸਾਈਡ ਹੋਏਗਾ। ਨਾਲ ਉਹਨਾਂ ਨੇ ਕਿਹਾ ਵੀ ਜੈਡ ਪ੍ਰੈਸ ਰੱਖਿਆ ਨੂੰ ਕਿਉਂ ਇੱਕ ਵੀ ਦਿੱਤੀ ਗਈ ਹੈ ਵੀ ਬਕਾਇਦਾ ਤੌਰ ਤੇ ਖਤਰਾ ਸੀਗਾ, ਕੋਈ ਸਾਨੂੰ CID ਤੋਂ ਇਨਫੋਰਮੇਸ਼ਨ ਸੀਗੀ ਵੀ ਇਹਦੇ ਤੇ ਡਰੋਨ ਰਾਹੀਂ ਹਮਲਾ ਹੋ ਸਕਦਾ, ਇਸ ਕਰਕੇ ਜੈਡ ਚੁੱਕ ਦਿੱਤੀ ਹੈ। ਜੈਡ ਸੁਰੱਖਿਆ ਤੋਂ ਇਲਾਵਾ 300 ਬੰਦਾ ਤੁਸੀਂ ਉਹਦੀ ਸਿਕਿਉਰਿਟੀ ਵਾਸਤੇ ਲਾਇਆ, 100 ਬੰਦਾ ਐਟ ਏ ਟਾਈਮ 8 ਘੰਟੇ ਡਿਊਟੀ ਹੁੰਦੀ ਹੈ, 300 ਬੰਦਾ ਜਿਹੜਾ ਵਾ 100 ਘੰਟਾ ਡਿਊਟੀ ਦਿੰਦਾ ਵਾ, ਉਹ ਥੋੜਾ ਸੀਗਾ। ਤੁਸੀਂ ਕਿਹਾ ਤਾਂ ਜੈਟ ਸੁੱਖ ਦਿੱਤੀ ਹੈ, ਦੇ ਦਿਓ, ਕੋਈ ਗੱਲ ਨਹੀਂ ਭਾਈ। ਇਹਦੇ ਤੇ ਵੀ ਵਿਚਾਰ ਚਰਚਾ ਜਿਹੜੀ ਉਹ 25 ਤਰੀਕ ਨੂੰ ਹੋਏਗੀ ਤੇ 25 ਨੂੰ ਹੁਣ ਉਹ ਡੇਟ ਪਾਉਂਦੇ ਆ ਜਾਂ ਹਾਈ ਕੋਰਟ ਆਪਣਾ ਫੈਸਲਾ ਕਰਾਉਂਦੀ ਹੈ ਕਿ ਇਹਨੂੰ ਦੁਬਾਰਾ ਪੈਰੋਲ ਮਿਲ ਸਕਦੀ ਹੈ ਜਾਂ ਨਹੀਂ ਮਿਲ ਸਕਦੀ, ਕਿਆ ਕਾਨੂੰਨ ਦੇ ਤਹਿਤ ਪੈਰੋਲ ਮਿਲੀ ਹੈ ਕਿ ਨਹੀਂ ਮਿਲੀ, ਕਿਆ ਇਹ ਹਾਰਡਕੋਰ ਆ। ਕਿਉਂਕਿ ਵਿਵੇਕ ਸੈਣੀ ਜਿਹੜੇ ਵਕੀਲ ਸੀ ਨਾ, ਕੱਲ ਕਹਿਤਾ ਸੀ ਕਿ ਇਹਨਾਂ ਦਾ ਕਿਸੇ ਵੀ FIR ਸਿੱਧਾ ਨਾਂ ਨਹੀਂ, ਤਫਤੀਸ਼ ਬਾਅਦ ਚ ਪਾਇਆ ਗਿਆ 120 ਦੇ ਬੀਚ ਵਿੱਚ ਵੀ ਇਹ ਬੰਦਾ ਸ਼ਾਮਲ ਹੈ ਦੇ ਵਿੱਚ ਹੈਗਾ, ਇਸ ਕਰਕੇ ਇਹ ਹਾਰਡਕੋਰ ਨਹੀਂ। ਹੁਣ ਇਹ ਕੋਰਟ ਫੈਸਲਾ ਕਰੇਗੀ ਵੀ ਇਹ ਹਾਰਡਕੋਰ ਹੈ ਨਹੀਂ, ਉਹ 25 ਨੂੰ ਫੈਸਲਾ ਹੋਏਗਾ ਜੀ। ਜੀ ਬਰਾੜ ਸਾਹਿਬ। ਹਾਂਜੀ ਜੀ ਬਰਾੜ ਸਾਹਿਬ। ਰਾਮ ਰਹੀਮ ਦੀ ਗੱਲ ਤਾਂ ਹੋ ਗਈ ਸਰ। ਇੱਕ ਪ੍ਰਿयंका ਗਾਂਧੀ ਜਿਹੜਾ ਨਾਰਾ ਸੁਨੀਲ ਜਾਖੜ ਸਾਹਿਬ ਪੰਜਾਬ ਵਿੱਚ ਵੀ ਲਾਗੂ ਕਰਦੇ ਨਜ਼ਰ ਆਏ ਕਿ ਲੜਕੀ ਹੂੰ ਲੜ ਸਕਦੀ ਹੂੰ। ਅਬੋਹਰ ਪੋਲਿੰਗ ਬੂਥ ਤੋਂ ਪੋਲਿੰਗ ਏਜੰਟ ਲੜਕੀਆਂ ਜਿਹੜੀਆਂ ਉਹ ਦੇਖੀਆਂ ਗਈਆਂ। ਸੁਨੀਲ ਜਾਖੜ ਦਾ ਉਪਰਾਲਾ ਸੀ, ਇਹਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਬਕਾਇਦਾ ਤੌਰ ਤੇ ਅੱਜ ਇਹ ਜਿਹੜੇ ਮਜੀਠੀਆ ਸਾਹਿਬ ਦੀ ਜਿਹੜੀ ਸੀ ਇਹਨਾਂ ਐਂਟੀ ਸੈਕਟਰੀ ਬੇਲ ਲਾਈ ਸੀ ਇਹਨਾਂ ਵਕੀਲ ਨੇ ਜੀ, ਉਹ ਕੋਰਟ ਨੇ ਡਿਸਮਿਸ ਕਰ ਦਿੱਤੀ ਹੈ। ਅੱਛਾ ਜੀ। ਇਹਦੇ ਤੇ ਅੱਗੇ ਜਾ ਕੇ ਫਿਰ ਗੱਲ ਕਰਾਂਗੇ ਆਪਾਂ। ਮਤਲਬ ਮਜੀਠੀਆ ਸਾਹਿਬ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਜੀ। ਹੁਣ ਉਹਨਾਂ ਨੂੰ ਬਕਾਇਦਾ ਤੌਰ ਤੇ ਸਿੱਟ ਦੇ ਸਾਹਮਣੇ ਪੇਸ਼ ਹੋਣਾ ਪਊਗਾ ਕਿਉਂਕਿ ਪਹਿਲਾਂ ਉਹਨਾਂ ਦੀ ਬੇਲ ਬਕਾਇਦਾ ਤੌਰ ਤੇ ਸੈਸ਼ਨ ਕੋਰਟ ਤੇ ਹਾਈ ਕੋਰਟ ਰੱਦ ਕਰ ਚੁੱਕੇ ਜੀ। ਈਵਨ ਇੱਥੇ ਤੱਕ ਸੁਪਰੀਮ ਕੋਰਟ ਨੇ ਇੰਨੀ ਗੱਲ ਕਹੀ ਸੀ ਵੀ ਤੁਸੀਂ ਟ੍ਰਾਇਲ ਕੋਰਟ ਜਾਓ, ਉੱਥੇ ਜਾ ਕੇ ਪੇਸ਼ ਹੋ ਤੇ ਉੱਥੇ ਆਪਣੀ ਬੇਲ ਲਾਓ ਜੀ। ਐਂਟੀ ਸਪਿਕਟਰੀ ਬੇਲ ਜਿਹੜੀ ਅੱਜ ਉਹਨਾਂ ਨੇ ਰੱਦ ਕਰ ਦਿੱਤੀ ਇਹਨਾਂ ਦੀ ਬਕਾਇਦਾ ਤੌਰ ਤੇ। ਹੁਣ ਅੱਗੇ ਵੇਖੋ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਆ ਜਾਂ ਇਹਨਾਂ ਦੇ ਬੰਦੇ ਨੇ ਉਹ ਕੀ ਜਿਹੜਾ ਵਾ ਸੋਰੀ ਇਹ ਪੁਰਾਣੀ ਖਬਰ ਹੈ, ਪੁਰਾਣੀ ਖਬਰ ਮੇਰੇ ਸਾਹਮਣੇ ਖੁੱਲ ਗਈ ਸੀ। ਪੁਰਾਣੀ ਮੈਂ ਜਿਹੜੀ ਲੱਭਣਿਆ ਖਬਰ ਚੱਲਣਾ ਬਜਾਦੀ ਬਣੀ, ਇਹ ਜੁਲਾਈ ਜਨਵਰੀ ਦੀ ਹੈ ਜੀ। ਹੁਣ ਅਗਲੀ ਗੱਲ ਕਰਦੇ ਜਿਹੜੀ ਗੱਲ ਤੁਸੀਂ ਕੀਤੀ ਹੈ ਜੀ। ਜੀ ਬਿਲਕੁਲ। ਜਿਹੜਾ ਲੜਕੀ ਹੂੰ ਲੜ ਸਕਦੀ ਹੂੰ, ਜਿਹੜੀ ਲੜਕੀ ਹੂੰ ਪ੍ਰਿयंका ਗਾਂਧੀ ਦਾ ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਮੈਂ ਕਿਹਾ ਕਿਸੇ ਵੀ ਬੂਥ ਤੇ ਕੋਈ ਲੜਕੀ ਪੋਲਿੰਗ ਏਜੰਟ ਨਹੀਂ ਹੋਏਗੀ ਜੀ। ਇਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਪੋਲਿੰਗ ਬੂਥ ਅਬੋਹਰ ਦੇ ਵਿੱਚ ਲੜਕੀਆਂ ਜਿਹੜੀਆਂ ਸੀ ਆਪਣੀ ਕਾਂਗਰਸ ਪਾਰਟੀ ਵੱਲੋਂ ਪੋਲਿੰਗ ਬੂਥ ਤੇ ਏਜੰਟ ਬਣਾਈਆਂ ਸੀਗੀਆਂ ਜੀ ਤੇ ਲਿਖ ਕੇ ਲਾਇਆ ਸੀ ਲੜਕੀ ਹੂੰ ਲੜ ਸਕਤੀ ਹੂੰ ਜੀ। ਮਤਲਬ ਜਿਹੜਾ ਨਾਰਾ ਬਕਾਇਦਾ ਤੌਰ ਤੇ ਯੂਪੀ 'ਚ ਦਿੱਤਾ ਗਿਆ ਵਾ ਬੀਬੀ ਪ੍ਰਿयंका ਗਾਂਧੀ ਨੇ ਉਸ ਨਾਰੇ ਨੂੰ ਬੁਲੰਦ ਪੰਜਾਬ 'ਚ ਕੀਤਾ ਵਾ ਜੀ। ਹੁਣ ਅਗਾਂਹ ਜਿਹੜੀਆਂ ਚੋਣਾਂ ਹੋਣਗੀਆਂ ਉੱਥੇ ਇਹ ਪ੍ਰਵਿਰਤੀ ਆਮ ਜਾਣ ਕੇ ਹਰ ਪਾਰਟੀ ਕੋਲ ਵੀ ਲੜਕੀਆਂ ਨੂੰ ਬਰਾਬਰ ਦੇ ਅਧਿਕਾਰ ਚਾਹੀਦੇ ਆ ਜੀ। 1304 ਉਮੀਦਵਾਰ ਬਕਾਇਦਾ ਤੌਰ ਤੇ ਚੋਣ ਲੜੇਂਗੇ ਜੀ ਤੇ 1304 ਦੇ ਵਿੱਚ ਸਿਰਫ 93 ਔਰਤਾਂ ਨੇ ਕਿੰਨੇ % ਬਣੀਆਂ ਤੁਸੀਂ ਆਪ ਕਰ ਲਓ
ਜੀ ਇਸ ਕਰਕੇ ਅਜੇ ਤੱਕ ਕੋਈ ਪ੍ਰਵਿਰਤੀ ਸਾਡੇ ਨਹੀਂ ਆਈ, ਲੇਕਿਨ ਵੋਟਾਂ ਜਿਹੜੀਆਂ ਐਤਕੀ ਪਾਈਆਂ ਨੇ ਉਹ 7.91% ਜਿਹੜੀਆਂ ਔਰਤਾਂ ਨੇ ਵੱਧ ਪਾਈਆਂ। ਮੈਂ ਯੂਪੀ ਦੀ ਗੱਲ ਕਰਦਾ, ਜੋ ਸਟੇਟਾਂ ਦੀ ਗੱਲ ਕਰਦਾ, ਉੱਥੇ ਵਾਕਈ ਔਰਤਾਂ ਵੱਧ ਵੋਟਾਂ ਪਾਉਂਦੀਆਂ। ਪੰਜਾਬ ਦੇ ਵਿੱਚ ਪਹਿਲੀ ਵਾਰ ਪਾਈਆਂ, ਪਿਛਲੀ ਵਾਰ 0.11% ਸੀਗੇ, ਉਸ ਤੋਂ ਪਿਛਲੇ 0.8% ਸੀ, ਐਤਕੀ 7.91% ਦੀਆਂ ਵੋਟਾਂ ਵੱਧ ਪਾਈਆਂ ਨੇ। ਇਹ ਔਰਤਾਂ ਦੀ ਜਾਗਰੂਕਤਾ ਦੀ ਗੱਲ ਕਰਦੇ ਵੀ ਜਾਗਰਤੀ ਆਈ ਵੀ ਸਾਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ। ਤੁਹਾਨੂੰ ਪਤਾ ਪਹਿਲਾਂ ਕੀ ਹੁੰਦਾ ਸੀ, ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਹੁੰਦਾ ਸੀ ਵੀ ਠੀਕ ਹੈ ਜੀ, ਚੱਲਦੇ ਆ ਜੀ ਆਪਾਂ ਇਕੱਠੇ ਜੀ, ਆਪਣੇ ਆਦਮੀ ਨੂੰ ਨਾਲ ਲੈ ਕੇ ਜਾਂ ਕਿਤੇ ਮੇਲ ਮੈਂਬਰ ਨੂੰ ਨਾਲ ਲੈ ਕੇ ਵੋਟ ਪਾ ਕੇ ਆ ਜਾਂਦੀਆਂ ਬੀਬੀਆਂ, ਜੇ ਨਹੀਂ ਆਇਆ ਤਾਂ ਨਹੀਂ ਪਹੁੰਚਦੇ ਸੀ। ਹੁਣ ਬੀਬੀਆਂ ਆਪੇ ਜਾਣ ਲੱਗ ਪਈ ਕਿ ਭਾਰ ਭਾਵੇਂ ਨਹੀਂ ਕਿ ਚਲੋ ਜੀ ਵੋਟ ਪਾਈ ਸਕਦੇ ਸੋਚ ਲਿਆ ਕੇ ਆਪਾਂ ਜੀ 8 ਵਜੇ ਲੱਗਣ ਲੱਗੀਆਂ ਸੀ ਬੀਬੀਆਂ ਦੀਆਂ, ਉਹਨਾਂ ਨੇ ਵੋਟ ਪਾਈ ਆ ਤੇ ਪਹਿਲੀ ਵਾਰੀ ਬਕਾਇਦਾ ਤੌਰ ਤੇ ਕਿਸੇ ਬੂਥ ਦੇ ਵਿੱਚ ਅਬੋਹਰ ਦੇ ਵਿੱਚ ਜਿਹੜੇ ਸਾਡੇ ਸੁਨੀਲ ਜਾਖੜ ਹੋਈ ਆ ਉਹਨਾਂ ਨੇ ਨਾਅਰਾ ਬੁਲੰਦ ਕੀਤਾ ਪ੍ਰਿੰਕਾ ਗਾਂਧੀ ਦਾ, ਤੇ ਉੱਥੇ ਆਪਣੀਆਂ ਕਾਂਗਰਸ ਦੇ ਜਿਹੜੇ ਏਜੰਟ ਬਿਠਾਏ ਗਏ ਸੀ ਅੰਦਰ, ਉਹ ਅਬੋਹਰ ਦੇ ਵਿੱਚ ਉਹਨਾਂ ਨੇ ਲਟਕੀਆਂ ਬਿਠਾਈਆਂ ਨੇ। ਪੰਜਾਬ ਦੇ ਵਿੱਚ ਜਿਹੜੀਆਂ ਖਬਰਾਂ ਨੇ ਉਹ ਤਾਂ ਚੱਲ ਰਹੀਆਂ ਨੇ, ਤੇ ਇੱਕ 92-164 ਤੇ ਸਾਡੇ ਕੋਲ ਆਨਲਾਈਨ ਸਾਡੇ ਨਾਲ ਜੁੜ ਰਹੇ ਨੇ ਟੈਲੀਫੋਨ ਦੇ ਜ਼ਰੀਏ। ਵੇਖਦੇ ਹਾਂ ਕੌਣ ਨੇ। ਆਪਣਾ ਨੰਬਰ ਹੈ ਜੀ ਬਸਤਾਵ ਸਿੰਘ ਨੰਬਰ ਜੀ ਜੀ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਜਸਬੀਰ ਸਿੰਘ ਪੱਟੀ ਸਾਹਿਬ ਸਾਡੇ ਨਾਲ ਨੇ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸਰਬਜੀਤ ਬੋਲ ਰਿਹਾ ਜੀ ਭਾਸਰ ਤੋਂ। ਸਰਬਜੀਤ ਜੀ ਸਵਾਗਤ ਹੈ। ਹਾਂਜੀ ਹਾਂਜੀ, ਮੈਂ ਤਾਂ ਨਾ ਜੀ ਬਾਈ ਨੂੰ ਇਹ ਕਹਿਣਾ ਸੀਗਾ ਦਾਨੇਵਾਲ ਸਾਹਿਬ ਨੂੰ ਵੀ ਮੈਂ ਅੱਜ ਮਸਾਂ ਪ੍ਰੋਗਰਾਮ ਲੱਭਿਆ, ਮੈਨੂੰ ਪ੍ਰੋਗਰਾਮ ਲੱਭਦਾ ਨਹੀਂ ਇਹ ਜੀ। ਮੈਂ ਤਾਂ ਇੰਨੀ ਪੁੱਛਣਾ ਸੀਗਾ ਜੀ, ਮੈਂ ਨਾਲੇ ਲਾਈਵ ਆਪਣਾ ਲਾਈਕ ਵੀ ਕੀ ਕਹਿੰਦੇ ਹੁੰਦੇ ਉਹ ਵੀ ਕੀਤਾ ਜੀ, ਤੇ ਮੈਂ ਤਾਂ ਹੀ ਅੱਜ ਫੋਨ ਕੀਤਾ ਵੀ ਪਲੀਜ਼ ਮੇਰੀ ਇਹ ਹੈਲਪ ਕਰੋ ਜੀ, ਮੈਨੂੰ ਨਾ ਪ੍ਰੋਗਰਾਮ ਲੱਭਦਾ ਨਹੀਂ ਇਹ ਜੀ। ਹੁਣੇ ਸਾਡੇ ਸਹਿਯੋਗੀ ਜਿਹੜੇ ਆ ਉਹ ਤੁਹਾਡੇ ਫੋਨ ਤੇ ਤੁਹਾਡੇ ਨਾਲ ਰਾਬਤਾ ਕਾਇਮ ਕਰਨਗੇ ਜੀ। ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ, ਬਾਕੀ ਮੈਂ ਨਾ ਜੀ ਜਦੋਂ ਵੀ ਪ੍ਰੋਗਰਾਮ ਚੱਲਦਾ ਮੈਂ ਸਰਬ ਬਰਾੜ, ਤੁਸੀਂ ਵੇਖਦੇ ਹੋਗੇ ਮੈਂ ਸਰਬ ਬਰਾੜ ਮੇਰੀ ID ਹੈ ਸਰਬ ਬਰਾੜ ਜੀ, ਉਹਦੇ ਤੇ ਮੈਂ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਨੂੰ ਬੁਲਾਉਣਾ ਹੁੰਦਾ, ਦਾਨੇਵਾਲ ਸਾਹਿਬ ਨੂੰ ਬੁਲਾਉਣਾ ਹੁੰਦਾ, ਤੇ ਪਰ ਉਹਨਾਂ ਜੀ ਮੈਨੂੰ ਲੱਭਦਾ ਨਹੀਂ। ਹੁਣ ਮੈਂ ਬਹੁਤ ਮੰਨ ਲਓ ਲੱਭ ਕੇ ਅੱਕ ਗਿਆ ਜੀ, ਮੈਂ ਕਿਹਾ ਪਤਾ ਨਹੀਂ ਕਿਉਂ ਨਹੀਂ ਲੱਭਦਾ ਮੈਨੂੰ। ਇਹ ਨਹੀਂ ਲੱਭਣ ਦੀ ਲੋੜ ਨਹੀਂ ਜੀ, ਸਾਡੇ ਟੈਕਨੀਕਲ ਟੀਮ ਦੇ ਜਿਹੜੇ ਸਾਡੇ ਸਾਥੀ ਨੇ ਉਹ ਬਿਲਕੁਲ ਤੁਹਾਡੇ ਨਾਲ ਰਾਬਤਾ ਕਾਇਮ ਕਰਨਗੇ। ਉਹਦੇ ਲਿੰਕ ਜਿਹੜੇ ਹੈਗੇ ਉਹ ਤੁਹਾਨੂੰ ਭੇਜਾਂਗੇ। ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਜੀ ਪੱਟੀ ਸਾਹਿਬ, ਗੱਲਬਾਤ ਆਪਣੀ ਚੱਲ ਰਹੀ ਸੀ ਕਿ ਪੰਜਾਬ ਦੇ ਅਫਸਰ ਜਿਹੜੇ ਆ ਉਹ ਸ਼ਸ਼ੋਪੰਜ ਨੇ, ਦਿੱਲੀ ਵੱਲ ਨੂੰ ਗੱਡੀਆਂ ਘੁੰਮਦੀਆਂ ਦੇਖੀਆਂ ਜਾ ਰਹੀਆਂ ਨੇ। ਇਹਨਾਂ ਦਾ ਸ਼ਸ਼ੋਪੰਜ ਕਦੋਂ ਦੂਰ ਹੋਊਗਾ ਜੀ? ਕਿੱਧਰ ਨੂੰ ਸੋਚ ਆ ਇਹਨਾਂ ਦੀ? ਵੇਖੋ ਜਿਹੜਾ ਪੰਜਾਬ ਦੇ ਵਿੱਚ ਭੰਬਲ ਭੂਸਾ ਪਿਆ ਇਸ ਵੇਲੇ, ਪਹਿਲਾਂ ਕਹਿੰਦੇ ਸੀ ਵੀ ਆਵਾਮ ਦੀ ਸਰਕਾਰ ਬਣ ਗਈ ਜੀ, ਹੁਣ ਇਸ ਵੇਲੇ ਇੱਕ ਭੰਬਲ ਭੂਸਾ ਜਿਹਾ ਪਿਆ ਸਰਕਾਰ ਕਿਹਦੀ ਬਣਨੀ ਹੈ, ਕਿਉਂਕਿ ਅਜੇ ਤੱਕ ਸਿਆਸੀ ਪੰਡਤ ਇਹ ਫੈਸਲਾ ਨਹੀਂ ਕਰ ਸਕੇ ਕਿ ਸਰਕਾਰ ਕਿਹਦੀ ਬਣ ਰਹੀ ਹੈ ਜੀ, ਕਾਂਗਰਸ ਦੀ ਬਣ ਰਹੀ ਹੈ ਕਿ ਜਾਂ ਆਪ ਦੀ ਬਣ ਰਹੀ ਹੈ ਜੀ। ਇਸ ਕਰਕੇ ਤੁਹਾਨੂੰ ਪਤਾ ਹੋਏਗਾ 2012 ਦੇ ਵਿੱਚ ਬਕਾਇਦਾ ਤੌਰ ਤੇ ਇਹ ਆਖਿਆ ਗਿਆ ਸੀ ਵੀ ਕਾਂਗਰਸ ਸਰਕਾਰ ਬਣਦੀ ਹੈ, ਤੇ ਸਰਕਾਰ ਬਣ ਤੋਂ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਜਿਹੜੇ ਅਫਸਰ ਸੀ ਜਾ ਕੇ ਕੈਪਟਨ ਸਾਹਿਬ ਨੂੰ ਉਹਨਾਂ ਦੇ ਮੱਧ ਬੁੱਕੇ ਦੇ ਰਹੇ ਸੀ ਜੀ, ਤੇ ਜਿੱਦਣ ਬਕਾਇਦਾ ਤੌਰ ਤੇ ਰਿਜ਼ਲਟ ਆਉਣੇ ਸੀ ਉਸ ਦਿਨ ਜਿਹੜੇ 11 ਵਜੇ ਤੱਕ ਜਦੋਂ ਵੇਖ ਲਿਆ ਕਿ ਨਹੀਂ ਸਾਡੀ ਸਰਕਾਰ ਬਣਦੀ ਨਹੀਂ ਕਿ ਕਾਂਗਰਸ ਦੀ ਬਣਦੀ, ਤੇ ਉਹ ਹੀ ਜਿਹੜੇ ਅਫਸਰ ਸੀ ਉਹਨਾਂ ਬੁੱਕੇ ਜਿਹੜੇ ਅਸੀਂ ਚੁੱਕੇ ਸੀ ਤੇ ਬਕਾਇਦਾ ਤੌਰ ਤੇ ਬਾਦਲ ਪਿੰਡ ਪਹੁੰਚ ਗਏ ਸੀ ਜੀ। ਬਿਲਕੁਲ, ਤੇ ਬਾਦਲ ਪਿੰਡ ਉਹਨਾਂ ਕੋਲੇ ਕੇਸ ਪਹੁੰਚ ਗਿਆ ਸੀ ਵੀ ਉਹ ਕਹਿੰਦੇ ਆ ਗਿਆ ਫਲਾਣੇ ਦੇ ਆ ਬੁੱਕਾ, ਕੈਪਟਨ ਨੂੰ ਆ ਗਿਆ ਸਾਡੇ ਕੋਲ, ਤੂੰ ਜੀ ਆ ਗਿਆ ਜੀ, ਕੋਈ ਗੱਲ ਨਹੀਂ ਜੀ। ਬਿਲਕੁਲ, ਚਲੋ ਉਹ ਇੱਕ ਵੱਖਰੀ ਗੱਲ ਹੈ ਜੀ। ਹੁਣ ਇਹਦੇ ਵਿੱਚ ਕੀ ਆ ਵੀ ਇਸ ਵੇਲੇ ਕੋਈ ਸਮਝ ਨਹੀਂ ਆਉਂਦੀ ਕੀ ਕਰਨਾ, ਤੇ ਜੇ ਉਹ ਕਹਿੰਦੇ ਆਪ ਦੀ ਸਰਕਾਰ ਬਣ ਗਈ ਤੇ ਉਹ ਹੁਣ ਜਾ ਕੇ ਜਿਹੜੇ ਦਿੱਲੀ ਦੇ ਅਫਸਰ ਨੇ ਜੀ ਸੱਜਣ ਮਿੱਤਰ ਲੱਗੇ ਉੱਥੇ ਦਿੱਲੀ ਸਰਕਾਰ ਤੇ ਉਹਨਾਂ ਨੂੰ ਪੁੱਛ ਰਹੇ ਨੇ ਵੀ ਇੱਥੇ ਜਿਹੜੀ ਆਪ ਦੀ ਸਰਕਾਰ ਕਿਵੇਂ ਕੰਮ ਕਰਦੀ ਆ ਜੀ। ਸਾਨੂੰ ਅਕਾਲੀਆਂ ਦਾ ਪਤਾ ਵਾ, ਬਕਾਇਦਾ ਤੌਰ ਤੇ ਕਾਂਗਰਸ ਦਾ ਪਤਾ ਉਹ ਕਿਵੇਂ ਕੰਮ ਕਰਦੇ, ਸਾਨੂੰ ਆਪ ਦਾ ਨਹੀਂ ਪਤਾ ਕਿਵੇਂ ਕਰਦੇ ਜੀ। ਇਸ ਕਰਕੇ ਦਿੱਲੀ ਨੂੰ ਗੱਡੀਆਂ ਭਰਾ ਕੇ ਉਹਨਾਂ ਕੋਲ ਪੁੱਛ ਗਿੱਛ ਕਰ ਰਿਹਾ ਕਿ ਜੇ ਕੱਲ ਨੂੰ ਆਪ ਦੀ ਸਰਕਾਰ ਆਉਂਦੀ ਹੈ ਸਾਨੂੰ ਕਿਸੇ ਕਿਸਮ ਦੀ ਜਿਹੜੀ ਆ ਬਿਲਕੁਲ ਪ੍ਰੋਬਲਮ ਨਾ ਆਵੇ ਕਿਸੇ ਗੱਲ ਜੀ। ਇਸ ਕਰਕੇ ਜਿਹੜੇ ਮਾਨਯੋਗ ਸਾਡੇ ਜਿੱਥਿਆ ਆਪਣੇ ਸਾਡੇ ਜਿਹੜੇ ਅਫਸਰ ਨੇ ਉਹ ਕੋਸ਼ਿਸ਼ ਇਸੇ ਕੀ ਆ ਲੱਗੇ ਨੇ ਅਜੇ
CID ਵੀ ਲੱਗੇ ਨੇ, IBD ਵੀ ਲੱਗੇ ਤੇ ਹੁਣ ਸਿਆਸੀ ਪੰਡਿਤ ਵੀ ਲੱਗੇ ਕਿ ਸਰਕਾਰ ਕਿਹਦੀ ਬਣਦੀ ਆ। ਜਿਹੜੇ ਹੁਣ ਤੱਕ ਸਰਵੇ ਆਏ ਉਹਨਾਂ ਸਰਵੇ ਨੇ ਕਹਿਤਾ ਭਾਈ ਖਿਚੜੀ ਸਰਕਾਰ ਬਣੇਗੀ, ਲੇਕਿਨ ਇਹ ਪੰਜਾਬ 'ਚ ਮੇਰੇ ਖਿਆਲ ਸ਼ਾਇਦ ਪਹਿਲੀ ਵਾਰੀ ਹੋਏਗਾ 1972 ਤੋਂ ਬਾਅਦ ਜੇ ਖਿਚੜੀ ਸਰਕਾਰ ਬਣਦੀ ਗੱਲ। ਤੇ ਖਿਚੜੀ ਸਰਕਾਰ ਜੇ ਬਣੇਗੀ ਤੇ ਪੰਜਾਬ ਦਾ ਕੋਈ ਸਵਾਰੇਗੇ ਨਹੀਂ, ਜਿਹਦੇ ਕਰਕੇ ਅਫਸਰ ਵੀ ਛੱਛੂ ਪੰਚ ਪੈ ਜਾਏ ਸੋਰੇ ਜੀ। ਖਾਸਾ ਜੀ ਸਾਡੇ ਨਾਲ 92-164 ਤੇ ਫੋਨ ਲਾਈਨ ਤੇ ਖਾਸਾ ਜੀ ਸਾਡੇ ਨਾਲ ਨੇ। ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਟੀਮ ਵੱਲੋਂ। ਖਾਸਾ ਜੀ। ਹਾਂਜੀ, ਆਪਣੇ ਪੱਟੀ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ। ਹਾਂਜੀ, ਗੱਲ ਇਹ ਹੈ ਕਿ ਦੇਖੋ ਜਿਹੜੀ ਵੀ ਪਾਰਟੀ ਦੇ ਜਿਹੜੇ ਵੀ ਕੈਂਡੀਡੇਟ ਮੈਦਾਨ 'ਚ ਆਇਆ ਹੈ ਜੀ, ਤੁਹਾਡੀ ਵੱਡੀ ਖੋਜ ਹੈ ਹਰ ਇੱਕ ਬਾਰੇ ਅਸੀਂ ਦਾਦ ਦਿੰਦੇ ਹਾਂ ਤੁਹਾਡੀ ਪੱਤਰਕਾਰੀ ਦੀ। ਸਵਾਲ ਇਹ ਚੀਜ਼ ਹੈ ਕਿ ਪੰਜਾਬ ਦੀਆਂ ਅੱਜ ਤੱਕ ਜਿਹੜੀਆਂ ਥੋੜ੍ਹਾ ਰਹੀਆਂ ਜਿਹੜੀਆਂ ਗਲਤੀਆਂ ਹੋਈਆਂ, ਪੰਜਾਬ ਤਰੱਕੀ ਕਿਵੇਂ ਕਰੇਗਾ, ਫਸਲੀ ਚੱਕਰ ਕਿੱਧਰ ਨੂੰ ਜਾਊਗਾ ਔਰ ਇੰਡਸਟਰੀ ਕਿਵੇਂ ਬਣੂਗੀ ਫਸਲੀ ਚੱਕਰ ਦੀ, ਤੇ ਬਾਰਡਰ ਖੁੱਲੇਗਾ ਕਿ ਨਹੀਂ ਖੁੱਲੇਗਾ ਜਾਂ ਖੋਲ੍ਹਣਾ ਚਾਹੁੰਦੀ ਨਹੀਂ ਹੈ ਮੋਦੀ ਸਰਕਾਰ, ਕਿਉਂਕਿ ਪੰਜਾਬ ਇਹਦੇ ਨਾਲ ਖੁਸ਼ਹਾਲ ਹੁੰਦਾ ਹੈ। ਇਹਦੇ ਨਾਲ ਤੁਹਾਨੂੰ ਵੀ ਪਤਾ ਹੈ, ਤੁਸੀਂ ਆਪ ਹੀ ਕਹਿੰਦੇ ਹੁੰਦੇ ਆ ਵੀ ਲੱਖ ਬੰਦਾ ਇਹਦੇ ਨਾਲ ਜੁੜਿਆ ਹੈ। ਤੇ ਦੂਸਰੇ ਪੰਜਾਬ ਦੀ ਐਜੂਕੇਸ਼ਨ ਔਰ ਹੈਲਥ ਔਰ ਕਿਸਾਨੀ ਘੋਲ ਬਾਰੇ ਕਿਸੇ ਨੇ ਗੱਲ ਕੀਤੀ ਕਿਸੇ ਪਾਰਟੀ ਨੇ? ਤੇ ਇਹ ਸਾਰੇ ਅੱਜ ਤੱਕ ਜਿਹੜਾ ਇਹਨਾਂ ਨੇ ਰਾਜ ਕੀਤਾ ਦੋਨਾਂ ਰਵਾਇਤੀ ਪਾਰਟੀਆਂ ਨੇ, ਇਹਨਾਂ ਨੇ ਜਿਹੜੀ ਪੰਜਾਬ ਦੀ ਹਾਲਤ ਅੱਜ ਇੰਨੀ ਮੰਦੀ ਹੈ, ਇਹਦੇ ਬਾਰੇ ਕਿਉਂ ਨਹੀਂ ਲੋਕਾਂ ਨੇ ਪੁੱਛਿਆ ਇਹਨਾਂ ਨੂੰ? ਔਰ ਤੁਸੀਂ ਦੱਸੋਗੇ ਜ਼ਰੂਰ, ਮੈਨੂੰ ਪਤਾ ਖੋਲ ਕੇ ਤੁਹਾਡੇ ਕੋਲ ਬੜੀ ਉਹ ਜਾਣਕਾਰੀ ਹੈ, ਬੜਾ ਢੱਕਣ ਚੱਕ ਦਿੰਦੇ ਇਹਨਾਂ ਦੇ ਭੇਤ, ਤੇ ਇਹ ਜ਼ਰੂਰ ਇਹ ਤੇ ਜ਼ਿਕਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਬਾਰਡਰ ਖੁੱਲਣ ਦੇ ਸੰਕੇਤ ਮਿਲ ਗਏ ਨੇ ਜੀ। ਉਹ ਕਿਉਂ ਬਾਰਡਰ ਖੁੱਲ੍ਹਣ ਦੇ ਸੰਕੇਤ ਮਿਲ ਗਏ ਕਿ ਕੱਲ ਸਾਡੇ ਇਸ ਅਟਾਰੀ ਬਾਰਡਰ ਤੋਂ ਬਕਾਇਦਾ ਤੌਰ ਤੇ ਟਰੱਕਾਂ ਰਾਹੀਂ 22 ਰੋਡ 50,000 ਮੀਟਰਿੰਗ ਟਨ ਜਿਹੜੀ ਸੀ ਕਣਕ ਗਈ ਅਫਗਾਨਿਸਤਾਨ ਦੇ ਵਿੱਚ। ਤੇ ਕਹਿੰਦੇ ਆ ਵੀ ਹਨੇਰੀ ਆਈ ਤੇ ਮੁੜ ਕੇ ਮੀਂਹ ਦੀ ਵੀ ਆਸ ਵੱਧ ਜਾਂਦੀ ਹੈ, ਤੇ ਸਾਨੂੰ ਇਹ ਆਸ ਆ ਵੀ ਇਹ ਟਰੱਕਾਂ ਤੋਂ ਬਾਅਦ ਮੁੜ ਕੇ ਇਹ ਬਾਰਡਰ ਵੀ ਖੁੱਲੇਗਾ ਜੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਕਾਇਦਾ ਤੌਰ ਤੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਾਲ ਇੱਕ ਮੀਟਿੰਗ ਕਰਕੇ, ਇੱਕ ਮੁਲਾਕਾਤ ਕਰਕੇ ਜਿਹੜਾ ਬਾਰਡਰ ਖੋਲ੍ਹਣਾ ਚਾਹੁੰਦੇ ਤਾਂ ਕਿ ਦੋਵਾਂ ਦੇਸ਼ਾਂ ਦੇ ਵਿੱਚ ਵਪਾਰ ਹੋ ਸਕੇ ਜੀ। ਹੁਣ ਸਾਡੇ ਕਈ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਪਾਕਿਸਤਾਨ ਨਾਲ ਕੀ ਐਲਰਜੀ, ਉਹ ਤੇ ਕਹਿੰਦੇ ਹੋ ਹੀ ਨਹੀਂ ਸਕਦਾ ਜੀ। ਕਿਉਂ ਨਹੀਂ ਹੋ ਸਕਦਾ? 1999 ਚ ਸਰਹੱਦ ਜਿਹੜੀ ਬੱਸ ਚੱਲੀ ਸੀ ਬਕਾਇਦਾ ਤੌਰ ਤੇ ਦਿੱਲੀ ਤੋਂ ਲਾਹੌਰ, ਉਦੋਂ ਬਾਅਦ ਬਕਾਇਦਾ ਤੌਰ ਤੇ ਕਾਰਗਿਲ ਹੋਈ ਜੀ। ਸਾਡੇ ਵੀ ਬੰਦੇ ਮਰੇ ਤੇ ਪਾਕਿਸਤਾਨ ਦੇ ਵੀ ਮਰੇ ਜੀ, ਲੇਕਿਨ ਉਹ ਬੱਸ ਬੰਦ ਨਹੀਂ ਸੀ ਹੋਈ ਜੀ। ਵਾਜਪਾਈ ਸਾਹਿਬ ਨੇ ਕਿਹਾ ਸੀ ਬੱਸ ਚੱਲਦੀ ਰਹੇਗੀ, ਤੇ ਪਹਿਲੀ ਬੱਸ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਏ ਸੀ ਜੀ। ਹੁਣ ਇਹ ਜਿਹੜੀ ਇੱਧਰੋਂ ਵਪਾਰ ਬੰਦ ਕੀਤਾ ਗਿਆ, ਵਪਾਰ ਸਿਰਫ ਇਸ ਕਰਕੇ ਨਹੀਂ ਬੰਦ ਕੀਤਾ ਸਾਡਾ ਪਾਕਿਸਤਾਨ ਵਪਾਰ ਨਹੀਂ, ਸਾਡਾ ਪਾਕਿਸਤਾਨ ਵਪਾਰ ਹੋ ਰਿਹਾ ਵਾ ਜੀ। ਉਹ ਪੋਰਟ ਰਾਹੀਂ ਹੋ ਰਿਹਾ ਵਾ, ਪੋਰਟ ਤੋਂ ਮਾਲ ਜਾਂਦਾ ਦੁਬਈ, ਦੁਬਈ ਤੋਂ ਪਾਕਿਸਤਾਨ ਕਰਾਚੀ ਜਾਂਦਾ। ਅਸੀਂ ਕਹਿੰਦੇ ਵੀ ਤੁਸੀਂ ਇੰਨਾ ਸਫ਼ਰ ਕਿਉਂ ਕਰਦੇ ਹੋ? ਜਿਹੜਾ ਸਫ਼ਰ ਅਸੀਂ ਮਹੀਨੇ 'ਚ ਤੈਅ ਕਰਦੇ ਇੱਥੇ ਘੰਟੇ 'ਚ ਤੈਅ ਹੁੰਦਾ, ਉਹ ਚੰਗਾ ਨਹੀਂ ਜੀ। ਇਸ ਕਰਕੇ ਉਮੀਦ ਆ ਬਕਾਇਦਾ ਤੌਰ ਤੇ ਵੀ ਇਹ ਸਾਡੀ ਜਿਹੜੀ ਵਪਾਰ ਜਲਦੀ ਖੁੱਲੇਗਾ ਉਹਨਾਂ ਦਾ। ਦੂਸਰੀ ਚੀਜ਼ ਤੁਸੀਂ ਕੀਤੀ ਕਿਸਾਨਾਂ ਦੀ ਗੱਲ ਜੀ। ਖਾਲਸਾ ਜੀ ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਪੂਰੀ ਕੰਪੇਨ ਦੇ ਵਿੱਚ, ਇਲੈਕਸ਼ਨ ਕੰਪੇਨ ਦੇ ਵਿੱਚ ਕਿਸੇ ਵੀ ਪਾਰਟੀ ਨੇ ਬਕਾਇਦਾ ਤੌਰ ਤੇ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਮੁੱਦਾ ਬਿਲਕੁਲ ਨਹੀਂ ਉਠਾਇਆ। ਮੇਨ ਮੁੱਦਾ ਸੀ ਸਾਡਾ ਕਿਸਾਨਾਂ ਦੀ ਖੁਦਕੁਸ਼ੀਆਂ ਦਾ, ਕਿਸੇ ਨੇ ਉਠਾਇਆ, ਇੱਕ ਪਾਰਟੀ ਨੇ ਉਠਾਇਆ। ਸਾਡਾ ਮੇਨ ਮੁੱਦਾ ਸੀ ਪ੍ਰਵਾਸ ਕਿਵੇਂ ਰੋਕਣਾ ਵਾ। ਸਿੱਧੂ ਸਾਹਿਬ ਨੇ ਗੱਲ ਜ਼ਰੂਰ ਕਹੀ ਸੀ ਕਿ 70,000 ਕਰੋੜ ਰੁਪਇਆ ਸਾਡਾ ਵਿਦੇਸ਼ਾਂ ਨੂੰ ਜਾ ਚੁੱਕਾ ਹੁੰਦਾ ਜੀ, ਅਸੀਂ ਕਿਵੇਂ ਰੋਕਾਂਗੇ? ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਆ, ਉਹਨਾਂ ਦੇ ਫਾਦਰ ਪਹਿਲਾਂ ਪ੍ਰਧਾਨ ਮੰਤਰੀ 1970 ਦੇ ਦਹਾਕੇ ਦੇ ਵਿੱਚ ਉੱਥੇ ਹੁੰਦੇ ਸੀ, ਜਦੋਂ ਕੈਨੇਡਾ ਨੇ ਖੋਲ੍ਹ ਦਿੱਤਾ ਸੀ ਆਓ ਵਰਕ ਪਰਮਿਟ ਲਓ ਤੇ ਕੰਮ ਕਰੋ ਜੀ। ਵੱਡੀ ਗਿਣਤੀ 'ਚ ਲੋਕ ਗਏ ਸੀ, ਨੇ ਤੋਂ ਗਏ ਸੀ।
ਜਦੋਂ ਉੱਥੇ ਗਏ ਸੀ ਤੇ ਬਕਾਇਦਾ ਤੌਰ ਤੇ ਉਸ ਟਾਈਮ ਦੇ ਉੱਤੇ ਉੱਥੇ ਲੋਕਾਂ ਨੇ ਇਤਰਾਜ਼ ਕੀਤਾ ਸੀ, ਸਰਕਾਰ ਦੇ ਖਿਲਾਫ ਮੁਜ਼ਾਹਰੇ ਕੀਤੇ ਸੀ, ਭਾਈ ਤੁਸੀਂ ਗਲਤ ਕਰ ਰਹੇ ਹੋ, ਸਾਡੀ ਕੌਮੀ ਬਾਹਰ ਜਾ ਰਹੀ ਹੈ ਜੀ। ਉਸ ਟਾਈਮ ਤੇ ਉਸ ਮਿਨਿਸਟਰ ਟੂਡਰ ਨਿਕਲ ਕੇ ਜੀ ਸ਼ਾਂਤੀ ਰੱਖੋ, ਸਮਾਂ ਆਊਗਾ, ਇਹ ਵਿਦ ਵਿਆਜ ਵਾਪਸ ਆਏਗੀ। ਅੱਜ ਅਸੀਂ ਵਿਦ ਵਿਆਜ ਵਾਪਸ ਲੈ ਕੇ ਜਾ ਰਹੇ ਹਾਂ ਜੀ। ਇਹ ਮੁੱਦੇ ਬਿਲਕੁਲ ਗਾਇਬ ਰਹੇ ਆ, ਮੁੱਦੇ ਸਿਰਫ ਆਪਣੀ ਦੂਸ਼ਣਬਾਜ਼ੀ ਜਿਹੜੀ ਉਹ ਰਹੀ ਹੈ, ਭਾਰੂ ਰਹੀ ਆ, ਪਬਲਿਕ ਦੇ ਮੁੱਦੇ ਗਾਇਬ ਰਿਹਾ ਤੇ ਪੰਜਾਬ ਦਾ ਤਾਜ ਹੀ ਸੋਰੇਗਾ ਜੇ ਕਿ ਪਬਲਿਕ ਦੇ ਮੁੱਦੇ ਉਜਾਗਰ ਕਰਨ ਦੀ ਸਮਰੱਥਾ ਰੱਖਦਾ ਹੋ। ਬਿਲਕੁਲ ਸਿੱਧੂ ਸਾਹਿਬ ਦੇ ਕਹਿੰਦੇ ਜੀ ਮੇਰੇ ਕੋਲ ਬਿਲਕੁਲ ਪ੍ਰੋਜੈਕਟ ਹੈਗੇ ਨੇ, ਮੈਂ ਜਾ ਕੇ ਮੈਂ ਆ ਕਰ ਦੂੰਗਾ, ਮੈਂ ਜੇ ਕਰ ਦੂੰ। ਸਿੱਧੂ ਸਾਹਿਬ ਪੰਜਾਬ ਨਹੀਂ ਕਿਸੇ ਵੀ ਸਟੇਟ ਚੱਲ ਦੋ, ਇੱਕ ਟੀਮ ਵਰਕ ਹੁੰਦਾ ਨਹੀਂ। ਪਹਿਲਾਂ ਇਹਨੇ ਟਾਈਮ ਹੀ ਨਹੀਂ ਦਿੱਤਾ, ਕੱਲਾ ਬੰਦਾ ਮੁੱਖ ਮੰਤਰੀ ਕੁਝ ਨਹੀਂ ਕਰ ਸਕਦਾ, ਬਾਕੀ ਜਦੋਂ ਤੁਸੀਂ ਕੀ ਕਰਨਾ। ਇਲਾਕੇ ਦੇ ਜਿੱਥੋਂ ਇਹ ਮੈਂਬਰ ਰਹੇ ਆ, MLA ਰਹੇ, MP ਰਹੇ ਆ, ਉੱਥੇ ਵੀ ਇਹਨਾਂ ਨੇ ਟਾਈਮ ਨਹੀਂ ਦਿੱਤਾ, ਇਹਨਾਂ ਤੇ ਆਰੋਪ ਲੱਗਦੇ ਰਹੇ ਆ। ਬਿਲਕੁਲ ਜੀ, ਮੈਂ ਅੱਜ ਵੀ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਪਣਾ 17 ਸਾਲ ਦਾ ਜਿਹੜਾ ਵਾ ਰਿਪੋਰਟ ਕਾਰਡ ਸੰਗਤਾਂ ਨੂੰ ਦਿਓ ਕਿ ਤੁਸੀਂ ਕੀਤਾ ਕੀ 17 ਸਾਲ ਚ। ਬਿਲਕੁਲ ਉਹ ਕੋਈ ਜੀ ਮੈਂ ਫਲਾਣਾ ਪੁਲ ਬਣਾਤਾ ਜੀ, ਢਿੰਗੜਾ ਪੁਲ ਬਣਾਤਾ ਜੀ, ਉਹ ਭਾਜੀ ਪੁਲ ਜਿਹੜੇ ਬਣਾਉਣੇ ਹੁੰਦੇ ਉਹ ਕਦੇ ਤੁਸੀਂ ਨਹੀਂ ਬਣਾਏ, ਉਹ ਇੱਕ ਟੀਮ ਵਰਕ ਆ। ਬਿਲਕੁਲ ਜੀ, ਉਹ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਦੀ ਇਨਵੋਲਵਮੈਂਟ ਹੁੰਦੀ ਆ, ਡਿਪਾਰਟਮੈਂਟ ਦੀ ਇਨਵੋਲਵਮੈਂਟ ਹੁੰਦੀ ਆ। ਜੇ ਰੇਲਵੇ ਬਣਨਾ ਰੇਲਵੇ ਦੀ ਇਨਵੋਲਵਮੈਂਟ ਹੁੰਦੀ ਆ, PWD ਇਨਵੋਲਵਮੈਂਟ ਹੁੰਦੀ ਆ, CPWD ਵਿੱਚ ਇਨਵੋਲਵਮੈਂਟ ਹੁੰਦੀ ਆ। ਤੁਸੀਂ ਕਿਵੇਂ ਕਦੇ ਆਪਣਾ ਦਾਅਵਾ ਕਰ ਸਕਦੇ? ਬਿਲਕੁਲ ਜੀ, ਗੱਲ ਤੇ ਆ ਵੀ ਤੁਸੀਂ ਆਪਣੇ ਇਲਾਕੇ ਦਾ ਸੁਧਾਰ ਕਰਨਾ ਕੀਤਾ, ਕਿਹੜੀ ਤੁਸੀਂ ਉੱਥੇ ਟੈਕਨੀਕਲ ਸੰਸਥਾ ਲੈ ਕੇ ਆਏ, ਕਿਹੜੀ ਸਿਹਤ ਸਹੂਲਤਾਂ ਲੈ ਕੇ ਆਏ, ਤੁਸੀਂ ਕਿਹੜਾ ਤੁਸੀਂ ਉੱਥੇ ਇੰਡਸਟਰੀ ਲਾਈ ਵੀ ਲੋਕਾਂ ਦੀ ਪਰਚੇਜ ਪਾਵਰ ਵਧੇ ਜੀ। ਅਸੀਂ ਵਿਕਾਸ ਨੂੰ ਇਹ ਨਾ ਕਿ ਸੜਕਾਂ ਬਣੀਆਂ, ਨਾਲੀਆਂ ਬਣੀਆਂ, ਕੰਧਾਂ ਬੜੀਆਂ ਹੋ ਗਈਆਂ ਨਹੀਂ। ਸਾਡਾ ਵਿਕਾਸ ਉਦੋਂ ਮੰਨਿਆ ਜਾਊਗਾ ਲੋਕਾਂ ਦੀ ਜਦੋਂ ਪਰਚੇਜ ਸ਼ਕਤੀ ਵਧੂਗੀ। ਸਾਡੀ ਪਰਚੇਜ ਸ਼ਕਤੀ ਘਟ ਰਹੀ ਆ ਤੇ ਅਸੀਂ ਵਿਕਾਸ ਦੀਆਂ ਗੱਲਾਂ ਕਰਦੇ। ਇਸ ਕਰਕੇ ਖਾਲਸਾ ਜੀ ਕਿਸੇ ਵੀ ਬੰਦੇ ਦੇ, ਨਾ ਕਿਸਾਨਾਂ ਦੀ, ਨਾ ਨੌਜਵਾਨਾਂ ਦੀ, ਨਾ ਕੁੜੀਆਂ ਦੀ, ਨਾ ਮੁੰਡਿਆਂ ਦੀ ਕੋਈ ਮੰਗ ਨਹੀਂ ਜਿਠਾਈ, ਕੋਈ ਮੁੱਦਾ ਨਹੀਂ ਜਿਠਾਇਆ। ਅੱਜ ਸਾਨੂੰ ਇੰਡਸਟਰੀ ਦੀ ਲੋੜ ਆ ਤੇ ਲੋੜ ਸਿਰਫ ਐਗਰੋ ਬੇਸਡ ਇੰਡਸਟਰੀ ਦੀ, ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈਗਾ, ਐਗਰੋ ਬੇਸਡ ਇੰਡਸਟਰੀ ਲੈ ਕੇ ਆਓਗੇ ਸਾਡਾ ਕੋਈ ਗੁਜ਼ਾਰਾ ਹੋ ਜਾਊਗਾ ਮਾੜਾ ਮੋਟਾ। ਤੇ ਜੇ ਤੁਸੀਂ ਕਹੋ ਨਾ ਵੀ ਜੀ ਅੱਜ ਲਾਈਏ ਤੇ ਕੱਲ ਕਰ ਦਈਏ, ਇਹ ਗੱਲ ਗਲਤ ਆ। ਘੱਟੋ ਘੱਟ ਇਹਨੂੰ 20 ਸਾਲ ਦਾ ਸਮਾਂ ਲੱਗਣਾ ਪੰਜਾਬ ਨੂੰ ਫਿਰ ਪਹਿਲਾ ਪੰਜਾਬ ਬਣਨ ਵਾਸਤੇ ਜੀ। ਅੱਜ ਪੰਜਾਬ ਬਿਲਕੁਲ ਹਾਸ਼ੀਏ ਤੇ ਖੜਾ ਵਾ। ਪੰਜਾਬ ਕਹਿੰਦੇ ਜੀ ਪੰਜਾਬ ਜਿਹੜਾ ਵਾ ਬਿਲਕੁਲ ਜੀ ਅਮੀਰ ਸੂਬਾ ਵਾ, ਇਹ ਕਹਿਣ ਨੂੰ ਅਮੀਰ ਆ, ਪੱਲੇ ਕੁਛ ਨਹੀਂ ਗਾ। ਖੇਤੀ ਕਿਸੇ ਵੇਲੇ ਪੰਜਾਬ ਖੇਤੀਬਾੜੀ ਦੀ ਰਾਜਧਾਨੀ ਖੋਦਾ ਸੀਗਾ ਜੀ, ਅੱਜ ਇਹ ਸੁਸਾਈਡ ਕੈਪੀਟਲ ਬਣ ਗਈ ਹੈ। ਬਿਲਕੁਲ ਆਤਮ ਹੱਤਿਆਵਾਂ ਦੀ ਰਾਜਧਾਨੀ ਬਣ ਗਈ ਹੈ। ਕਿਹੜਾ ਵਰਗ ਆਤਮ ਹੱਤਿਆ ਨਹੀਂ ਕਰ ਰਿਹਾ ਇੱਥੇ? ਤੁਸੀਂ ਸੋਚਿਆ? ਸਾਡੇ ਲੀਡਰਾਂ ਨੇ, ਸਰਕਾਰਾਂ ਨੇ ਸੋਚਿਆ? ਸਰਕਾਰਾਂ ਸੋਚਣ ਕਿਉਂ? ਮੈਨੂੰ ਅੱਜ ਸਵੇਰੇ ਕੋਈ ਫੋਨ ਦੋ ਤਿੰਨ ਆਇਆ ਜੀ ਫਲਾਣੇ ਲੀਡਰ ਨੇ ਇੰਨੇ ਦੀ ਵੋਟ ਖਰੀਦੀ ਹੈ, ਢੇੜੇ ਨਹੀਂ ਖਰੀਦੀ। ਤੇ ਮੈਂ ਕਿਹਾ ਠੀਕ ਹੈ, ਫਿਰ ਜਿਹੜਾ ਕਰੋੜਾਂ ਰੁਪਈਆ ਲਾ ਕੇ ਆਪਣੀ ਇਲੈਕਸ਼ਨ ਜਿੱਤੂਗਾ ਤੇ ਉਹ ਅਰਬਾਂ ਦਾ ਕਮਾਊਗਾ ਜਾਂ ਕਮਾਊਗਾ, ਲੁੱਟੂਗਾ ਆਪਣੀ ਹੱਥੀਂ, ਫਿਰ ਰੋਕੂਗਾ ਪੰਜਾਬ ਦੇ ਲੋਕਾਂ ਦਾ, ਪੰਜਾਬ ਦਾ ਹਿਤੈਸ਼ੀ ਨਹੀਂ ਹੋਊਗਾ। ਅਸੀਂ ਕੱਲ ਵੀ ਗੱਲ ਕੀਤੀ ਸੀ ਜੀ, ਬਕਾਇਦਾ ਤੌਰ ਤੇ ਐਤਕੀ ਲੀਡਰਾਂ ਨੇ ਜਿਹੜੀ ਆ ਪਰਚੀਆਂ ਨਹੀਂ ਪਈਆਂ ਠੇਕਿਆਂ ਦੇ ਉੱਤੇ ਜੀ। ਜਿਹੜੇ ਬੰਦੇ ਨੂੰ ਸ਼ਰਾਬ ਦੀ ਪੇਟੀ ਦੇਣੀ ਉਹਨੂੰ 20 ਰੁਪਏ ਦਾ ਨੋਟ ਦਿੱਤਾ, ਨਵੇਂ ਨੋਟਾਂ ਦੀ ਥੈਲੀ ਲਿਆਂਦੀ, ਬਕਾਇਦਾ ਤੌਰ ਤੇ ਉਹਨਾਂ ਨੰਬਰ ਜਿਹੜੇ ਸੀ ਦਿੱਤੇ ਸੀ ਠੇਕੇ ਵਾਲੇ ਨੂੰ ਜੀ। ਇਹ ਸੀਰੀਅਲ ਆ, ਇਹ ਜਿਹੜਾ ਬੰਦਾ ਲੈ ਕੇ ਆਇਆ, ਜੇ 1 ਦਾ ਨੋਟ ਲੈ ਕੇ ਆਇਆ ਇੱਕ ਪੇਟੀ ਦੇ ਦੇਣੀ ਹੈ, 2 ਲੈ ਕੇ 2 ਦੇ ਦੇਣੀ। ਬਿਲਕੁਲ ਜੀ। ਤੇ ਮੈਨੂੰ ਕੋਈ ਬੰਦਾ ਦੱਸਣ ਡਿਆ ਸੀ ਕਿਸੇ ਅਕਾਲੀ ਆਗੂ ਬਾਰੇ ਵੀ 10 ਲੱਖ ਦੀ ਦਿਲ ਦੀ ਸ਼ਰਾਬ ਜਾਂਦੀ ਸੀ ਉਹਦੀ ਜੀ। ਦੱਸੋ ਪੰਜਾਬ ਦਾ ਭਲਾ ਕਿੱਥੇ ਕਰਨਗੇ ਲੋਕ? ਬਿਲਕੁਲ ਸਹੀ। ਪਹਿਲਾਂ ਆਪਣੇ ਪੈਸੇ ਦੁਗਣੇ ਤਿਗਣੇ ਕਰਨਗੇ ਤੇ ਫਿਰ ਤੁਹਾਡੇ ਬਾਰੇ ਸੋਚਣਗੇ ਹਾਂ ਵੀ ਤੁਸੀਂ ਹੈਗੇ ਜੇ, ਇਹ ਜਿੰਦਾ ਜੇ ਤੁਸੀਂ, ਇਹ ਤੁਹਾਨੂੰ ਪੁੱਛਣਗੇ। ਇਸ ਕਰਕੇ ਪੰਜਾਬ ਬਾਰੇ ਕੋਈ, ਪੰਜਾਬ ਦਾ ਕੋਈ ਇਤਿਹਾਸੀ ਨਹੀਂ ਜੇਗਾ, ਸਭ ਲੁੱਟਣ ਤੇ ਲੱਗੇ ਆ, ਕੁੱਟਣ ਤੇ ਲੱਗੇ ਆ। ਚੰਗੀ ਗੱਲ ਹੈ, ਪੰਜਾਬ ਦੇ ਲੋਕਾਂ ਨੂੰ ਚਾਹੀਦਾ ਵੀ ਥੋੜਾ ਜਿਹਾ ਕਿਆਸ ਤੋਂ ਕੰਮ ਲਓ। ਪੈਸੇ ਤੁਸੀਂ ਲੈ ਵੀ ਜਾਏ ਤਾਂ ਵੀ ਬੰਦੇ ਉਸ ਤੋਂ ਵੋਟ ਪਾਓ ਜਿਹੜਾ ਤੁਹਾਡਾ ਜੈਨੂਅਨ, ਜਿਹੜਾ ਤੁਹਾਡਾ ਕੋਈ ਸਵਾਰ ਸਕਦਾ ਵਾ। ਇਹ ਰਵਾਇਤੀ ਲੀਡਰਸ਼ਿਪ ਨੇ ਤੁਹਾਡਾ ਕੱਖ ਨਹੀਂ ਸਵਾਰਿਆ, ਪਿਛਲੇ 70 ਸਾਲ ਦੀ ਸਵਾਰਿਆ, ਤੁਹਾਨੂੰ ਤੁਹਾਡਾ ਕੀ ਸਵਾਰਨਾ। ਬਿਲਕੁਲ ਜੀ ਜੀ। ਇੱਕ ਕਾਲਰ 92-164 ਤੇ ਸਾਡੇ ਨਾਲ ਔਨ 에ਅਰ ਨੇ ਜੀ, ਵੇਖਦੇ ਆ ਕੌਣ ਨੇ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਦਲਬੀਰ ਬਰਾੜ ਤੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਹੋਣਾ ਵੱਲੋਂ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਗੁਰਮੀਤ ਬੋਲ ਰਿਹਾ ਜੀ।
ਜੀ ਗੁਰਮੀਤ ਜੀ। ਪੱਟੀ ਸਾਹਿਬ, ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਲਾਕਾ ਕਿਹੜਾ ਤੁਹਾਡਾ? ਮੇਰਾ ਪਿੰਡ ਹੈ ਜੀ ਗੱਦਾਂਡੋਬ, ਅਬੋਹਰ ਕੋਲੇ ਜੀ। ਗੱਦਾਂਡੋਬ, ਬਿਲਕੁਲ ਜੀ ਜੀ ਜੀ। ਹੁਣੇ ਗੱਲ ਹੋ ਰਹੀ ਸੀ ਜੀ, ਖਾਲਸਾ ਜੀ ਦਾ ਫੋਨ ਆਇਆ ਸੀ ਜੀ ਵੀ ਲੋਕਾਂ ਦੇ ਹਿੱਤਾਂ ਦੀ ਗੱਲ ਕੋਈ ਨਹੀਂ ਕਰਦਾ, ਕਿਸਾਨਾਂ ਦੇ ਹਿੱਤਾਂ ਦੀ ਗੱਲ ਕੋਈ ਨਹੀਂ ਕਰਦਾ। ਗੱਲ ਕੀ ਹੈ ਨਾ ਬਾਈ ਜੀ, ਜਿਹੜੇ ਕਿਸਾਨ ਵੀ ਹੈ ਨਾ ਜੀ, ਇੱਥੇ ਜਿਹੜੇ ਵੋਟਰ ਹੈਗੇ ਅਸੀਂ ਜੀ, ਸਭ ਤੋਂ ਪਹਿਲਾਂ ਦਿੱਲੀ ਜਾਣ ਵਾਲਾ ਗੱਦਾਂਡੋਬ ਚੋਂ ਮੈਂ ਸੀਗਾ ਜੀ। ਜੀ 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 ਜੀ। ਉੱਥੋਂ ਜਦੋਂ ਮੈਂ ਵਾਪਸ ਆਇਆ ਨਾ ਜੀ, ਤੇ ਜਿਹੜਾ ਝੰਡਾ ਸੀ ਤੇ ਜਿਹੜਾ ਬੰਦਾ ਮੇਰੇ ਕੋਲੋਂ ਲੈ ਕੇ ਗਿਆ ਜੀ, ਤੇ ਜੇ ਪੋਲਿੰਗ ਵਾਲੇ ਦਿਨ ਉਹ ਬੰਦਾ ਨਾ ਬੀਜੇਪੀ ਦੀ ਸਪੋਰਟ ਕਰ ਰਿਹਾ ਸੀ ਜੀ, ਤੇ ਹੁਣ ਆਪਾਂ ਕਿੱਧਰ ਹੁਣ ਗਰਕ ਹੋਈਏ? ਬਿਲਕੁਲ ਜੀ। ਜਿਹੜੇ ਬੰਦੇ 750 ਆਪਣੇ ਲੋਕਾਂ ਦੀ ਜਾਨ ਲੈ ਗਏ, ਤੇ ਤੁਹਾਨੂੰ ਇਹੋ ਜੀ ਨੰਬਰਦਾਰੀ ਤੇ ਤੁਸੀਂ ਕੀ ਲੈਣਾ? ਇਹ ਇਕੱਲੇ ਨੇਤਾਵਾਂ ਦਾ ਕਸੂਰ ਨਹੀਂ ਬਾਈ ਜੀ, ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਨਾ ਅਖੌਤੀ ਲੀਡਰ, ਜਿਹੜੇ ਘੜਮ ਚੌਧਰੀ, ਸਾਡੇ ਲੋਕਾਂ ਦਾ ਵੀ ਬਰਾਬਰ ਦੇ ਬਰਾਬਰ ਦੇ ਹਿੱਸੇਦਾਰ ਆ ਜੀ ਇਹਦੇ ਬਰਬਾਦੀ ਚ। ਬਿਲਕੁਲ ਜੀ ਬਿਲਕੁਲ। ਗੱਦਾਂਡੋਬ ਪਿੰਡ ਅਗਾਂਹ ਵਧੂ ਪਿੰਡ ਆ ਜੀ। ਇੱਥੋਂ ਸ਼ਾਇਦ ਇੱਕ ਪ੍ਰੋਫੈਸਰ ਸਾਹਿਬ ਹੋਮਿਓਪੈਥਿਕ ਕਾਲਜ ਦੇ ਵਿੱਚ ਵੀ ਆਪਦੀਆਂ ਸੇਵਾਵਾਂ ਨਿਭਾਉਂਦੇ ਰਹੇ। ਹਾਂਜੀ 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 ਬਾਈ, ਮੈਂ ਉਹਨਾਂ ਨਾਲ ਕ੍ਰਿਕਟ ਖੇਡਦਾ ਰਿਹਾ ਬਾਈ ਨਾਲ। ਵਾਹ ਜੀ ਵਾਹ, ਬੜਾ ਵਧੀਆ ਇਲਾਕਾ ਤੇ ਬੜੀ ਸੋਹਣੀ ਗੱਲ ਤੁਸੀਂ ਕੀਤੀ ਹੈ। ਜੋ ਤੱਕ ਲੋਕ ਜਾਗਰੂਕ ਨਹੀਂ ਹੁੰਦੇ, ਬਾਕੀ ਪੱਟੀ ਸਾਹਿਬ ਦੱਸਦੇ ਕਿ ਅਸਲ ਜਾਗਰੂਕ ਤਾਂ ਹੈਗੇ ਆ, ਪਰ ਉਹਨਾਂ ਦੇ ਅੰਦਰੋਂ ਬੇਈਮਾਨੀ ਨਹੀਂ ਜਾਂਦੀਗੀ। ਬਿਲਕੁਲ, ਜ਼ਮੀਰ ਜਾਗਦੀ ਰੱਖਣ ਲਈ ਵੀ ਤੁਹਾਨੂੰ ਬੜਾ ਕੁਝ ਕੁਰਬਾਨ ਕਰਨਾ ਪੈਂਦਾ। ਪੱਟੀ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲ ਗੁਰਮੀਤ ਹੋਰਾਂ ਕੀਤੀ, ਗੱਲ ਤਾਂ ਉਹਨਾਂ ਦੀ ਦਰੁਸਤ ਹੈ ਜੀ। ਆਪਾਂ ਪਹਿਲਾਂ ਕਹਿਤਾ ਵੀ ਜਿਹੜੇ ਲੋਕ ਪੇਟੀਆਂ ਲੈ ਕੇ ਵੋਟਾਂ ਪਾਉਂਦੇ, ਜਿਹੜੇ ਪੈਸੇ ਲੈ ਕੇ ਵੋਟ ਪਾਉਂਦੇ ਆ, ਉਹਨਾਂ ਬਾਰੇ ਕੀ ਕਹੋ ਜੀ? ਇੱਕ ਪਿੰਡ ਦੇ ਵਿੱਚ ਇੱਕ ਫੋਨ ਕਰਦੇ ਵੀ ਅਸੀਂ 50 ਬੰਦੇ ਬੈਠੇ, ਸਾਡੀਆਂ ਵੋਟਾਂ ਆ ਕੇ ਖਰੀਦ ਲਓ ਜੀ। ਉਹ ਲੀਡਰ ਸਾਹਿਬ ਆਪਣੇ ਬੰਦਿਆਂ ਨੂੰ ਫੋਨ ਕਰਦੇ, ਭਾਈ ਆ 50 ਵੋਟਾਂ ਵਾਲੇ ਬੰਦੇ ਜਾ ਕੇ ਮਿਲੋ, ਖਰੀਦ ਲਓ ਇਹਨਾਂ ਨੂੰ ਜੀ। ਅੱਗੋਂ ਉਹ ਬੰਦੇ ਕਹਿੰਦੇ ਲੀਡਰ ਸਾਹਿਬ ਇਹ ਸਾਰਾ ਪਿੰਡ ਵੇਖਣ ਨੂੰ ਫਿਰਦਾ, ਕਿੰਨੀ ਕੁ ਖਰੀਦੀਏ ਅਸੀਂ? ਬਿਲਕੁਲ। ਫਿਰ ਤੁਹਾਡਾ ਕੀ ਸੋਲੂਗਾ? ਚਲੋ ਬੀਜੇਪੀ ਦੀ ਇੱਕ ਵੱਖਰੀ ਗੱਲ ਜੀ, ਝੰਡਾ ਫੜਿਆ ਜੀ, ਫੜਿਆ ਸੀ, ਕਹਿੰਦੇ ਪੰਜਾਬ ਦੀ ਗੱਲ ਕਰੋ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ, ਪੰਜਾਬ ਦੇ ਵਿਕਾਸ ਦੀ ਗੱਲ ਕਰੋ। ਫਿਰ ਤੁਸੀਂ ਬੀਜੇਪੀ ਜਿਹੜੇ ਕਰਦੇ ਹੋ, ਕਾਂਗਰਸ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ। ਜਿਹੜੀ ਗੁਰਮੀਤ ਜੀ ਤੁਸੀਂ ਗੱਲ ਕੀਤੀ 700 ਕਿਸਾਨਾਂ ਦੀ, ਉਹ ਜੰਗ ਸੀ ਸਾਡੀ। ਹਾਂਜੀ ਹਾਂਜੀ। ਉਹ ਕਿਸਾਨਾਂ ਨੇ ਜੰਗ ਫਤਿਹ ਕੀਤੀ ਆ, ਇਤਿਹਾਸ ਦੇ ਵਿੱਚ ਪਹਿਲੀ ਜੰਗ, ਏਡੀ ਵੱਡੀ ਜੰਗ, ਤੇ ਜਿਹੜਾ ਬੰਦਾ, ਉਹ ਬੰਦਾ ਜਿਹੜਾ ਅੜੀਅਲ ਸੁਭਾਅ ਦਾ ਬੰਦਾ ਵਾ, ਜਿਹੜੇ ਬੜੇ ਵੱਡੇ ਵਰਲਡ ਦੇ ਲੀਡਰ ਜੀ ਦਾ ਨਾਂ ਹੈਗਾ ਜੀ, ਉਹਨੂੰ ਮਜ਼ਦੂਰ ਕਰਤਾ ਚੁੱਕਣ ਵਾਸਤੇ ਏਡੀ ਵੱਡੀ ਜੰਗ ਜਿਹੜੀ ਹੈ ਨਾ, 700 ਜਿਹੜੇ ਉਹ ਸਾਡੇ ਸ਼ਹੀਦ ਨੇ, ਉਹ ਮਰੇ ਨਹੀਂ, ਸਾਡੇ ਸ਼ਹੀਦ ਨੇ। ਬਿਲਕੁਲ ਜੀ। ਉਹ ਜੰਗ ਜੀ ਸਾਡੀ, ਜੰਗ ਦੇ ਵਿੱਚ ਸ਼ਹੀਦ ਹੋ ਗਏ, ਕੋਈ ਗੱਲ ਨਹੀਂ। ਗਾਂ ਵੀ ਸਾਨੂੰ ਛੱਤ ਜਿਹੜੀਆਂ ਪੈਣੀਆਂ ਅਜੇ ਮੁੱਕਾ ਨਹੀਂ ਕੰਮ ਸਾਡਾ ਕੋਈ ਵੀ ਹੈਗਾ। ਆਹ ਤਾਂ ਜਿਹੜੇ ਕਿਸਾਨ ਮੋਰਚੇ ਵਾਲੇ ਪੈ ਗਏ ਇਲੈਕਸ਼ਨ ਚੱਕਰ ਤੇ ਕਿੰਗ ਮੇਕਰ ਰਹਿੰਦੇ, ਤੇ ਜਿੰਨਾ ਸਤਿਕਾਰ ਇਹਨਾਂ ਦਾ ਸੀ ਉਹਨਾਂ ਦੁਨੀਆ 'ਚ ਕਿਸੇ ਦਾ ਹੈ ਹੀ ਨਹੀਂ ਸੀਗਾ ਜੀ। ਨਹੀਂ, ਅਸੀਂ ਐਡੀ ਵੱਡੀ ਜੰਗ ਤਾਂ ਜਿੱਤ ਲਈ, ਪਰ ਅਸੀਂ ਫਿਰ ਉਹੀ ਬਲਦਾਂ ਵਾਲੀ ਪੰਜਾਲੀ ਗੱਲ 'ਚ ਪਾ ਲਈ ਜੀ। ਜੀ 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 ਜੀ, ਬਿਲਕੁਲ ਪਾਲੀ, ਬਿਲਕੁਲ ਜੀ। ਅਸੀਂ ਸਿੱਖਿਆ ਕੁਛ ਨਹੀਂ, ਅਸੀਂ ਸਿੱਖਿਆ ਕੁਛ ਨਹੀਂ ਹੈ ਜੀ। ਆਪਦੀ ਤਾਕਤ ਨਹੀਂ ਪਛਾਣਦੇ ਵੀ ਅਸੀਂ ਆਪਦੇ ਆਪ 'ਚ ਕਿੰਨੀ ਵੱਡੀ ਤਾਕਤ ਹੈ। ਔਰ ਇਹ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਹੈਗਾ, ਬਿਲਕੁਲ ਨਹੀਂ ਪਛਾਣਦੇ। ਕੋਈ ਵੀ ਸਟੈਪ ਜਿਹੜਾ ਚੱਕਦੇ ਆਉਣ ਵਾਲੀ ਪੀੜ੍ਹੀ ਨੂੰ ਉਹਦਾ ਹਰਜਾਨਾ ਭਰਨਾ ਪਊਗਾ। ਤਾਂ ਆਪਾਂ ਨੂੰ ਚਾਹੀਦਾ ਕਿ ਜਿਹੜੇ ਸਾਡੇ ਅਖੌਤੀ ਲੀਡਰ ਨੇ, ਉਹ ਭਾਵੇਂ ਕਿਸੇ ਵੀ ਪਾਰਟੀ ਦੇ ਨੇ, ਉਹ ਬਿਲਕੁਲ ਯੂਥ ਲਈ ਤੇ ਭਵਿੱਖ ਲਈ, ਪੰਜਾਬ ਦੇ ਭਵਿੱਖ ਲਈ ਜ਼ਰੂਰ ਉਹਨਾਂ ਨੂੰ ਕੁਝ ਨਾ ਕੁਝ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਲਈ ਤਾਂ ਲੋਕ ਜਾਗਰੂਕ ਹੋ ਗਏ ਆ, ਹੁਣ ਇਹ ਬੋਲਣਗੇ ਵੀ, ਪੁੱਛਣਗੇ ਵੀ, ਤੇ ਤੁਹਾਨੂੰ ਘੇਰਣਗੇ ਵੀ। ਸ਼ੁਕਰੀਆ ਜੀ। ਬਿਲਕੁਲ ਗੁਰਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਪੱਟੀ ਸਾਹਿਬ, ਅਗਲੀ ਗੱਲ ਆਉਂਦੀ ਆ ਉਹੀ ਜਿੱਥੋਂ ਆਪਾਂ ਸੁਨੀਲ ਜਾਖੜ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਚੋਣਾਂ ਤੋਂ ਬਾਅਦ ਮੁੜ ਲਾਗੂ ਹੋ ਸਕਦੇ ਨੇ ਖੇਤੀ ਕਾਨੂੰਨ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਸੁਨੀਲ ਜਾਖੜ ਦੀ ਗੱਲ ਹੈ ਜੀ, ਦੁਬਾਰਾ ਕਾਨੂੰਨ ਲਾਗੂ ਹੋ ਸਕਦੇ ਨੇ ਜੀ। ਉਹ ਚਿੰਤਾ ਜ਼ਾਹਰ ਕਰਦੇ ਵੀ ਜਿਹੜਾ ਕਿਸਾਨ ਸੰਯੁਕਤ ਮੋਰਚਾ ਸੀ, ਉਹ ਸੰਯੁਕਤ ਕਿਸਾਨ ਮੋਰਚਾ ਸੀ, ਉਹ ਖੇਰੀ ਖੁਰੀ ਹੋ ਚੁੱਕਾ ਵਾ। ਬਿਲਕੁਲ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ, ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਾਨੂੰਨ ਵਾਪਸ ਲਿਆ, ਉਦੋਂ ਪਹਿਲਾਂ ਚਿੱਠੀਆਂ ਦਾ ਆਦਾਨ ਪ੍ਰਦਾਨ ਸਰਕਾਰ ਨਾਲ ਚੱਲਦਾ ਰਿਹਾ ਅੰਦਰ ਖਾਤੇ ਜੀ, ਜਿਹਦੇ ਵਿੱਚ ਸੀਨੀਅਰ ਲੀਡਰਾਂ ਦੇ ਦਸਖਤ ਪਾਏ ਗਏ। ਬਕਾਇਦਾ ਤੌਰ ਤੇ ਮੀਟਿੰਗ ਨਾਲ ਮਾਫੀ ਵੀ ਮੰਗੀ ਵੀ ਸਾਡੇ ਕੋਈ ਗਲਤੀ ਸਮਝੀ ਨਹੀਂ ਸੀ ਕਰਨੀ ਸੀ, ਕਿਉਂ ਬਾਕੀ ਜਥੇ ਨੇ ਦੱਸਿਆ ਬਗੈਰ ਤੁਸੀਂ ਕਾਰਸਪੋਂਡੈਂਸ ਕਿਉਂ ਕੀਤਾ ਸਰਕਾਰ ਨਾਲ ਜੀ। ਜੇ ਉਹ ਕਾਰਸਪੋਂਡੈਂਸ ਨਾ ਚੱਲਦਾ ਤੇ ਸ਼ਾਇਦ ਮਹੀਨਾ 2 ਮਹੀਨੇ ਸਾਡਾ ਪਹਿਲਾਂ ਇਹ ਬਕਾਇਦਾ ਤੌਰ ਤੇ ਮੋਰਚਾ ਫਤਿਹ ਹੋ ਜਾਂਦਾ। ਬਿਲਕੁਲ।
ਜਦੋਂ ਫਿਰ ਇਹ ਰੌਲਾ ਪੈ ਗਿਆ ਵੀ ਚਿੱਠੀਆਂ ਲਿਖੀਆਂ, ਚਿੱਠੀਆਂ ਸਾਬਤ ਹੋ ਗਈਆਂ ਕਿਹਨੇ ਕਿਹਨੇ ਲਿਖੀਆਂ, ਤੋਂ ਫਿਰ ਬਾਕੀ ਜਥੇਬੰਦੀਆਂ ਨੇ ਇਤਰਾਜ਼ ਕੀਤਾ ਵੀ ਤੁਹਾਡੇ ਖਿਲਾਫ ਕਾਰਵਾਈ ਕਿਉਂ ਕੀਤੀ ਜਾਵੇ ਜੀ। ਉਹ ਜਦੋਂ ਕਾਰਵਾਈ ਦੀ ਗੱਲ ਕੀਤੀ ਤੇ ਫਿਰ ਉਹਨਾਂ ਕਿਹਾ ਜੀ ਹੁਣ ਸਾਡੇ ਖਿਲਾਫ ਕਾਰਵਾਈ ਹੋਣ ਲੱਗੀ ਹੈ, ਸਾਡਾ ਕੁਝ ਸੋਚੋ। ਤੇ ਫਿਰ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਆ ਕੇ ਕਹਿ ਦਿੱਤਾ ਵੀ ਭਾਈ ਅਸੀਂ ਕਾਨੂੰਨ ਵਾਪਸ ਲੈਣੇ 19 ਨਵੰਬਰ ਨੂੰ ਜੀ, ਜਿੱਦਣ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀਗਾ ਜੀ। ਇਸੇ ਕਰਕੇ ਜਿਹੜੀ ਗੱਲ ਆਪਾਂ ਕਰਦੇ ਹਾਂ ਉਹ ਜਿਹੜੇ ਸੁਨੀਲ ਜਾਖੜ ਹੋ ਰਹੀ ਉਹ ਬਕਾਇਦਾ ਚਿੰਤਾ ਜ਼ਾਹਰ ਕਰ ਰਹੇ ਨੇ। ਜਿੱਦਾਂ ਕਿਸਾਨ ਸੰਯੁਕਤ ਕਿਸਾਨ ਮੋਰਚਾ ਖੇਰੂ ਖਰੂ ਹੋ ਗਿਆ, ਦੁਬਾਰਾ ਜਿਹੜਾ ਮੋਰਚਾ ਲੱਗਣ ਦੀ ਕੋਈ ਆਸ ਨਹੀਂ ਰਹਿ ਗਈ ਜੀ। ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਪਤਾ ਵੀ ਉਹ ਦੁਬਾਰਾ ਇਹ ਕਾਨੂੰਨ ਲਾਗੂ ਕਰ ਸਕਦੇ। ਤੁਹਾਨੂੰ ਪਤਾ ਇੱਕ ਦੋ ਮੰਤਰੀਆਂ ਨੇ ਕਹਿਤਾ ਸੀ ਇਹਨਾਂ ਨੇ ਜੀ, ਫਿਰ ਕੀ ਇਹ ਕਾਨੂੰਨ ਫਿਰ ਲਾਗੂ ਹੋ ਜਾਣਗੇ। ਹਰਜੀਤ ਗਰੇਵਾਲ ਨੇ ਕਹਿੰਦਾ ਲਾਗੂ ਹੀ ਗੱਲ ਸੀ। ਇੱਕ ਕਾਲਰ ਆਪਣੇ ਨਾਲ ਉਹਨਾਂ ਚਿੰਤਾ ਜ਼ਾਹਰ ਕੀਤੀ ਹੈ, ਪਰ ਮੈਨੂੰ ਨਹੀਂ ਉਮੀਦ ਕਿ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਜਾਂ ਬੀਜੇਪੀ ਇਹੋ ਜਿਹੀ ਗਲਤੀ ਦੁਬਾਰਾ ਕਰੂਗੀ ਕਿ ਕਾਨੂੰਨ ਦੁਬਾਰਾ ਲਾਗੂ ਕਰਕੇ ਤੇ ਜਿਹੜਾ ਵਾ ਇਹ ਫਿਰ ਆਪਣੇ ਕੋਲ ਮਰਿਆ ਸਭ ਗਲ ਪਊ ਕਿ ਇੱਕ ਮੌਕਾ ਹੋਰ ਦੇਗੀ ਕਿਸਾਨ ਨੂੰ। ਕਿਸਾਨ ਤਾਂ ਜਿਵੇਂ ਜਥੇਬੰਦ ਹੈਗੇ ਆ, ਬਿਲਕੁਲ ਚਾਰ ਜਥੇਬੰਦੀਆਂ ਨਾਲ ਨਹੀਂ ਛੱਡਦੇ ਉਹਨਾਂ ਨੂੰ, ਬਾਕੀ ਸਾਰੀ ਜਥੇਬੰਦੀਆਂ ਨਾਲ ਨੇ। ਸਭ ਤੋਂ ਵੱਡੀ ਜਥੇਬੰਦੀ ਉਗਰਾਹਾਂ ਦੀ ਹੈ ਨਾ ਪੰਜਾਬ ਦੇ ਵਿੱਚ ਜੀ। ਟਕੈਤ ਉੱਥੇ ਖੜਾ ਯੂਪੀ ਦੇ ਵਿੱਚ, ਉਹਨੂੰ ਟਕੈਤ ਉਹਨਾਂ ਪੈਸੇ ਵੀ ਦੇਣ ਦੀ ਕੋਸ਼ਿਸ਼ ਕੀਤੀ, ਉਹਨੂੰ ਟਿਕਟਾਂ ਵੀ ਦੇਣ ਦੀ ਕੋਸ਼ਿਸ਼ ਕੀਤੀ। ਬਿਲਕੁਲ ਨਹੀਂ, ਮੈਂ ਜਿੱਥੇ ਖੜਾ ਮੈਨੂੰ ਰਹਿਣ ਦਿਓ, ਮੈਂ ਕਿਸਾਨਾਂ ਦਾ ਆਗੂ ਬਣ ਕੇ ਰਹੂੰਗਾ। ਮੈਂ ਉਹਨੇ ਨਾਮ ਕੱਟਿਆ ਜੀ 28 ਜਨਵਰੀ ਨੂੰ ਜਿਹੜੇ ਬਕਾਇਦਾ ਤੌਰ ਤੇ ਟਕੈਤ ਸਾਹਿਬ ਦੇ ਹੰਝੂ ਵਗੇ ਸੀ ਉਹ ਸਮੁੰਦਰ ਬਣ ਗਏ, ਸਮੁੰਦਰ ਦੀ ਛੱਲ ਬਣ ਕੇ ਸਰਕਾਰ ਦੇ ਸਾਰੇ ਪ੍ਰਬੰਧ ਜਿਹੜੇ ਸੀ ਉਹ ਰੋੜ ਕੇ ਲੈ ਗਏ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਇਲਾਕੇ ਦੇ ਵੱਡੀ ਗਿਣਤੀ ਚ ਪਹੁੰਚ ਕੇ ਮੌਕੇ ਦੇ ਵਿੱਚ ਚੌਧਰੀ ਹੋਇਆ ਕਿਉਂ? ਇਸ ਕਰਕੇ ਸਾਡੇ ਲੀਡਰਾਂ ਜਿਹੜੀ ਗਲਤੀਆਂ ਕੀਤੀਆਂ ਠੀਕ ਹੈ। ਸੁਨੀਲ ਜਾਖੜ ਨੇ ਚਿੰਤਾ ਪ੍ਰਗਟ ਕੀਤੀ, ਚਿੰਤਾ ਠੀਕ ਹੈ ਉਹਨਾਂ ਦੀ, ਮੈਂ ਉਹਨਾਂ ਨੂੰ ਸਹਿਮਤ ਹਾਂ। ਜੇਕਰ ਕਿਸਾਨਾਂ ਨੂੰ ਇਹਦੇ ਬਾਰੇ ਦੁਬਾਰਾ ਸੋਚਣਾ ਪਊਗਾ ਜੀ। ਸਾਡੇ ਨਾਲ ਫੋਨ ਲਾਈਨ ਤੇ ਕਾਲਰ ਮੌਜੂਦ ਨੇ ਜੀ 92 164 ਤੇ ਦੂਸਰੇ 98 149 ਤੇ ਵੀ। ਅਸੀਂ ਦੋਵੇਂ ਕਾਲਰਾਂ ਨੂੰ ਬੇਨਤੀ ਕਰਾਂਗੇ ਕਿ ਇੱਕ ਤੋਂ ਬਾਅਦ ਇੱਕ ਜਿਹੜਾ ਹੈਗਾ ਆਪਦਾ ਸਵਾਲ ਸਾਡੇ ਨਾਲ ਸਾਂਝਾ ਕਰਨ। 92 164 ਅਸੀਂ ਲਾਈਵ ਕਰ ਰਹੇ ਹਾਂ। ਹੈਲੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਬਰਾੜ ਸਾਹਿਬ, ਪੱਟੀ ਸਾਹਿਬ, ਮੈਂ ਬਾਜਵਾ ਬੋਲਦਾ। ਮੈਨੂੰ ਪਤਾ। ਸਤਿ ਸ਼੍ਰੀ ਅਕਾਲ ਜੀ। ਜੀ ਬਾਜਵਾ ਜੀ, ਜੀ ਬਾਜਵਾ ਜੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਦੋਵਾਂ ਨੂੰ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਗੱਲ ਤਾਂ ਤੁਸੀਂ ਜਿਹੜੀ ਕਰਨੀ ਮੈਂ ਕਰਨ ਲੱਗਾ ਉਹ ਤੁਸੀਂ ਕਰ ਗਏ ਹੋ। ਵੇਖੋ ਬਹੁਤ ਵੱਡੀ ਜੰਗ ਜਿੱਤੀ ਕਿਸਾਨਾਂ ਨੇ। ਜੀ 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 ਜੀ। ਪਰ ਸਾਡੀ ਬਦਕਿਸਮਤੀ ਜਦੋਂ ਵੀ ਅਸੀਂ ਮਤਲਬ ਵੀ ਜਿੱਤ ਕੇ ਹਾਰੇ ਆ ਨਾ, ਉਹ ਪਿੱਛੇ ਆਣ ਕੇ ਗੱਲ ਮੁੱਕਦੀ ਜਦੋਂ ਸ਼ੇਰ ਪੰਜਾਬ ਮਹਾਰਾਜ ਦੀ ਗੱਲ ਕਰਨੇ ਪੈਂਦੇ ਆ। ਫੁੱਟ ਤੂੰ ਕਈ ਫੁੱਟ ਚੰਦਰੀ ਜਾਲ ਵਿਛਾ ਸਾੜੀ ਇਸ ਪੰਜਾਬ ਦੀ ਕਿਸਮਤ ਹਾਰ ਜੀ। ਜਦੋਂ ਫੁੱਟ ਪੈ ਜਾਂਦੀ ਹੈ ਨਾ, ਉਹ ਸਾਡੀ ਜਿਹੜੀ ਜਿੱਤੀ ਹੋਈ ਜੰਗ ਨਾ ਉਹ ਵੀ ਇਹੀ ਹਾਰ ਕੇ ਪੈ ਗਏ ਨੇ। ਕਿਸਾਨਾਂ ਨੇ ਬੜੀ ਵੱਡੀ ਜੰਗ ਜਿੱਤੀ। ਪੰਜਾਬ ਨੂੰ ਆਏ ਲੋਕਾਂ ਨੇ ਬੜਾ ਭਰਵਾਂ ਸਵਾਗਤ ਕੀਤਾ। ਲੇਕਿਨ ਜੇ ਕਿਤੇ ਇਲੈਕਸ਼ਨ ਵਿੱਚ ਨਾ ਖਲੋਤੇ ਉਹ ਸਵਾਗਤ ਜਿਹੜਾ ਸੀ ਬਰਕਰਾਰ ਰਹਿਣਾ ਸੀ ਉਸੇ ਦਾ ਉਸੇ ਤਰ੍ਹਾਂ। ਤੇ ਦਬਦਬਾ ਪੂਰੇ ਦੇਸ਼ ਦੇ ਵਿੱਚ ਤੇ ਪੰਜਾਬ ਦੇ ਕਿਸਾਨਾਂ ਨੂੰ ਸਾਰੇ ਕਿੰਨੇ ਤੇ ਪਹਿਲੇ ਨੰਬਰ ਤੇ ਇਹ ਅੱਗੇ ਤੇ ਅਸੀਂ ਪਿੱਛੇ। ਅੱਜ ਇਹਨਾਂ ਦੀ ਫੁੱਟ ਕਾਰਨ ਇਲੈਕਸ਼ਨ ਵਿੱਚ ਖਲੋਣ ਕਰਕੇ ਜਿਹੜਾ ਉਹ ਮਾਨ ਸਤਿਕਾਰ ਬਣਿਆ ਸੀ ਇੱਕ ਤੇ ਉਹ ਵੀ ਜਾਂਦਾ ਰਹਿਣਾ। ਅੱਜ ਇਹ ਬਿਲਕੁਲ ਥੱਲੇ ਚਲੇ ਗਏ ਪੰਜਾਬ ਵਾਲੇ। ਅੱਜ ਹਰਿਆਣਾ ਵਾਲੇ ਵੀ ਆਪਣੇ ਸਟੈਂਡ ਤੇ ਖੜੇ ਨੇ। ਤੇ ਯੂਪੀ ਦੀ ਗੱਲ ਕਰ ਗਈ ਡਕੈਤ ਸਾਹਿਬ, ਉਹ ਵੀ ਆਪਣੇ ਸਟੈਂਡ ਤੇ ਖੜੇ ਨੇ। ਹੋਰ ਵੀ ਲੋਕ ਖੜੇ ਨੇ। ਜਿੱਥੇ ਕਦੇ ਇਹਨਾਂ ਦੇ ਮੂੰਹ ਵੱਲ ਵੇਖਦੇ ਸੀ ਕਿ ਸਾਡੇ ਲੀਡਰਾਂ ਦੇ ਮੂੰਹ ਤੇ ਜਿਹੜੀ ਗੱਲ ਨਿਕਲੀ ਉਹ ਤੇ ਪੁਲਿਸ ਹੋਏ ਤੇ ਕਹਿੰਦੇ ਵੀ ਹੁਣ ਪਹਿਲਾਂ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਸੰਘਰਸ਼ ਵਿੱਢਿਆ ਉਹਨਾਂ ਦੇ ਸ਼ਾਬਾਸ਼, ਅਸੀਂ ਉਹਨਾਂ ਦੇ ਪਿੱਛੇ ਹਾਂ। ਜੋ ਵੀ ਕਹਿਣਗੇ ਅਸੀਂ ਉਹਨਾਂ ਦੇ ਤੇ ਪੁਲਿਸ ਭਰਾਵਾ। ਇਸ ਕਰਕੇ ਇਹ ਇਹਨਾਂ ਨੂੰ ਚਾਹੀਦਾ ਸੀ ਸਾਡੇ ਕਿਸਾਨ ਆਗੂਆਂ ਨੂੰ ਕਿ ਤਿਆਰੀ ਕਰਦੇ ਜਦੋਂ ਅਗਲੀ ਇਲੈਕਸ਼ਨ ਆਉਂਦੀ ਤੇ ਪੂਰੇ ਜੰਗ ਜਲਾਓ ਨਾਲ ਪੂਰਾ ਫੈਸਲਾ ਬੰਨ ਕੇ ਲੜਦੇ ਤੇ ਜਿੱਤ ਕਿਤੇ ਨਹੀਂ ਸੀ ਗਈ। ਲੇਕਿਨ ਇਹਨਾਂ ਦੀ ਫੁੱਟ ਤੇ ਦਵਾ ਦਾ ਸਾਡੀ ਸਾਨੂੰ ਹੀ ਹੁਣ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਣੀ ਹੈ, ਸਾਨੂੰ ਹੀ ਐਮਐਲਏ ਬਣ ਜਾਣਾ। ਸਾਰਾ ਕੁਝ ਪਾਟੋ ਧਾੜ ਕਰਕੇ ਇਹਨਾਂ ਨੇ ਬਣਿਆ ਜਿਹੜਾ ਰੋਹਬ ਹੈ ਨਾ, ਉਹ ਰੋਹਬ ਦਬਦਬਾ ਗਵਾ ਲਿਆ। ਇਹ ਦਬਦਬਾ ਮੁੜ ਕੇ ਸਰਕਾਰ ਤੇ ਨਹੀਂ ਬਣਨਾ ਜੋ ਮਰਜ਼ੀ ਕਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬਿਲਕੁਲ ਠੀਕ ਹੈ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਜਿਹੜਾ ਪਹਿਲੇ ਵਾਲਾ ਸਾਡਾ ਦਬਦਬਾ ਸੀ ਉਹ ਸ਼ਾਇਦ ਨਾ ਬਣ ਸਕੇ। ਉਹ ਦਬਦਬਾ ਕੱਲਾ ਇੱਥੇ ਦੀ ਵਰਲਡ ਦੇ ਕਿਸਾਨਾਂ ਚ ਬਣੇ ਸੀ। ਵਰਲਡ ਦੇ ਕਈ ਕੰਟਰੀ ਚ ਹੋਰ ਵੀ ਲੋਕਾਂ ਨੇ ਇਸ ਮੋਰਚੇ ਨੂੰ ਵੇਖ ਕੇ ਉੱਥੇ ਆਪਣੇ ਜਿਹੜੇ ਸੀ ਮਾਰਚ ਕੀਤੇ ਸੀਗੇ ਆਪਣੀਆਂ ਮੰਗਾਂ ਵਾਸਤੇ ਜੀ। ਟਰੈਕਟਰ ਮਾਰਚ ਕੀਤੇ ਸੀਗੇ ਬਕਾਇਦਾ ਤੌਰ ਤੇ। ਇਹ ਤੁਹਾਡੀ ਗੱਲ ਠੀਕ ਆ, ਲੇਕਿਨ ਕੋਈ ਗੱਲ ਨਹੀਂ, ਗੁਰੂ ਪਾਤਸ਼ਾਹ ਭਲੀ ਕਰਨਗੇ ਜੀ।
ਸਮੱਤ ਬਖਸ਼ਣਗੇ ਇਹਨਾਂ ਨੂੰ ਜਿਹੜੇ ਲੋਕ ਇਹੋ ਜਿਹੇ ਟੇਢੇ ਮੇਢੇ ਹੋਏ ਫਿਰਦੇ ਨੇ ਜੀ। ਬਿਲਕੁਲ ਜੀ, ਇੱਕ ਇਹਦੀ ਘਾਟ ਤਾਂ ਬਿਲਕੁਲ ਰਹੇਗੀ। ਇੱਕ ਹੋਰ ਕਾਲਰ ਸਾਡੇ ਨਾਲ ਨੇ ਜੀ 98-149 ਤੇ ਔਨ 에ਅਰ ਹੋ ਰਹੇ ਆ ਜੀ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹੈਲੋ ਡਾਕਟਰ ਸਾਹਿਬ, ਪਿੰਡ ਦੇ ਵਿੱਚ ਨਾ ਇੱਕ ਮਹਾਜਨ ਦਾ ਵਿਆਹ ਸੀਗਾ ਅਚਾਨਕ ਜੀ, ਤੇ ਉਹਨੂੰ ਜਲਦੀ ਦੇ ਵਿੱਚ ਨਾ ਕੱਚੇ ਕੰਧਾਂ ਜਿਹੜੀਆਂ ਸੀ ਕੱਚੀਆਂ ਸੀਗੀਆਂ, ਜਿਹੜੀਆਂ ਬਾਹਰ ਦੇ ਘਰ ਦੀਆਂ ਸੀਗੀਆਂ ਜੀ। ਉਹਨੇ ਕੀ ਕੀਤਾ ਕਿ ਹੁਣ ਜਿਵੇਂ ਜੱਟ ਹੁੰਦੇ, ਜਿਵੇਂ ਵਿਆਹ ਆ ਜਾਏ ਤਾਂ ਆਪਣੇ ਜੱਟ ਜ਼ਿਮੀਂਦਾਰਾਂ ਦੇ ਪਰਿਵਾਰ ਕਰਜ਼ਾ ਚੁੱਕ ਕੇ ਤੇ ਕੰਧਾਂ ਕੋਠੀਆਂ ਲਿਪਣ ਲੱਗ ਪੈਂਦੇ ਆ ਤੇ ਸੀਮੈਂਟ ਕਰਨ ਲੱਗ ਪੈਂਦੇ ਆ, ਹਨਾ, ਮਤਲਬ ਵਾਹਵਾ ਖਰਚਾ ਕਰ ਲੈਂਦੇ ਕਰਜ਼ਾ ਚੁੱਕ ਕੇ। ਉਹ ਮਹਾਜਨ ਨੇ ਕੀ ਕੀਤਾ ਕਿ ਉਹਨੂੰ ਪੈਸੇ ਥੋੜੀ ਬਹੁਤੀ ਤੰਗੀ ਸੀਗੀ ਤੇ ਉਹਨੇ ਕੱਚੀਆਂ ਕੰਧਾਂ ਦੇ ਉੱਤੇ ਲੇਪੜ ਲੱਗੇ ਹੋਏ ਸੀਗੇ, ਲੇਪੜ ਦੇ ਉੱਤੇ ਉਹਨੇ ਸੀਮੈਂਟ ਥੱਪ ਦਿੱਤਾ ਜੀ। ਉਹਨੇ ਉਹ 2 ਬੋਰੀਆਂ ਸੀਮੈਂਟ ਲੱਗਿਆ ਉਹਨੇ ਤੇ ਆਪਣਾ ਉਹਨੇ ਕੰਮ ਚਲਾ ਲਿਆ। ਤੇ ਥੋੜੀ ਦੇਰ ਬਾਅਦ ਪਤਾ ਹੀ ਸੀਗਾ ਵੀ ਉਹ ਲੇਪੜ ਡਿੱਗਣੇ ਸੀਗੇ ਤੇ ਸੀਮੈਂਟ ਵੀ ਡਿੱਗ ਪੈਣਾ ਸੀਗਾ। ਇਹ ਮੇਰੀ ਛੋਟੀ ਜੀ ਇੱਕ ਅਸਲ ਕਹਾਣੀ ਸੁਣਾਉਣ ਦਾ ਮਤਲਬ ਇਹ ਹੈਗਾ ਕਿ ਜਿਹੜਾ ਤੁਸੀਂ ਗੱਲ ਕਰਦੇ ਪਏ ਸੀ, ਸਾਡੇ ਪਿਛਲੇ ਕਾਲਰ ਵੀ ਹਬੋਰ ਤੋਂ ਕਹਿ ਕੇ ਗਏ ਜਿਹੜੇ ਪਿੰਡ ਤੋਂ ਸੀਗੇ ਵੀ ਸਾਡੇ ਲੋਕ ਇੰਨੇ ਕੁ ਮਤਲਬ ਅਸੂਲਾਂ ਦੇ ਕੱਚੇ ਦੇ ਅੰਦਰੋਂ ਬੇਈਮਾਨ ਹੋ ਗਏ, ਭਾਵੇਂ ਦੇ ਜਾਗਰੂਕ ਵੀ ਹੋ ਗਏ। ਉਹਦਾ ਕਾਰਨ ਹੈ, ਉਹਦੇ ਕਾਰਨ ਇਹ ਹੈ ਕਿ ਜਦੋਂ ਕਿਸੇ ਦਾ ਮਸਤਕਬਲ ਦੇਸ਼ ਦਾ ਨਿਰਧਾਰਿਤ ਹੁੰਦਾ ਨਾ, ਉਹ 2 ਚੀਜ਼ਾਂ ਦੇ ਆਧਾਰਿਤ ਹੁੰਦਾ। ਉਹਨਾਂ ਦਾ ਸਾਹਿਤਕਾਰ ਜਿਹੜੇ ਹੈਗੇ ਆ ਤੇ ਉਹਨਾਂ ਦੇ ਰਿਲੀਜੀਅਸ ਜਿਹੜੇ ਵੈਲਿਊਜ਼ ਆ, ਐਥਿਕਸ ਹੈਗੇ ਆ, ਉਹ ਕਿੰਨੇ ਕੁ ਸਟਰੋਂਗ ਹੈਗੇ ਆ। ਠੀਕ ਹੈ, ਹੁਣ ਜਿਹੜੇ ਧਾਰਮਿਕ ਵੈਲਿਊ ਐਥਿਕਸ ਹੈਗੇ ਉਹ ਆਪਾਂ ਸਾਰਿਆਂ ਨੂੰ ਪਤਾ ਹੈਗੇ ਆ ਕਿ ਉਹ ਕਿਵੇਂ ਵੇਚ ਕੇ ਖਾ ਗਏ ਆ ਇਹ ਲੋਕ। ਬਾਦਲ ਦਲ ਵਾਲੇ ਜਿਹੜੇ, ਜਾਂ ਜਿਵੇਂ ਇਹਨਾਂ ਨੇ RSS ਦੇ ਕੱਛੇ ਪਾ ਕੇ ਕਸ਼ਹਿਰਿਆਂ ਦੇ ਥੱਲੇ ਤੇ ਉਹ ਜੋ ਕੁਛ ਧਰਮ ਦਾ ਕੀਤਾ ਉਸ ਆਪਾਂ ਸਾਰਿਆਂ ਤੋਂ ਮਤਲਬ ਲੁਕਿਆ ਛਿਪਿਆ ਨਹੀਂ ਹੈਗਾ ਗਾ। ਜਿੱਥੇ ਸਾਡਾ ਆਪਣਾ ਨਾਨਕਸ਼ਾਹੀ ਕੈਲੰਡਰ ਨਾ ਹੋਵੇ, ਲਾਗੂ ਨਾ ਹੋਣ ਦੇਵੇ RSS, ਤੇ ਉਸ ਤੋਂ ਬਾਅਦ ਤਾਂ ਫਿਰ ਪਿੱਛੇ ਰਹਿੰਦੀਆਂ ਕੀ ਗੱਲਾਂ। ਬਾਕੀ ਪੱਟੀ ਸਾਹਿਬ ਨੇ ਦੱਸਦੇ ਹੁੰਦੇ ਆ, ਸਭ ਨੂੰ ਪਤਾ ਵੀ ਕਿਵੇਂ ਉੱਥੇ ਜਥੇਦਾਰ ਤੇ ਅਖੌਤੀ ਜਥੇਦਾਰ ਜਾਂ ਸ਼ੁਰਿਆਂ ਵਾਲੇ ਕਿਵੇਂ ਉੱਥੇ ਸਰਾਵਾਂ ਦੇ ਵਿੱਚ ਚਿਕਨ ਦੇ ਲੈਗ ਪੀਸ ਖਾਂਦੇ ਆ, ਸਭ ਨੂੰ ਪਤਾ। ਦੂਜੀ ਗੱਲ, ਜਿਹੜੇ ਸਾਹਿਤਕਾਰ ਆ, ਤੁਸੀਂ ਸਾਹਿਤਕਾਰ 1-2 ਮੇਰੇ ਇੱਕ ਹੱਥ ਦੀਆਂ ਉਂਗਲੀਆਂ ਦੇ ਪੋਟੇ ਵੀ ਖਤਮ ਨਹੀਂ ਹੁੰਦੇ ਗੇ ਜਦੋਂ ਮੈਂ 1 ਜਾਂ 2 ਨੂੰ ਗਿਣਦਾ। ਮੈਂ ਇਹ ਤੇ ਛੋਟੀ ਜਿਹੀ ਰਿਸਰਚ ਕੀਤੀ ਹੋਈ ਹੈ ਜੇ ਨਰਿੰਦਰ ਸਿੰਘ ਕਪੂਰ ਜਾਂ ਹੋਰ ਕੁਛ ਲੋਕਾਂ ਨੂੰ ਛੱਡ ਕੇ ਬਾਕੀ ਜਿੰਨੇ ਸਾਹਿਤਕਾਰ ਸੀਗੇ, ਆਪਾਂ ਸਭ ਨੂੰ ਤੁਸੀਂ ਦੇਖ ਲਓ, ਉਹਨਾਂ ਦੀਆਂ ਕਹਾਣੀਆਂ ਕੀ ਹੁੰਦੀਆਂ ਸੀਗੀਆਂ ਜਾਂ ਨਾਵਲ ਹੁੰਦੇ ਸੀ ਜਿਨ੍ਹਾਂ ਦੇ, ਮੈਂ ਉਹਨਾਂ ਨੂੰ ਬਹੁਤ ਵੱਡੇ ਸਾਹਿਤਕਾਰ ਨਹੀਂ ਮੰਨਦਾ ਗਾ, ਗੁਸਤਾਖੀ ਮਾਫ ਜੇ ਮੈਂ ਕਿਸੇ ਨੂੰ ਪਤਾ ਲੱਗਿਆ ਹੋਵੇ। ਉਹਨਾਂ ਨੇ ਦੇਖੋ, ਉਹਨਾਂ ਨੇ ਵੱਧ ਤੋਂ ਵੱਧ ਲਿਖੀਆਂ ਕਹਾਣੀਆਂ, ਕੋਈ ਬੰਗਾਲ ਤੋਂ ਜਾਂ ਉਧਰੋਂ UP ਬਿਹਾਰ ਤੋਂ ਜਨਾਨੀ ਕੱਢ ਕੇ ਲੈ ਜਾਂਦੀ, ਇੱਕ ਪਿੰਡ ਚਮੜੀ ਸੀ, ਉਹਨਾਂ ਦੇ ਇਹਦੇ ਉੱਤੇ ਹੀ ਉਹਨਾਂ ਦੇ ਨਾਵਲ ਤੇ ਉਹਨਾਂ ਦੀਆਂ ਕਹਾਣੀਆਂ ਵਿਕਦੀਆਂ ਰਹੀਆਂ ਹੁਣ ਤੱਕ। ਜਾਂ ਉਸ ਤੋਂ ਬਾਅਦ 84 ਦੇ ਵਿੱਚ ਉਹਨਾਂ ਨੇ ਜ਼ਰੂਰ ਥੋੜਾ ਬਹੁਤਾ ਕੁਛ ਲਿਖਿਆ ਵੀ 84 ਦੇ ਵਿੱਚ ਕਿਵੇਂ ਨਕਲੀ ਕੇਸ ਬਣਦੇ ਹੁੰਦੇ ਸੀ, ਪੁਲਿਸ ਬਣਾਉਂਦੀ ਹੁੰਦੀ ਸੀਗੀ ਤੇ ਮੁਕਾਬਲੇ ਕਿਵੇਂ ਹੁੰਦੇ ਸੀਗੇ। ਉਹ ਕੁਛ ਰਾਈਟਰ ਆ ਤੇ ਕੁਛ ਪਰਸੈਂਟੇਜ ਰਾਈਟਰ ਲਿਖਿਆ, ਜਿੰਨਾ ਕੁ ਮੈਂ ਕਹਿੰਦਾ ਕਿ ਉਹ 10% ਤੋਂ ਵੀ ਘੱਟ ਉਹਨਾਂ ਨੇ ਮਟੀਰੀਅਲ ਲਿਖਿਆ ਉਹਦੇ ਉੱਤੇ। ਬਾਕੀ ਜ਼ਿਆਦਾਤਰ ਨੇ ਤੁਸੀਂ ਆਪਾਂ ਦੇਖ ਲਓ, ਜਿੰਨੇ ਆ ਪ੍ਰੋਫੈਸਰ ਹੋਏ ਆ ਜਾਂ ਜਿੰਨੇ ਸਾਹਿਤਕਾਰ ਹੋਏ ਆ, ਇਹਨਾਂ ਨੇ ਕਿਵੇਂ ਆਪਣੀਆਂ, ਜੇ ਤੁਸੀਂ ਰਿਸਰਚ ਕਰੋਗੇ, ਕਿਵੇਂ ਇਹਨਾਂ ਨੇ ਆਪਣੀਆਂ, ਈਵਨ ਪ੍ਰੋਫੈਸਰ ਟਿਵਾਣਾ ਵਰਗੇ ਜਿਹੜੇ ਹੁਣੇ ਪਿੱਛੇ ਜੇ ਸਵਰਗਵਾਸ ਹੋਏ ਆਪਾਂ ਸਭ ਜਾਣਦੇ ਆ, ਉੱਚੀ ਹਸਤੀ ਸੀਗੇ, ਕਿਵੇਂ ਉਹਨਾਂ ਨੇ ਇੱਕ ਨਾਮੇ ਦੀ ਭੁੱਖ ਹੁੰਦੀ ਸੀਗੀ, ਕਿਵੇਂ ਉਹਨਾਂ ਨੂੰ, ਜਿਵੇਂ ਪਾਤਰ ਸਾਹਿਬ ਨੇ ਦੇਖ ਲਓ, ਸਾਰਿਆਂ ਨੇ ਸਾਹਿਤ ਅਵਾਰਡ ਵਾਪਸ ਕੀਤੇ, ਉਹਨਾਂ ਨੇ ਬਿਲਕੁਲ ਨਹੀਂ ਕੀਤਾ ਗਾ। ਠੀਕ ਆ, ਤੇ ਆਪਾਂ ਪਾਤਰ ਸਾਹਿਬ ਦੇ ਮੰਨ ਲੈਂਦੇ ਹਾਂ ਵੀ ਠੀਕ ਆ, ਉਹਨਾਂ ਨੇ ਲਿਖਿਆ ਕੁਛ, ਉਹਨਾਂ ਨੇ ਸੇਧ ਦੇਣ ਲਈ ਲਿਖਿਆ, ਪਰ ਇਹ ਤੁਸੀਂ ਦੇਖੋ ਕਿ ਇਹਨਾਂ ਦੇ ਵਿੱਚ ਇਹ ਜਦੋਂ ਸਾਹਿਤਕਾਰ ਆਪਣੇ ਜਿਹੜੇ ਚੀਜ਼ ਤੋਂ, ਅਸਲੀ ਚੀਜ਼ ਤੋਂ ਜਾਂ ਲੋਕਾਂ ਨੂੰ ਫਿਊਚਰ ਨਾ ਦਿਖਾ ਸਕਦਾ ਹੋਵੇ ਆਪਣੀਆਂ ਅਖੌਤੀਆਂ ਦੇ ਵਿੱਚ, ਉਹ ਨਕਲੀ PhDਆਂ ਲੈ ਕੇ ਜਿਨ੍ਹਾਂ ਨੇ ਕਾਲਜਾਂ ਦੇ ਪ੍ਰੋਫੈਸਰ ਬਣ ਕੇ ਆਪਣਾ ਇੱਕ ਸਿਰਫ ਰੋਜ਼ੀ ਰੋਟੀ ਦਾ ਜਿਹੜਾ ਬ੍ਰੈਡ ਬਟਰ ਦਾ ਜਿਹੜਾ ਕੰਮ ਕਰਨਾ ਸੀਗਾ, ਉਹ ਉਹਨਾਂ ਕੁ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਉਹ ਜਿਵੇਂ ਨਹੀਂ ਆਪਾਂ ਇੱਕ ਯਾਰ ਦੋਸਤ ਬੈਠੇ ਕੋਈ ਕਹਾਣੀਆਂ ਸੁਣਾਈ ਜਾਂਦੇ ਹੁੰਦੇ ਆ, ਉਵੇਂ ਕਹਾਣੀਆਂ ਦੇ ਨਾਵਲ ਛਾਪ ਕੇ ਉਹਨਾਂ ਨੇ ਆਪਣਾ ਪੈਸਾ ਕਮਾਇਆ, ਰੋਜ਼ੀ ਰੋਟੀ ਕਮਾਈ ਹੈ। ਸਗੋਂ ਪੰਜਾਬੀ ਬੋਲੀ ਨੇ ਉਹਨਾਂ ਦੀ ਸੇਵਾ ਕੀਤੀ ਹੈ, ਨਾ ਕਿ ਉਹਨਾਂ ਨੇ ਪੰਜਾਬੀ ਦੀ ਸੇਵਾ ਕੀਤੀ। ਇਸ ਕਰਕੇ ਸਾਡਾ ਜਿਹੜਾ ਫਿਊਚਰ ਹੈ ਜਾਂ ਸਾਡੀ ਜਿਹੜੀ ਜਨਰੇਸ਼ਨ ਹੈਗੀ ਆ, ਜਿਹੜੀ ਹੋਣ ਵਾਲੀ ਹੈ, ਉਹ ਸਾਰੀ ਅਖੌਤੀ ਆ। ਉਵੇਂ ਹੀ ਉਹ ਜਿਵੇਂ ਕੱਚੀ ਕੰਧ ਦੇ ਉੱਤੇ ਲੇਪੜ ਲਾਏ ਹੋਏ ਆ ਸੀਮੈਂਟ ਦੇ, ਹੋਰ ਇਸ ਤੋਂ ਵੱਧ ਕੁਛ ਨਹੀਂ ਹੈਗਾ ਗਾ।
ਕਿ ਇੱਕ ਸਾਡੇ ਕੋਲ ਜਦੋਂ ਤੱਕ ਇਹ ਦੋਵੇਂ ਚੀਜ਼ਾਂ ਸਟਰੋਂਗ ਨਾ ਹੋਣ ਸਾਡੇ ਕੋਲ ਆਈਡੀਓਲੋਜੀ ਨਹੀਂ ਹੋ ਸਕਦੀ। ਜਿੰਨੀ ਦੇਰ ਤੱਕ ਸਾਡੇ ਕੋਲ ਆਈਡੀਓਲੋਜੀ ਨਹੀਂ, ਇਸੇ ਕਰਕੇ ਸਾਡਾ ਪੰਜਾਬ ਕਾਮਯਾਬ ਨਹੀਂ। ਤੁਸੀਂ ਦੇਖੋ ਜਿੰਨੀਆਂ ਨਵੀਆਂ ਪਾਰਟੀਆਂ ਆਉਂਦੀਆਂ ਇਹਨਾਂ ਕੋਲ ਆਈਡੀਓਲੋਜੀ ਦੀ ਕਮੀ ਹੋਣ ਕਰਕੇ ਇਹ ਉਸੇ ਵੇਲੇ ਧਵਸਤ ਹੋ ਜਾਂਦੇ, ਤਾਂ ਹੀ ਉਹ ਕਾਂਗਰਸ ਤੇ ਅਕਾਲੀ ਹੀ ਸਟਰੋਂਗ ਰਹਿੰਦੇ। ਤੇ ਜਿਹੜੇ ਵੀ ਆਪਾਂ ਮੰਨਦੇ ਹਾਂ ਵੀ ਇਹ ਲੋਕ ਇਹਨਾਂ ਪਾਰਟੀਆਂ 'ਚ ਨਿਕਲ ਕੇ ਆਪਦੀ ਪਾਰਟੀ ਬਣਾਉਂਦੇ, ਉਹ ਸਕਸੈਸਫੁਲ ਨਹੀਂ ਹੁੰਦੀ। ਉਹਦਾ ਕਾਰਨ ਇਹ ਹੈ ਕਿਉਂਕਿ ਉਹ ਆਈਡੀਓਲੋਜੀ ਹੀ ਨਹੀਂ ਸਥਾਪਿਤ ਕਰ ਪਾ ਰਹੇ। ਥੈਂਕ ਯੂ ਸੋ ਮਚ ਜੀ, ਧੰਨਵਾਦ। ਤੁਸੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਬਰਾੜ ਸਾਹਿਬ। ਜੀ ਪੱਟੀ ਸਾਹਿਬ ਕੀ ਕਹਿਣਾ ਚਾਹੋਗੇ? ਉਹਨਾਂ ਨੇ ਜਿਹੜੀ ਗੱਲ ਮੈਂ ਕਹੀ ਆ ਜੀ, ਮੈਂ ਇਹਨਾਂ ਨਾਲ 100% ਸਹਿਮਤ ਹੈਗਾ। ਸਾਹਿਤਕਾਰਾਂ ਨੇ ਜੋ ਲਿਖਿਆ, ਠੀਕ ਲਿਖਿਆ, ਗਲਤ ਲਿਖਿਆ ਸੀ ਪੜ੍ਹਦੇ ਰਹੇ। ਬਕਾਇਦਾ ਤੌਰ ਤੇ ਅਸੀਂ ਪੜ੍ਹਦੇ ਸੀ, ਕਾਲਜ 'ਚ ਪੜ੍ਹਦੇ ਸੀ, ਸਕੂਲ 'ਚ ਪੜ੍ਹਦੇ ਸੀ, ਨਾਵਲ ਲੱਗਦੇ ਸੀ ਵੀ ਇਹ ਨਾਵਲ ਤੁਹਾਡਾ ਸਿਲੇਬਸ ਦਾ ਹਿੱਸਾ ਹੈਗਾ। ਅੱਜ ਸਾਡਾ ਕਿਹੜਾ ਬੱਚਾ ਸਾਹਿਤ ਪੜ੍ਹ ਰਿਹਾ ਜੀ? ਕਿਹੜੇ ਬੱਚੇ ਦਾ ਜਿਹੜਾ ਵਾ ਇਸ ਪੜ੍ਹਨ ਵਾਲੀ ਪ੍ਰਵਿਰਤੀ ਵਾਲੇ ਧਿਆਨ ਹੈਗਾ? ਮੋਬਾਇਲ ਸਭ ਦੇ ਕੋਲ, ਮੋਬਾਇਲ ਤੇ ਆਪਣੀ ਜੋ ਉਹਨਾਂ ਸਿਲੇਬਸ ਉਹ ਪੜ੍ਹਦੇ, ਬਾਕੀ ਕੁਛ ਨਹੀਂ ਪੜ੍ਹਦੇ। ਸਾਨੂੰ ਆਪਣੇ ਬੱਚਿਆਂ 'ਚ ਪ੍ਰਵਿਰਤੀ ਪੈਦਾ ਕਰਨੀ ਪਊਗੀ ਪੜ੍ਹਨ ਦੀ, ਕਿਉਂਕਿ ਉਦੋਂ ਅਸੀਂ ਪੜ੍ਹਦੇ ਸੀ, ਸਹਿਜ ਪੜ੍ਹਦੇ ਸੀ, ਉਹ ਮਾੜਾ ਸੀ ਚੰਗਾ ਸੀ ਜੋ ਵੀ ਸੀ, ਪੜ੍ਹ ਕੇ ਉੱਤੇ ਅਮਲ ਵੀ ਕਰਦੇ ਸੀ। ਗੁਰਬਾਣੀ ਵੀ ਪੜ੍ਹਦੇ ਸੀ। ਸਾਡੇ ਬੱਚਿਆਂ ਦੀ ਗੁਰਬਾਣੀ ਪੜ੍ਹਨ ਦੀ ਪ੍ਰਵਿਰਤੀ ਕਿੰਨੀ ਕੁ ਰਹਿ ਗਈ ਹੈ? ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਸੀ, ਕਿੰਨੀ ਕੁ ਰਹਿ ਗਈ ਪ੍ਰਵਿਰਤੀ? ਤੁਹਾਨੂੰ ਇਸ ਪੰਜਾਬੀ ਦੀ ਗੱਲ ਕੀਤੀ ਵੀਰ ਜੀ, ਦੁੱਖ ਉਦੋਂ ਹੋਇਆ ਸੀ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪੰਜਾਬੀ ਵਿਭਾਗ ਇੱਕ ਵਾਈਸ ਚਾਂਸਲਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜੀ, ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਰੁਕਾਇਆ ਸੀ ਕਿ ਅਸੀਂ ਪੰਜਾਬੀ ਵਿਭਾਗ ਨਹੀਂ ਬੰਦ ਹੋਣ ਦੇਣਾ ਜੀ। ਭਾਵੇਂ ਉੱਥੇ ਕੋਈ ਪੜ੍ਹਦਾ ਜਾਂ ਨਹੀਂ ਪੜ੍ਹਦਾ ਬਾਅਦ ਦੀ ਗੱਲ ਆ, ਲੇਕਿਨ ਜੇ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਿੱਥੋਂ ਪੰਜਾਬੀ ਦੀ ਬੁਨਿਆਦ ਸ਼ੁਰੂ ਹੁੰਦੀ ਹੈ ਉੱਥੋਂ ਤੁਸੀਂ ਪੰਜਾਬੀ ਵਿਭਾਗ ਮੰਨੋਗੇ, ਬਾਕੀ ਕੀ ਰਹਿ ਗਿਆ ਜੀ। ਇਸ ਕਰਕੇ ਸਾਨੂੰ ਆਪਣੇ ਬੱਚਿਆਂ 'ਚ ਪੜ੍ਹਨ ਦੀ ਪ੍ਰਵਿਰਤੀ ਜਿਹੜੀ ਉਹ ਲਿਆਉਣੀ ਪਊਗੀ। ਜੇ ਬੱਚੇ ਪੜ੍ਹਨ ਦੀ ਪ੍ਰਵਿਰਤੀ ਨਹੀਂ, ਸਾਡੇ ਇਤਿਹਾਸ ਭੁੱਲ ਜਾਣਗੇ। ਜੇ ਇਤਿਹਾਸ ਭੁੱਲ ਗਏ ਸਾਡੇ ਬੱਚੇ ਸਾਡਾ ਵਿਰਸਾ ਭੁੱਲ, ਸਾਡਾ ਹੈ ਕੀ ਸੀਗਾ। ਬਿਲਕੁਲ ਜੀ। ਇੱਕ ਹੋਰ ਕਾਲਰ ਸਾਡੇ ਨਾਲ ਹੈ ਜੀ। ਹੈਲੋ, ਸਵਾਗਤ ਹੈ ਜੀ 92-164 ਤੇ ਤੁਹਾਡਾ। ਬਾਈ ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ। ਮੈਂ ਸੁਖਦੀਪ ਬੋਲਦਾ ਜੀ ਰਮਾਣਾ ਲਵੇਲ ਸਿੰਘ ਤੋਂ। ਸੁਖਦੀਪ ਜੀ ਜੀ। ਹਾਂਜੀ ਬਾਈ ਜੀ, ਜਿਹੜੇ ਵੀ ਆਪਾਂ ਹੁਣ ਸਾਰੇ ਕੰਸਰਨ ਕਰਨੇ ਆ ਵੀ ਕਿਸਾਨ ਖੜ ਕੇ ਗਲਤੀ ਕਰੀ ਹੈ ਚੋਣਾਂ ਦੇ ਵਿੱਚ, ਚਲੋ ਇਹ ਤਾਂ ਜਿਹੜਾ ਹੋ ਗਿਆ ਗਲਤੀ ਚਲੋ ਹੋ ਜਾਂਦੀ ਹੈ, ਪਰ ਅੱਗੇ ਇਹਦੀ ਉਵੇਂ ਜਿਵੇਂ ਪਹਿਲਾਂ ਇੱਜ਼ਤ ਸੀ ਜਿਵੇਂ ਰਾਜੇਵਾਲ ਦੀ, ਉਹ ਬਰਕਰਾਰ ਰੱਖਣ ਲਈ ਵੀ ਉਹ ਕਿਵੇਂ ਉਦਮ ਕਰਨਗੇ, ਕਿਵੇਂ ਆਉਣਗੇ ਦੁਬਾਰੇ ਫੀਲਡ ਦੇ ਵਿੱਚ? ਮਾੜਾ ਧੰਨਵਾਦ ਇਹ ਭਾਈ ਜਨ। ਜੀ ਬਿਲਕੁਲ ਆਉਣਗੇ ਜੀ, ਬਿਲਕੁਲ ਆਉਣਗੇ। ਤੁਸੀਂ ਬੇਫਿਕਰ ਰਹੋ, ਰਾਜੇਵਾਲ ਸਾਹਿਬ ਉਸੇ ਤਰ੍ਹਾਂ ਹੀ ਕੰਮ ਕਰਨਗੇ, ਉਸੇ ਤਰ੍ਹਾਂ ਹੀ ਆਉਣਗੇ। ਲੇਕਿਨ ਇੱਕ ਧੱਬਾ ਲੱਗ ਜਾਏਗਾ, ਪਰ ਤੁਸੀਂ ਲੋਕਾਂ ਨੇ ਨਕਾਰੇ ਹੋਏ ਹੋ। ਵਿਸ਼ਵਾਸ ਤੁਹਾਨੂੰ ਇਲੈਕਸ਼ਨ ਤੇ ਲੋਕਾਂ ਨੇ ਨਕਾਰ ਦਿੱਤਾ ਵਾ, ਇੱਕ ਧੱਬਾ ਜ਼ਰੂਰ ਲੱਗੇਗਾ ਉਹਨਾਂ ਦਾ। ਵਿਸ਼ਵਾਸ ਜਦੋਂ ਟੁੱਟ ਜਾਂਦਾ ਬਹਾਲੀ ਉਹਦੀ ਬਹੁਤ ਨਾਮੁਮਕਿਨ ਬੜੀ ਮੁਸ਼ਕਲ ਹੁੰਦੀ ਹੈ ਜੀ। ਬਿਲਕੁਲ ਇਹ ਠੀਕ ਹੈ ਤੁਹਾਡੀ ਗੱਲ। ਉਹ ਆਉਣਗੇ, ਜੰਗ ਲੜਨਗੇ। ਕਿਸਾਨਾਂ ਦੀ ਜੰਗ ਵੱਖਰੀ ਸੀ। ਆਪਾਂ ਇਸੇ ਮੰਚ ਤੇ ਕਹਿੰਦੇ ਰਹੇ ਸੀ ਕਿ ਜਿੰਨੀਆਂ ਵੀ ਉੱਥੇ ਜਥੇਬੰਦੀਆਂ ਬੈਠੀਆਂ ਉਹ ਵੱਖ-ਵੱਖ ਵਿਚਾਰਧਾਰਾ ਦੀਆਂ ਬੈਠੀਆਂ, ਉਹ ਸਿਆਸੀ ਤੌਰ ਤੇ ਇਕੱਠੀਆਂ ਨਹੀਂ ਹੋ ਸਕਦੀਆਂ। ਬਿਲਕੁਲ ਇੱਥੇ ਅਸੀਂ ਬਿਲਕੁਲ ਤੁਸੀਂ ਜੋਗਿੰਦਰ ਉਗਰਾਹਾਂ ਸਾਹਿਬ ਦਾ ਨਾਮ ਲਿਆ, ਬਿਲਕੁਲ ਉਹ ਵਧਾਈ ਦੇ ਪਾਤਰ ਨੇ। ਉਹ ਡਟੇ ਹੋਏ ਨੇ ਕਿਸਾਨੀ ਮੁੱਦਿਆਂ ਦੇ ਉੱਤੇ ਤੇ ਉਹਨਾਂ ਨੇ ਬਿਲਕੁਲ ਇਸ ਚੀਜ਼ ਨੂੰ ਪੱਟੀ ਸਾਹਿਬ ਬਿਲਕੁਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਸਤਾਰਤ ਜਾਣਕਾਰੀ ਦਿੱਤੀ ਉਗਰਾਹਾਂ ਸਾਹਿਬ ਬਾਰੇ। ਤੇ ਵਿਸ਼ਵਾਸ ਜਦੋਂ ਟੁੱਟ ਜਾਂਦਾ ਫਿਰ ਵਿਸ਼ਵਾਸ ਬਹਾਲੀ ਜਿਹੜੀ ਹੈਗੀ ਆ ਉਹ ਨਾਮੁਮਕਿਨ ਹੋ ਜਾਂਦੀ ਹੈ। ਜੀ ਉਗਰਾਹਾਂ ਸਾਹਿਬ ਵਾਲੇ ਸੀ, ਕਿਸਾਨ ਸੰਘਰਸ਼ ਪੰਨੂ ਸਾਹਿਬ ਸੀਗੇ, ਡਕੌਤਾ ਵਾਲੇ ਤੋਂ ਲਿਖਦੇ ਗਏ, ਜਗਜੀਤ ਸਿੰਘ ਡੱਲੇਵਾਲ ਸੀ, ਸਾਰੇ ਲੀਡਰ ਹੈਗੇ ਦੀ ਗੱਲ ਨਹੀਂ ਹੈਗੇ ਜਿਹੜੇ ਸਮਰਪਿਤ ਨੇ ਕਿਸਾਨੀ ਨੂੰ। ਸਾਡਾ ਕਿਸਾਨੀ ਮੁੱਦਾ ਕਿ ਕਿਸਾਨਾਂ ਦੀ ਮੰਗ ਤਾਂ ਲੜੇਗਾ ਇਹਨਾਂ ਦੀ। ਬਿਲਕੁਲ ਜੀ, ਜਿਨ੍ਹਾਂ ਨੇ ਸਿਆਸਤ ਨੂੰ ਨਹੀਂ ਚੁਣਿਆ ਉਹਨਾਂ ਨੇ ਕਿਸਾਨੀ ਮੁੱਦਿਆਂ ਨੂੰ, ਕਿਸਾਨੀ ਸੰਘਰਸ਼ ਨੂੰ ਚੁਣਿਆ। ਬਿਲਕੁਲ ਉਹਨਾਂ ਨੂੰ ਸਲਾਮ ਹੈ ਜੀ। ਤੇ ਦੂਸਰੀ ਅਗਲੀ ਜਿਹੜੀ 19 ਅਪ੍ਰੈਲ ਨੂੰ ਬਠਿੰਡਾ ਦੀ ਅਦਾਲਤ ਵਿੱਚ ਇੱਕ ਪੇਸ਼ੀ ਹੈ ਜੀ, ਕੰਗਣਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ, ਮਾਨਹਾਨੀ ਦਾ ਕੇਸ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਕੰਗਣਾ ਰਣੌਤ ਜਿਹੜੀ ਹੈ ਨਾ ਉਹ ਬਕਾਇਦਾ ਤੌਰ ਤੇ ਪੰਗੇ ਲੈਣੋਂ ਹਟਦੀ ਨਹੀਂ ਸੀ। ਮੁੜ ਕੇ ਉਹਨੇ ਇਹ ਕਹਿ ਦਿੱਤਾ ਸੀ, ਨਹੀਂ ਜੀ ਮੈਂ ਮਾਤਾ ਮਹਿੰਦਰ ਕੌਰ ਦੀ ਗੱਲ ਨਹੀਂ ਕੀਤੀ ਜੀ। ਮਾਤਾ ਮਹਿੰਦਰ ਕੌਰ ਦਾ ਜਿਹਦੇ ਬਾਰੇ ਉਹਨੇ ਕਿਹਾ ਸੀ ਵੀ 100 ਰੁਪਏ ਤੇ ਇਹ ਆ ਜਾਂਦੀਆਂ ਨੇ ਘਰੋਂ ਚੱਲ ਕੇ, ਬੁੜੀਆਂ ਬਹਿਣ ਵਾਸਤੇ ਰੋਟੀਆਂ ਖਾਂਦੀਆਂ ਤੇ ਵਿਹਲੀਆਂ ਬਿਠੀਆਂ ਰਹਿੰਦੀਆਂ ਨੇ ਜੀ। ਤੇ ਮਾਤਾ ਮਹਿੰਦਰ ਕੌਰ ਨੇ ਲਾਈ ਹੋ ਕੇ ਕਿਹਾ ਸੀ, ਕੰਗਣਾ ਰਣੌਤ ਤੂੰ 100 ਰੁਪਏ ਦੀ ਗੱਲ ਕਰਦੀ ਹੈ, ਤੂੰ ਆ ਮੇਰੇ ਅੱਗੇ ਟਿੰਡੇ ਤੋਂ ਮੈਂ 500 ਰੁਪਏ ਦਿੰਦੀ ਹਾਂ, ਮੈਂ ਆਮ ਤੌਰ ਤੇ ਤੈਨੂੰ 700 ਦੇਵਾਂਗੀ ਜੀ।
ਜਿਹੜੀ ਬੀਬੀ 700 ਰੁਪਏ ਦਿਹਾੜੀ ਕਿਸ ਨੂੰ ਆਪ ਦਿੰਦੀ ਆ ਤਾਂ 100 ਰੁਪਏ ਤੇ ਕਿਉਂ ਜਾਊਗੀ? ਬਿਲਕੁਲ ਜੀ। ਉਹ ਕੇਸ ਜਿਹੜਾ ਅਦਾਲਤ 'ਚ ਹੋ ਗਿਆ ਤੇ ਅਦਾਲਤ ਦੇ ਵਿੱਚ 19 ਅਪ੍ਰੈਲ ਨੂੰ ਬਕਾਇਦਾ ਤੌਰ ਤੇ ਮਾਨਹਾਨੀ ਦੇ ਕੇਸ ਵਿੱਚ ਜਿਹੜੀ ਆ ਉਹ ਬਕਾਇਦਾ ਪੇਸ਼ੀ ਉਹਦੀ ਤੇ ਬਕਾਇਦਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ ਵੀ ਬੀਜੇਪੀ ਇਹੋ ਜਿਹੇ ਬੰਦਿਆਂ ਦੀ ਸਪੋਰਟ ਬਿਲਕੁਲ ਨਹੀਂ ਕਰੇਗੀ ਜੀ। ਜੇ ਕੰਗਣਾ ਨੇ ਆਪਣਾ ਮੂੰਹ ਬੰਦ ਨਾ ਕੀਤਾ ਤੇ ਸਾਨੂੰ ਉਹਦੇ ਖਿਲਾਫ ਵੀ ਐਕਸ਼ਨ ਲੈਣਾ ਪਵੇਗਾ। ਜੇ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਚੰਗੀ ਗੱਲ ਆ, ਲੇਕਿਨ ਕੰਗਣਾ ਦੀਆਂ ਮੁਸ਼ਕਲਾਂ ਜਿਹੜੀਆਂ ਵੱਧ ਗਈਆਂ ਨੇ। ਹੁਣ 19 ਅਪ੍ਰੈਲ ਨੂੰ ਉਹ ਅਦਾਲਤ 'ਚ ਆਉਂਦੀ ਕਿ ਨਹੀਂ ਆਉਂਦੀ, ਅਦਾਲਤ ਫਿਰ ਮੌਕਾ ਦੇ ਜੇ ਉਹਦੇ ਨਹੀਂ ਆਉਂਦੀ ਤੇ ਫਿਰ ਉਹਨਾਂ ਦੇ ਉਹਦੇ ਨੌਨ ਬੇਲੇਬਲ ਵਾਰੰਟ ਨਿਕਲਣਗੇ। ਇਸ ਕਰਕੇ 19 ਤਰੀਕ ਤੋਂ ਵੇਖੋ ਡਿਬੇਟ ਕਰ 19 ਅਪ੍ਰੈਲ ਤੱਕ ਵੇਟ ਕਰਦੇ ਸੀ ਕੰਗਣਾ ਇੱਥੇ ਆਉਂਦੀ ਕਿ ਨਹੀਂ ਆਉਂਦੀ, ਲੇਕਿਨ ਕੰਮ ਚੱਲ ਪਿਆ, ਉਹਦੀਆਂ ਮੁਸ਼ਕਲਾਂ ਵੱਧ ਗਈਆਂ ਜੀ। ਇੱਕ ਸਵਾਲ ਮੋਦੀ ਸਾਹਿਬ ਦੇ ਨਾਲ ਆ, ਮੋਦੀ ਸਾਹਿਬ ਦੇ ਤਿਲਿਸਮ ਨਾਲ RSS ਜਿਹੜੀ ਹੈਗੀ ਆ। ਇਹ ਸਵਾਲ ਲੰਮਾ ਜੀ, ਇਹਨੂੰ ਘੱਟੋ ਘੱਟ 10 ਮਿੰਟ ਲੱਗਣੇ। ਠੀਕ ਹੈ ਜੀ, ਇਹ ਪਰਸੋਂ ਕਰਾਂਗੇ। ਬਿਲਕੁਲ ਜੀ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਆਪਾਂ ਇਸ ਮੁੱਦੇ ਨੂੰ ਛੋਣਾ ਜੀ, ਪਰਸੋਂ ਕਰਾਂਗੇ। ਤੇ ਮੋਦੀ ਜਿਹੜਾ ਕੀ ਮੋਦੀ ਦਾ ਵੱਧ ਰਿਹਾ ਤੇ ਤਿਲਿਸਮ RSS ਦੁਆਰਾ ਨਹੀਂ ਜਾਂਦੇ ਇੱਕ ਹੋਰ ਕਾਲਰ ਆਪਣੇ ਨਾਲ ਆ ਜੀ 92-164 ਤੇ। ਇਹ ਵੇਖਦੇ ਆ ਕੌਣ ਨੇ। ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੈਂ ਪੁੱਛਣਾ ਸੀ, ਚਰਚਾ ਦੇ ਵਿੱਚ ਬੜੇ ਘੱਟ ਆਏ ਵੈਸੇ ਸਿੱਖਾਂ ਵਾਸਤੇ ਕਹਿ ਲਈਏ ਮੁੱਦਾ ਬੜਾ ਸਾਸਾ ਸਾਹਿਬ ਦਾ, ਜਿਹੜੇ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਨੇ ਕਿਤਾਬ ਛਾਪੀ, ਉਹ ਧਰਨੇ 'ਚ ਬੈਠੇ ਆ ਸਿੱਖਿਆ ਵਿਭਾਗ ਦੇ ਦਫ਼ਤਰ ਦੇ ਮੂਹਰੇ, ਉਹਦੇ ਬਾਰੇ ਵੀ ਥੋੜੀ ਜਿਹੀ ਚਾਨਣਾ ਪਾਓ ਜੀ। ਤੇ ਲੋਕਾਂ ਦੇ ਵਿੱਚ ਮੇਰਾ ਖਿਆਲ ਉਹ ਗੱਲ ਵੀ ਜਾਣੀ ਚਾਹੀਦੀ ਹੈ ਨਾ ਵੀ ਕਿਉਂ ਬੈਠੇ ਆ ਉਹ। ਜੀ ਬਿਲਕੁਲ ਜੀ, ਬਿਲਕੁਲ। ਪਹਿਲਾਂ ਤੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ 1999 ਵਿੱਚ ਇੱਕ ਬਲੰਡਰ ਗਲਤੀ ਕੀਤੀ। ਬੀਬੀ ਜਗੀਰ ਕੌਰ ਕਹਿੰਦੀ ਸੀ 300 ਸਾਲਾਂ ਦੀ 300 ਕਿਤਾਬਾਂ ਛਾਪਣੀਆਂ, ਉਹ ਕਾਲੀ ਛਾਪੀਆਂ ਤੇ ਇੱਕ ਕਿਤਾਬ ਸਿੱਖ ਇਤਿਹਾਸ ਦੀ ਛਾਪੀ ਗਈ ਜਿਹਦੇ ਤੇ ਗੁਰੂਆਂ ਤੇ ਬੜੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਜੀ। ਉਹਦੇ ਤੇ ਬਕਾਇਦਾ ਤੌਰ ਤੇ SGP ਜੀ ਨੂੰ ਸਪਸ਼ਟੀ ਦੇਣ ਕਰਨੀ ਆ ਤੇ ਬੀਬੀ ਜਗੀਰ ਕੌਰ ਦੀ ਕਿਤਾਬਾਂ ਵਾਪਸ ਲੈ ਲਈਆਂ ਜੀ। ਕੀ ਸਾਰੀਆਂ ਲੈ ਲਈਆਂ? ਜੇ ਸਾਰੀਆਂ ਨੇ ਲਈਆਂ ਤੇ 1 2 4 5 7 ਕਿਤਾਬਾਂ ਕਿਤੇ ਰਹਿ ਗਈਆਂ ਨੇ ਤੇ ਉਹ ਕੱਲ ਨੂੰ ਇਸ਼ੂ ਬਣਨੀਆਂ। ਉਹ ਕੇਸ ਬਕਾਇਦਾ ਤੌਰ ਤੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਚੱਲਦਾ ਰਿਹਾ, ਉੱਥੋਂ ਉਹਨਾਂ ਖਾਰਜ ਕਰਤਾ। ਹੁਣ ਹਾਈ ਕੋਰਟ ਤੇ ਬਲਦੇਵ ਸਿੰਘ ਸਿਰਸਾ ਲੈ ਕੇ ਗਏ ਨੇ। ਹੁਣ ਪੰਜਾਬ ਸਰਕਾਰ ਨੇ ਵੀ ਇਹੋ ਜਿਹੀਆਂ ਕਿਤਾਬਾਂ ਛਾਪੀਆਂ ਜਿੱਥੇ ਗੁਰੂ ਸਾਹਿਬ ਤੇ ਟਿੱਪਣੀਆਂ ਕੀਤੀਆਂ ਨੇ ਜੀ। ਉਹਨਾਂ ਕਿਤਾਬਾਂ ਨੂੰ ਲੈ ਕੇ ਬਕਾਇਦਾ ਤੌਰ ਤੇ ਸਿਰਸਾ ਸਾਹਿਬ ਬੈਠੇ ਨੇ ਉੱਥੇ ਮੋਰਚਾ ਲਾ ਕੇ ਚੰਡੀਗੜ੍ਹ ਮੋਹਾਲੀ ਦੇ ਜਿਹੜਾ ਬੋਰਡ ਦਾ ਦਫ਼ਤਰ ਬਾਹਰ ਹੈਗਾ। ਜਵਾਬ ਦਿਓ ਸਾਨੂੰ ਇਹਦੇ ਬਾਰੇ, ਇਹ ਤੁਸੀਂ ਛਾਪੀਆਂ ਤੇ ਕਿਉਂ ਛਾਪੀਆਂ ਤੁਸੀਂ? ਇੱਥੇ ਸਾਡੀਆਂ ਸਿੱਖ ਸੰਸਥਾਵਾਂ ਦਾ ਫਰਜ਼ ਬਣਦਾ ਜੀ, ਉਹ ਜ਼ਰੂਰ ਉੱਤੇ ਐਕਸ਼ਨ ਲੈਣ ਤੇ ਸਿੱਖ ਸੰਸਥਾਵਾਂ ਸੁੱਤੀਆਂ ਪਈਆਂ ਨੇ। ਇੱਕ ਬੰਦਾ ਉੱਠ ਕੇ ਜੇ ਮੋਰਚਾ ਲਾ ਕੇ ਮਿੱਠਾ ਘੱਟੋ ਘੱਟ ਸਾਥ ਹੀ ਦੇ ਦਿਓ, ਉਹਦੇ ਕੁਝ ਕਰ ਸਕਦੇ ਤੇ ਉਹਨੂੰ ਲੰਗਰ ਪਾਣੀ ਪਹੁੰਚਾ ਦਿਓ, ਉਹਦੀ ਮਹਿਤ ਵਾਸਤੇ ਕੋਈ ਬੰਦੇ ਹੀ ਭੇਜ ਦਿਓ ਕੋਈ ਨਾ ਕੋਈ ਜੀ। ਲੇਕਿਨ ਉਹ ਕੰਮ ਨਹੀਂ ਕਰਨਾ ਆਪਾਂ, ਕਿਉਂਕਿ ਉਹਦੇ ਪਿੱਛੇ ਆਪਣੀ ਸਿਆਸੀ ਕੋਈ ਨਾ ਕੋਈ ਟਿਕਣਬਾਜ਼ੀ ਹੈਗੀ ਜੇ ਨਹੀਂ ਕਰ ਰਹੇ ਆਪਾਂ। ਲੇਕਿਨ ਸਰਸਾ ਸਭ ਕਰ ਰਹੇ ਨੇ, ਡਟੇ ਨੇ। ਉਮੀਦ ਆ ਕਿ ਉਹਦੇ ਆਉਣ ਵਾਲੇ ਦਿਨਾਂ ਚੰਗੇ ਸਿੱਟੇ ਨਿਕਲਣਗੇ ਜੀ। ਪੱਟੀ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ, ਮੇਰੇ ਵੱਲੋਂ, ਦਲਬੀਰ ਬਰਾੜ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਧੰਨਵਾਦ ਜੀ, ਧੰਨਵਾਦ। ਬਿਲਕੁਲ ਦੋਸਤੋ, ਇਹ ਸਨ ਜਸਬੀਰ ਸਿੰਘ ਜੀ ਪੱਟੀ, ਸੀਨੀਅਰ ਜਰਨਲਿਸਟ, ਜਿਹੜੇ ਕਿ ਵਿਸਤਾਰ ਦੇ ਵਿੱਚ ਸਾਨੂੰ ਜਾਣਕਾਰੀ ਦੇ ਰਹੇ ਸੀ ਵੱਖ-ਵੱਖ ਖਬਰਾਂ ਤੇ। ਵੇਲਾ ਹੋ ਰਿਹਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਕਰਾਂਗੇ ਸੀਨੀਅਰ ਜਰਨਲਿਸਟ ਬਖਤੌਰ ਸਿੰਘ ਜੀ ਢੁੱਲੋਂ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸ਼ਮਾਦਾਨ।